ਵਾਹਿਗੁਰੂ ਸਾਹਿਬ ਜੀਓ। ਚੌਪਈ। ਸੁਨ ਕਰ ਮਲਕ ਕਹੈ ਰਿਸ ਬੈਨਾ, ਭਾਵ ਵਿਪਰੀਤ ਹਿਰਦੇ ਤੁਜੈ ਭੈਨਾ। ਸੁਨੀ ਹਮ ਹੈ ਤਬ ਖੱਤਰੀ ਜਾਤਾ, ਸੂਦਨ ਸਦਨ ਅਸਨ ਨਿਤ ਖਾਤਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸਜੇ ਹੋਏ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਧੰਨ ਧੰਨ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਈਮਨਾਬਾਦ ਨਗਰ ਦੇ ਵਿਖੇ ਭਾਈ ਲਾਲੋ ਦੇ ਗ੍ਰਹਿ ਸਤਿਗੁਰੂ ਮਹਾਰਾਜ ਜਾ ਟਿਕੇ ਹਨ। ਬੇਨਤੀ ਕੀਤੀ ਕਿ ਆਪ ਲਗਭਗ 1 ਮਹੀਨਾ ਮੇਰੇ ਘਰ ਦਰਸ਼ਨ ਦਿਓ। ਭਾਈ ਮਰਦਾਨਾ ਜੀ ਆਗਿਆ ਲੈ ਕੇ ਤਲਵੰਡੀ ਨਗਰ ਗਏ ਹਨ। 15 ਦਿਨ ਤੋਂ ਬਾਅਦ ਮਲਕ ਭਾਗੋ ਜੋ ਉੱਥੋਂ ਪਠਾਨ ਦਾ ਵਜ਼ੀਰ ਸੀ, ਬ੍ਰਹਮ ਭੋਜ ਆਪਣੇ ਘਰ ਦੇ ਅੰਦਰ ਰੱਖਿਆ ਹੈ। ਖੱਤਰੀ ਬ੍ਰਾਹਮਣ ਸੂਦ ਵੈਸ ਸਭਨਾਂ ਨੂੰ ਸੱਦਾ ਦਿੱਤਾ ਹੈ। ਬਹੁਤ ਸਾਰੀ ਲੋਕਾਂ ਦੀ ਮਾਇਆ ਪਾਪਾਂ ਦੇ ਨਾਲ ਇਕੱਠੀ ਕਰਕੇ ਆਪਣੇ ਪਾਪਾਂ ਦੇ ਉੱਤੇ ਪਰਦਾ ਪਾਉਣ ਲਈ, ਆਪਣੀ ਵਡਿਆਈ ਕਰਾਉਣ ਲਈ ਬ੍ਰਹਮ ਭੋਜ ਕਰਦਾ। ਹਰ ਸਾਲ ਦੀ ਤਰ੍ਹਾਂ ਘਰ ਘਰ ਦੇ ਵਿੱਚ ਬੰਦਾ ਭੇਜਿਆ। ਗੁਰੂ ਨਾਨਕ ਦੇਵ ਜੀ ਮਹਾਰਾਜ ਜੰਗਲ ਵੱਲ ਨੂੰ ਜਾ ਰਹੇ ਸੀ। ਕਹਿਣ ਲੱਗਿਆ ਬ੍ਰਾਹਮਣ ਕਿ ਨਾਨਕ ਤਪਾ ਜੀ ਤੁਸੀਂ ਵੀ ਆਉਣਾ, ਬ੍ਰਹਮ ਭੋਜ ਹੈ ਮਲਕ ਭਾਗੋ ਦੇ ਘਰ। ਸਤਿਗੁਰੂ ਕਹਿਣ ਲੱਗੇ ਸਾਡਾ ਉਹਦੇ ਨਾਲ ਬੋਲ ਚਾਲ ਨਹੀਂ, ਕੋਈ ਜਾਣਦਾ ਨਹੀਂ, ਕੋਈ ਕੰਮਕਾਰ ਨਹੀਂ, ਅਸੀਂ ਉਹਦੇ ਘਰ ਕਾਹਦੇ ਲਈ ਆਉਣਾ। ਕਹਿਣ ਲੱਗੇ ਨਹੀਂ, ਤੁਹਾਨੂੰ ਆਉਣਾ ਪੈਣਾ। ਸੋ ਇਸ ਤਰ੍ਹਾਂ ਦੀਆਂ ਗੱਲਾਂ ਕਰਕੇ ਜਿਸ ਦਿਨ ਬ੍ਰਹਮ ਭੋਜ ਸੀ, ਸੋ ਉਸਨੇ ਖਿਆਲ ਰੱਖਿਆ। ਕਹਿਣ ਲੱਗਿਆ ਮਲਕ ਭਾਗੋ ਨੂੰ, ਬਸ ਉਹੀ ਨਹੀਂ ਆਏ, ਦੇਖੋ ਸ਼ੂਦਰ ਦੇ ਘਰ ਖਾ ਰਹੇ ਨੇ, ਤੁਸੀਂ ਇੰਨੀ ਉੱਚੀ ਜਾਤੀ ਔਰ ਉਹ ਵੀ ਛਤਰੀਆਂ ਦੇ ਵਿੱਚੋਂ ਨੇ, ਪਰ ਨਹੀਂ ਆਏ। ਸੋ ਉਸ ਵਕਤ ਬੰਦੇ ਭੇਜੇ। ਸਤਿਗੁਰੂ ਤਾਂ ਜਾਣ ਗਏ ਕਿ ਹੁਣ ਪੂਰੀ ਇੱਧਰ ਨੂੰ ਧਿਆਨ ਆ ਉਹਨਾਂ ਦਾ। ਸੋ ਇਸ ਤਰ੍ਹਾਂ ਮਹਾਰਾਜ ਉੱਥੇ ਗਏ ਨੇ। ਮਹਾਰਾਜ ਕਹਿਣ ਲੱਗੇ ਫਕੀਰਾਂ ਦੀ ਤਾਂ ਕੋਈ ਜਾਤ ਨਹੀਂ ਹੁੰਦੀ, ਸਾਨੂੰ ਕਾਹਦੇ ਲਈ ਸੱਦਿਆ, ਅਸੀਂ ਜਿੱਥੇ ਬਣ ਗਈ ਉੱਥੇ ਛਕ ਲੈਣੀ ਹੈ, ਸਾਡੀ ਤਾਂ ਕੋਈ ਤਮੰਨਾ ਨਹੀਂ ਕਿ ਅਸੀਂ ਚੰਗੇ ਭੋਜਨ ਖਾਈਏ। ਸੋ ਉਸ ਵਕਤ ਮਲਕ ਭਾਗੋ ਜਿਹੜਾ ਗੁੱਸੇ 'ਚ ਬੈਠਾ, ਨਹੀਂ ਤੁਹਾਨੂੰ ਛਕਣਾ ਹੀ ਪੈਣਾ, ਕਿਉਂਕਿ ਜਿੱਦ ਵਿੱਚ ਆ ਗਿਆ। ਜਦੋਂ ਮਹਾਰਾਜ ਵੀ ਜਾਣਦੇ ਨੇ ਕਿ ਹੁਣ ਕੋਈ ਪਿਛਲਾ ਹੀ ਕਰਮ ਖੁੱਲ੍ਹ ਰਿਹਾ ਇਹਦਾ, ਜਿਹੜਾ ਗੁਰੂ ਸਾਹਿਬ ਦੇ ਦਰਸ਼ਨ ਕਰ ਰਿਹਾ ਹੈ। ਸੋ ਇਸ ਤਰ੍ਹਾਂ ਜਿਵੇਂ ਸੰਵਾਦ ਹੋਇਆ, ਜੋ ਬਚਨ ਹੋਇਆ, ਸ਼ਰਵਣ ਕਰਦੇ ਹਾਂ, ਰਸਨਾ ਨੂੰ ਕਰੀਏ ਪਵਿੱਤਰ। ਪਿਆਰ ਸਤਿਕਾਰ ਨਾਲ ਗੱਜ ਕੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਚੌਪਈ। ਸੁਨ ਕਰ ਮਲਕ ਕਹੈ ਰਿਸ ਬੈਨਾ। ਸੁਣ ਕਰਕੇ ਮਲਕ ਕਹਿਣ ਲੱਗਿਆ ਬੜੇ ਗੁੱਸੇ ਦੇ ਬਾਕ, ਭਾਵ ਵਿਪਰੀਤ ਹਿਰਦੇ ਤੁਜ ਭੈਨਾ। ਤੁਸੀਂ ਤਾਂ ਬਿਲਕੁਲ ਹੀ ਉਲਟ ਹੋ ਗਏ ਹੋ। ਤੁਹਾਡੇ ਮਨ ਦੇ ਅੰਦਰ ਤੁਹਾਨੂੰ ਨਹੀਂ ਪਤਾ ਕਿਹਦਾ ਰਾਜ ਚੱਲਦਾ, ਤੁਸੀਂ ਸਾਤੋਂ ਡਰਦੇ ਨਹੀਂ ਹੋ। ਸੁਨੀ ਹਮ ਹੈ ਤਬ ਖੱਤਰੀ ਜਾਤਾ। ਫਿਰ ਅਸੀਂ ਇਹ ਵੀ ਸੁਣਿਆ ਕਿ ਤੁਹਾਡੀ ਜਿਹੜੀ ਜਾਤ ਹੈ ਸਾਡੇ ਨਾਲ ਰਲਦੀ, ਤੁਸੀਂ ਖੱਤਰੀ ਹੋ। ਸ਼ੂਦਰਨ ਸਦਨ ਅਸਨ ਨਿਤ ਖਾਤਾ। ਇਹ ਕਿੱਡੀ ਮਾੜੀ ਗੱਲ ਹੈ ਕਿ ਤੁਸੀਂ ਸ਼ੂਦਰਾਂ ਦੇ ਘਰ ਜਾ ਕੇ ਰੋਟੀ ਖਾਂਦੇ ਹੋ। ਤਪਾ ਰਖਾਇਓ ਆਖੈ ਤੋਹੀ। ਇਸ ਕਰਕੇ ਸਾਰੇ ਲੋਕ ਤੁਹਾਨੂੰ ਕਹਿੰਦੇ ਇਹ ਤਪਾ ਹੈ, ਇਹ ਤਪਾ ਹੈ। ਦੇਖਤ ਹੀ ਰਿਸ ਉਪਜਹਿ ਮੋਹੀ। ਦੇਖਦਿਆਂ ਸਾਰ ਹੀ ਮੈਨੂੰ ਗੁੱਸਾ ਆਉਂਦਾ ਇਸ ਗੱਲ ਦਾ। ਬ੍ਰਹਮ ਭੋਜ ਕੋ ਨਾਮ ਰਖੇਈ। ਸੋ ਬ੍ਰਹਮ ਭੋਜ ਦਾ ਜਿਹੜਾ ਨਾਮ ਧਰਨਾ ਹੈ,
ਇਸ ਤਰ੍ਹਾਂ ਅੰਨ ਪਾਕ ਕਰ ਨੀਚ ਅਚੇਈ। ਸੋ ਅੰਨ ਜਿਹੜਾ ਹੈ ਉਹ ਪਾਕ ਪਵਿੱਤਰ ਕਰਕੇ ਉਹ ਛਕਣਾ ਚਾਹੀਦਾ ਹੈ। ਸੋ ਅੰਨ ਪਾਕ ਘਰ ਨੀਚ ਅਚੇਈ, ਪਰ ਤੁਸੀਂ ਇਹਦੇ ਉਲਟ ਨੀਚ ਦੇ ਘਰ ਦੀ ਰੋਟੀ ਖਾਂਦੇ ਹੋ। ਔਰ ਬ੍ਰਹਮ ਭੋਜ ਜਿਹੜਾ ਹੈ ਇਸ ਤਰ੍ਹਾਂ ਜਿਹੜਾ ਚੰਗਾ ਨਹੀਂ ਹੈ ਤੁਹਾਡੇ ਵਾਸਤੇ, ਛੱਡ ਕੇ ਤੇ ਨੀਚ ਦੇ ਘਰ ਖਾਣਾ ਖਾਂਦੇ ਹੋ। ਰਹੇ ਬੁਲਾਏ ਨਾ ਹਮ ਘਰ ਜਾ ਆਵਾਂ। ਫਿਰ ਅਸੀਂ ਤੁਹਾਨੂੰ ਸੱਦਾ ਭੇਜਿਆ, ਤੁਸੀਂ ਇੱਥੇ ਇਹ ਮੇਰਾ ਬ੍ਰਹਮ ਭੋਜ ਖਾਣ ਵਾਸਤੇ ਨਹੀਂ ਆਏ। ਕਿਸੇ ਕੋ ਕਹਿ ਨਾ ਮਨ ਮਹਿ ਲਿਆਵਾ। ਤੁਸੀਂ ਕਿਸੇ ਦੀ ਸੁਣਿਆ ਬਈ ਕਹੀ ਹੋਈ ਗੱਲ ਮਨ ਚ ਲਿਆਉਂਦੇ ਨਹੀਂ, ਤੁਸੀਂ ਕਿਸੇ ਦੀ ਗੱਲ ਹੀ ਨਹੀਂ ਮੰਨਦੇ ਹੋ। ਜਿਸ ਖੱਤਰੀ ਬੈਸਨ ਸਭ ਖਾਇਓ। ਸਾਰਿਆਂ ਨੇ ਖਾਧਾ ਬ੍ਰਹਮ ਭੋਜ। ਬ੍ਰਾਹਮਣ ਆਏ ਨੇ, ਖੱਤਰੀ ਆਏ ਨੇ, ਵੈਸ ਆਏ ਨੇ। ਸੋ ਨਹ ਇਹ ਕੇ ਹਿਰਦੇ ਭਾਇਓ। ਉਹ ਨਹੀਂ ਤੁਹਾਡੇ ਮਨ ਨੂੰ ਚੰਗਾ ਲੱਗਿਆ ਕਿ ਸਾਰਿਆਂ ਨੇ ਖਾਧਾ ਆ ਕਰਕੇ, ਵੈਸ਼ਨੋ ਮੱਤ ਵਾਲਿਆਂ ਨੇ ਵੀ ਖਾਧਾ ਆ ਕਰਕੇ, ਹਰੇਕ ਹੀ ਆਉਂਦਾ। ਇਹ ਮੇਰੇ ਬ੍ਰਹਮ ਭੋਜ ਦੇ ਵਿੱਚ ਕੀ ਕਮੀ ਹੈ? ਦੋਹਰਾ ਸੁਨ ਸਰੋਨਨ ਸ੍ਰੀ ਗੁਰ ਭਨੈ ਆਨੋ ਅਬ ਹੈ ਆਹਾਰ। ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ, ਠੀਕ ਹੈ, ਮੈਂ ਕਦੋਂ ਨਾ ਕੀਤੀ ਹੈ, ਲਿਆਓ ਤੁਸੀਂ ਆਪਣਾ ਭੋਜਨ ਲੈ ਕੇ ਆਓ। ਬ੍ਰਹਮ ਭੋਜ ਮੈਂ ਜੋ ਕਰਿਓ ਰਹੇ ਨਾ ਚਾਹੇ ਤੁਮਾਰ। ਬ੍ਰਹਮ ਭੋਜ ਦੇ ਵਿੱਚ ਜੋ ਤੁਸੀਂ ਕੀਤਾ ਹੈ, ਤੁਹਾਡੀ ਕੋਈ ਤਮੰਨਾ ਨਾ ਰਹਿ ਜਾਵੇ। ਜੋ ਪਈ ਤਿਹ ਸੋ ਕਹਿ ਲਾਲੋ ਸੋ ਭਾਖਾ। ਉਸ ਵਕਤ ਮਹਾਰਾਜ ਸੱਚੇ ਪਾਤਸ਼ਾਹ ਨੇ ਉਹਨੂੰ ਕਹਿ ਕੇ ਲਿਆਓ ਬਈ। ਉਦੋਂ ਭਾਈ ਲਾਲੋ ਜੀ ਨੂੰ ਕਿਹਾ, ਆਨੋ ਅਸਨ ਹੋਏ ਕੁਛ ਰਾਖਾ। ਤੇਰੇ ਘਰੇ ਭਾਈ ਲਾਲੋ ਜੇ ਪ੍ਰਸ਼ਾਦਾ ਪਿਆ ਇੱਕ ਅੱਧਾ ਕੋਈ, ਜਾ ਕੇ ਤੂੰ ਵੀ ਘਰੋਂ ਲੈ ਕੇ ਆ। ਲਾਲੋ ਨਿਜ ਘਰ ਆਵਾ ਦੌਰਾ। ਭਾਈ ਲਾਲੋ ਆਪਣੇ ਗ੍ਰਹਿ ਵਿਖੇ ਦੌੜ ਕੇ ਆਏ ਹਨ। ਦੀਨ ਕੋਦਰੇ ਕੋ ਟੁਕਟੋਰਾ। ਉਸ ਵਕਤ ਭਾਈ ਲਾਲੋ ਜੀ ਨੇ ਟੁੱਕਰ ਲੈ ਕੇ, ਟੋਲ ਕੇ, ਟੁੱਕਰ ਹੁੰਦਾ ਬੁਰਕੀਆਂ, ਅੱਧੀ ਰੋਟੀ ਜਾਂ ਪੌਣੀ ਰੋਟੀ ਟੁੱਕਰ, ਇਸ ਤਰ੍ਹਾਂ ਜਿੰਨਾ ਵੀ ਸੀਗਾ ਰੱਖਿਆ ਹੋਇਆ ਛਾਬਾ ਹੁੰਦਾ ਸੀ, ਉਹਨੂੰ ਬਣਾਇਆ ਹੁੰਦਾ ਸੀ ਫੂਸ ਜੇ ਦਾ, ਉਹਦੇ ਵਿੱਚ ਰੱਖੇ ਸੰਭਾਲ ਕੇ, ਪੌਣੇ ਚ ਲਪੇਟ ਕੇ। ਮਲਕ ਅਸਨ ਸਨ ਗੰਧ ਮੰਗਾਵਾ। ਸੋ ਮਲਕ ਜਿਹੜਾ ਸੀ ਉਹ ਅਸਨ ਬੜੇ ਸੁੰਦਰ ਸਨਿਗਧ ਹੁੰਦੇ ਨੇ, ਘਿਓ ਵਾਲੇ, ਤਲੇ ਹੋਏ, ਦੂਜੇ ਤੀਜੇ ਬਹੁਤ ਸਾਰੀਆਂ ਚੀਜ਼ਾਂ ਮੰਗਾਈਆਂ। ਬ੍ਰਹਮ ਭੋਜ ਮੈਂ ਜੋ ਕਰਵਾਵਾ। ਬ੍ਰਹਮ ਭੋਜ ਦੇ ਵਿੱਚ ਜਿਹੜੀਆਂ ਚੀਜ਼ਾਂ ਇਹਨੇ ਬਣਵਾਈਆਂ ਸਨ, ਪੂਰ ਕਾ ਬਹੁਤ ਹਾਵਲ। ਇਹਨੇ ਪੂੜੇ ਮੰਗਵਾਏ, ਪੂੜੀਆਂ ਮੰਗਵਾਈਆਂ, ਕੜਾਹ ਪ੍ਰਸ਼ਾਦ ਜਿਹੜਾ ਭਾਵ ਕੱਲਾ ਕੜਾਹ ਮੰਗਵਾਇਆ, ਪ੍ਰਸ਼ਾਦ ਗੁਰੂ ਘਰ ਦਾ ਹੁੰਦਾ ਹੈ। ਵਿਵਿਧ ਆਹਾਰ ਮੰਗਾਏ ਉਤਾਵਲ। ਤਰ੍ਹਾਂ ਤਰ੍ਹਾਂ ਦੇ ਫਿਰ ਛੇਤੀ ਦੇ ਨਾਲ ਜਿਹੜੇ ਇਹਨੀ ਬਹੁਤ ਸਾਰੀਆਂ ਹੋਰ ਚੀਜ਼ਾਂ, ਤਰ੍ਹਾਂ ਤਰ੍ਹਾਂ ਦੀਆਂ 36 ਤਰ੍ਹਾਂ ਦੇ ਭੋਜਨ ਬਣਾਏ ਮੰਗਵਾਏ। ਆਗੇ ਸ੍ਰੀ ਨਾਨਕ ਕੇ ਰਾਖੇ। ਉਹ ਧੰਨ ਗੁਰੂ ਨਾਨਕ ਦੇਵ ਜੀ ਦੇ ਅੱਗੇ ਲਿਆ ਕੇ ਰੱਖੇ। ਖਾਓ ਚਾਹੋ ਸੋਇਓ ਮੁਖ ਭਾਖੇ। ਖਾਓ ਚਾਹੋ ਸੋ, ਜੋ ਚਾਹੁੰਦੇ ਹੋ ਸੋ ਛਕੋ। ਦੇਖੋ ਕਿੰਨਾ ਵਧੀਆ ਸੀ ਇਹ ਭੋਜਨ ਬਣਾਇਆ। ਕਹਿਣ ਲੱਗਾ, ਲਾਲੋ ਕੀ ਦਿਸ ਦੇਖ ਦਿਆਲਾ। ਭਾਈ ਲਾਲੋ ਜੀ ਵੱਲ ਦਿਆਲ ਸਤਿਗੁਰੂ ਨੇ ਤੱਕਿਆ। ਦੀਨ ਕੋਦਰੇ ਟੁਕ ਤਤਕਾਲਾ। ਕੋਦਰੇ ਦੇ ਟੁੱਕ ਜਿਹੜੇ ਸੀ ਉਸ ਵਕਤ ਅੱਧੀ ਪੌਣੀਆਂ ਰੋਟੀਆਂ ਲਈਆਂ। ਦੋਹਰਾ ਵਾਵਿੰ ਕਰ ਮਹਿ ਪੂਪ ਲੈ ਦਾਹਨ ਟੁਕਰਾ ਧਾਰ। ਮਹਾਰਾਜ ਸੱਚੇ ਪਾਤਸ਼ਾਹ ਨੇ ਉਸ ਵਕਤ ਖੱਬੇ ਹੱਥ ਦੇ ਵਿੱਚ ਪੂਪ ਤੋਂ ਭਾਵ ਪੂੜਾ ਲੈ ਲਿਆ ਅਤੇ ਲੈ ਦਾਹਨ ਟੁਕਰਾ ਧਾਰ। ਦਾਹਿਨੇ ਹੱਥ ਸੱਜੇ ਹੱਥ ਦੇ ਵਿੱਚ ਭਾਈ ਲਾਲੋ ਦੀ ਰੋਟੀ ਦੇ ਟੁਕੜੇ ਪਕੜ ਲਏ। ਹੱਥ ਚ ਭੀੜੇ ਜੁਗਲ ਜਬ ਹੀਰਤ ਲੋਕ ਅਪਾਰ। ਜਦੋਂ ਮਹਾਰਾਜ ਨੇ ਦੋਨੋਂ ਲੈ ਕਰਕੇ ਅੱਛੀ ਤਰ੍ਹਾਂ ਝਪੀੜੇ ਭਾਵ ਘੁੱਟੇ, ਜਿਵੇਂ ਕੋਈ ਚੀਜ਼ ਨਿਚੋੜਦੇ ਆਪਾਂ, ਇਸ ਤਰ੍ਹਾਂ ਘੁੱਟੇ। ਪਈ ਦੋਹੋਂ ਹਾਥ ਤੇ ਨਿਕਸੀ ਧਾਰਾ। ਸਾਰੀ ਦੁਨੀਆ ਖੜੀ ਦੇਖ ਰਹੀ ਸੀ। ਦੋਨਾਂ ਹੱਥਾਂ ਤੋਂ 2 ਧਾਰਾ ਵਗੀਆਂ। ਬਹੁ ਲੋਕਨ ਕੀ ਸਭਾ ਮਜਾਰਾ। ਬਹੁਤ ਦੁਨੀਆ ਦੀ ਸਭਾ ਦੇ ਵਿੱਚ ਇੱਕ ਤੇ ਦੂਧ ਰਕਤ ਇੱਕ ਨਿਸਰੀ। ਇੱਕ ਪਾਸਿਓਂ ਦੁੱਧ ਨਿਕਲਿਆ, ਇੱਕ ਪਾਸਿਓਂ ਖੂਨ ਨਿਕਲਿਆ ਆ। ਜਿਹੜੀ ਲਾਲੋ ਦੀ ਰੋਟੀ ਸੀ। ਗੰਗ ਸੁਰਸਤੀ ਸੀਤ ਹੈ ਪਸਰੀ। ਮਾਨੋ ਗੰਗਾ ਅਤੇ ਸਰਸਤੀ, ਗੰਗਾ ਚਿੱਟੀ ਤੇ ਸਰਸਤੀ ਦਾ ਰੰਗ ਲਾਲ,
ਮਾਨੋਂ ਫੈਲ ਗਿਆ ਉਸ ਥਾਂ ਤੇ। ਇਕ ਦਹ ਦੂਧ ਪਰਤ ਧਰ ਮਾਹੀ, ਇੱਕ ਪਾਸੇ ਧਰਤੀ ਉੱਤੇ ਦੁੱਧ ਡਿੱਗ ਰਿਹਾ ਹੈ, ਇਕ ਦੇ ਸਰੋਨਤ ਨਿਸ਼ਚਤ ਤਾਹੀ। ਇੱਕ ਪਾਸੇ ਖੂਨ ਨਿਚੜਦਾ ਹੈ ਰੋਟੀ ਦੇ ਵਿੱਚੋਂ। ਹੱਥ ਚ ਪੀੜੈ ਸ੍ਰੀ ਗੁਰ ਜਿਉਂ ਜਿਉਂ, ਮਹਾਰਾਜ ਜਿਉਂ-ਜਿਉਂ ਹੱਥ ਦੇ ਵਿੱਚ ਉਹ ਦੋਨਾਂ ਦੀਆਂ, ਇੱਕ ਦੇ ਪੂੜੇ ਇੱਕ ਦੀਆਂ ਰੋਟੀਆਂ ਘੁੱਟ ਰਹੇ ਨੇ। ਨਿਕਟੈ ਤਿਨਕੇ ਅਦ ਕਹਿ ਤਿਉ ਤਿਉ, ਉਹਨਾਂ ਦੇ ਵਿੱਚੋਂ ਤਿਉਂ-ਤਿਉਂ ਇਹ ਚੀਜ਼ਾਂ ਬਾਹਰ ਆ ਰਹੀਆਂ ਨੇ। ਇੱਕ ਪਾਸੇ ਦੁੱਧ, ਇੱਕ ਪਾਸੇ ਖੂਨ ਆ ਰਿਹਾ ਹੈ। ਮਹਾਰਾਜ ਗੁਰੂ ਨਾਨਕ ਦੇਵ ਜੀ ਸਰਬ ਕਲਾ ਸਮਰੱਥ ਇਹ ਲੋਕਾਂ ਨੂੰ ਮੋੜਾ ਪਾਉਣ ਲਈ ਕੌਤਕ ਦਿਖਾਉਣਾ ਸੀ। ਬਹੁਤ ਸਾਰੇ ਲੋਕ ਇਹ ਵਿਚਾਰ ਰੱਖਦੇ ਨੇ ਵੀ ਇਹ ਨਹੀਂ ਹੋਇਆ ਹੋਣਾ, ਇਹ ਨਹੀਂ ਹੋਇਆ ਹੋਣਾ। ਇਹ ਜਾਂ ਤਾਂ ਹੋਵੇ ਨਾ ਕੱਲਿਆਂ ਨੇ ਕਮਰੇ 'ਚ ਵੜ ਕੇ ਕੀਤਾ, ਚਲੋ ਕੋਈ ਪ੍ਰੂਫ ਨਹੀਂ ਹੈਗਾ ਆਪਣੇ ਕੋਲੇ। ਇਹ ਤਾਂ ਪੂਰੀ ਦੁਨੀਆ ਦੇ ਸਾਹਮਣੇ ਹੋਇਆ। ਏਮਨਾਬਾਦ ਦਾ ਘੱਟੋ ਘੱਟ 10,000 ਬੰਦਾ ਤਾਂ ਖੜਾ ਹੀ ਹੋਣਾ ਸਾਹਮਣੇ, ਜਿਨ੍ਹਾਂ ਨੇ ਇਹ ਕੌਤਕ ਆਪਣੀ ਅੱਖੀਂ ਵੇਖਿਆ। ਇਹ ਫਿਰ ਪੂਰੀ ਦੁਨੀਆ 'ਚ ਫਿਰ ਮਸ਼ਹੂਰ ਹੋਈ ਆ ਗੱਲ। ਜਦੋਂ ਅੱਖੀਂ ਦੇਖੀ ਚੀਜ਼ ਜਨਤਕ ਤੌਰ ਤੇ ਹੋਈ ਹੋਵੇ, ਉਹਨੂੰ ਆਪਾਂ ਕਿਵੇਂ ਕੱਟ ਸਕਦੇ ਹਾਂ ਕਿ ਇਹ ਹੋਇਆ ਹੀ ਨਹੀਂ ਹੋਣਾ। ਸੋ ਇਸ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਦੇ ਤਾਂ ਹੁਣ ਪਹਿਲਾਂ ਵੀ ਤੁਹਾਨੂੰ ਦੱਸਿਆ ਸੀ, ਬੇਰ ਸਾਹਿਬ ਗੁਰਦੁਆਰੇ 65 ਤੇ 71 ਦੀ ਲੜਾਈ ਤੋਂ ਪਹਿਲਾਂ ਖੂਨ ਨਿਕਲਿਆ ਸੀ ਬੇਰੀ 'ਚੋਂ, ਉੱਥੇ ਹੁਣ ਵੀ ਨਿਕਲਦਾ। ਕਈ ਚੀਜ਼ਾਂ ਹੁੰਦੀਆਂ, ਜਿਵੇਂ ਹਜੂਰ ਸਾਹਿਬ ਹੈ। ਹਜੂਰ ਸਾਹਿਬ 65 ਤੇ 71 ਦੀ ਲੜਾਈ 'ਚ ਬਾਜ ਆ ਕੇ ਜਦੋਂ ਬੈਠਿਆ ਸੀ, ਨਗਾਰੇ ਦੇ ਉੱਤੇ ਬਹਿ ਜਾਂਦਾ ਹੁੰਦਾ ਸੀ। ਉੱਥੋਂ ਦੇ ਪ੍ਰੇਮੀ ਦੱਸਦੇ ਨੇ ਜਦੋਂ ਕੋਈ ਪੰਥ ਤੇ ਸੰਕਟ ਆਉਣਾ, ਬਾਜ ਆ ਜਾਂਦਾ ਉਦੋਂ। ਇੱਥੇ ਖੂਨ ਨਿਕਲ ਆਉਂਦਾ। ਬਹੁਤ ਸਾਰੇ ਥਾਵਾਂ ਤੇ ਹੋਰ ਵੀ ਇਹ ਚੀਜ਼ਾਂ ਪ੍ਰਤੱਖ ਵੀ ਦੇਖਣ ਨੂੰ ਮਿਲਦੀਆਂ ਹਨ। ਕਿਰਤ ਭਏ ਸਭਾ ਨਰ ਸਾਰੇ, ਸਭਾ ਦੇ ਵਿੱਚ ਸੰਗਤ ਭਾਵ ਜਿਹੜੀ ਇਕੱਠੀ ਹੋਈ ਸੀ, ਸਾਰੇ ਬੰਦੇ ਭਾਵ ਹੁਣ ਸਭਾ ਤਾਂ ਉਹਦੀ ਹੋਈ ਸੀ, ਇਹ ਮਲਕ ਭਾਗੋ ਦੀ। ਉਹਦੇ ਵਿੱਚ ਸਾਰੇ ਜਾਣੇ ਬੜੇ ਹੈਰਾਨ ਹੋਏ ਦੇਖ ਕੇ। ਇਹ ਅਚਰਜ ਕਵ ਨਹੀਂ ਨਿਹਾਰੇ, ਇਹ ਤਾਂ ਬੜੀ ਹੈਰਾਨੀ ਦੀ ਗੱਲ ਹੈ, ਅਸੀਂ ਕਦੇ ਨਹੀਂ ਦੇਖੀ ਐਸੀ ਗੱਲ। ਅਸਨ ਵਿਖਾ ਤੇ ਰਕਤ ਨਿਕਾਸਾ, ਇਹ ਭੋਜਨ ਦੇ ਵਿੱਚੋਂ ਇਸ ਤਰ੍ਹਾਂ ਜਿਹੜਾ ਲਹੂ ਕੱਢਿਆ ਹੈ। ਕੀਨੋ ਇਕ ਤੇ ਦੂਧ ਪ੍ਰਕਾਸ਼ਾ, ਇੱਕ ਤੋਂ ਮਹਾਰਾਜ ਸੱਚੇ ਪਾਤਸ਼ਾਹ ਨੇ ਦੁੱਧ ਪ੍ਰਗਟ ਕਰ ਦਿੱਤਾ। ਇਹ ਗੁਰੂ ਸਾਹਿਬ ਲਈ ਕੋਈ ਖਾਸ ਗੱਲ ਨਹੀਂ ਹੁੰਦੀ। ਪੰਜਾ ਲਾਇਆ ਨਹੀਂ ਪੱਥਰ ਦੇ ਵਿੱਚ, ਪੱਥਰ ਨੂੰ ਮੋਮ ਬਣਾਤਾ ਮਹਾਰਾਜ ਸੱਚੇ ਪਾਤਸ਼ਾਹ ਨੇ। ਹੋਰ ਬਥੇਰਾ ਕੁਛ ਹੈ, ਕਿਹੜਾ ਇੱਕ ਪ੍ਰਮਾਣ ਆਪਣੇ ਪਾਸ। ਸਤਿਗੁਰੂ ਸੱਚੇ ਪਾਤਸ਼ਾਹ ਜੋ ਚਾਹਣ ਉਹ ਉਸੇ ਵਕਤ ਹੀ ਕਰ ਸਕਦੇ ਹਨ। ਦੋਹਰਾ ਪੀਰ ਭੂਰ ਭੌਨੰਗ ਭਰਿਓ, ਹੇਰਤ ਅਚਰਜ ਬਾਤ। ਸਾਰਾ ਘਰ ਭੀੜ ਨਾਲ ਭਰਿਆ ਹੋਇਆ ਹੈ। ਐਡਾ ਵੱਡਾ ਉਹਦਾ ਮਹਿਲ ਹੋਵੇਗਾ, ਦੇਖ ਕੇ ਸਾਰੀ ਦੁਨੀਆ ਆਸ਼ਚਰਜ ਹੋਈ ਹੈ ਆਸ਼ਚਰਜ ਬਾਤ ਨੂੰ। ਗੋਬਿੰਦ ਸਮਝਣ ਆਵਹੀ, ਦਿਸਤ ਹੈ ਵਿਖਿਆਤ। ਕਿਸੇ ਤਰੀਕੇ ਨਾਲ ਸਮਝ ਨਹੀਂ ਆਉਂਦੀ ਕਿਸੇ ਨੂੰ, ਇਹ ਤਾਂ ਗੱਲ ਸਾਹਮਣੇ ਪ੍ਰਗਟ ਹੀ ਨਜ਼ਰ ਆ ਰਹੀ ਹੈ। ਚੌਪਈ ਸ੍ਰੀ ਗੁਰੂ ਧਰਮ ਮੂਲ ਸੋ ਸਾਨੀ, ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਜੋ ਧਰਮ ਦੇ ਮੁੱਢ ਰੂਪ ਨੇ ਮਿਲੀ ਹੋਈ ਇਸ ਪ੍ਰਕਾਰ। ਬੋਲੇ ਪਰਮ ਮਨੋਹਰ ਬਾਣੀ, ਸੋ ਇਸ ਤਰ੍ਹਾਂ ਧਰਮ ਦੇ ਵਿੱਚ ਮਿਲੀ ਹੋਈ ਬਾਣੀ ਜਿਹੜੀ ਸੀ ਉਪਦੇਸ਼ ਰੂਪ, ਉਹ ਬੋਲੇ ਬਾਣੀ। ਬਹੁਤ ਨਰਨ ਕੋ ਸਰੋਨ ਤਲੀਨਾ, ਬਹੁਤ ਬੰਦਿਆਂ ਦਾ ਖੂਨ ਪੀਤਾ ਤੂੰ ਮਲਕ ਭਾਗੋ। ਏਕੋ ਬ੍ਰਹਮ ਭੋਜ ਤੈ ਕੀਨਾ, ਫਿਰ ਉਹਨੂੰ ਲੁਕਾਉਣ ਲਈ ਤੂੰ ਬ੍ਰਹਮ ਭੋਜ ਕੀਤਾ ਹੈ। ਏਕੇ ਅਜਬਤ ਪੁੰਨ ਪਲਾਈ, ਇਹ ਰੋਟੀ ਖਾਂਦਿਆਂ ਸਾਰ ਬੰਦੇ ਦੇ ਪਤਾ ਨਹੀਂ ਕਿੰਨੇ ਪੁੰਨ ਨਾਸ ਹੋ ਜਾਂਦੇ ਨੇ। ਇਹ ਜੀ ਭੈੜੀ ਰੋਟੀ ਤੇਰੀ ਖਾ ਕੇ ਭਗਤੀ ਵਿੱਚ ਕਿਸੇ ਦਾ ਮਨ ਕਿਵੇਂ ਟਿਕ ਸਕਦਾ। ਕਲਮਲ ਸੋ ਧਨ ਕਿਆ ਇਕਠਾਈ, ਇਹ ਤਾਂ ਕਲਮਲ ਤੋਂ ਭਾਵ ਪਾਪ ਕਰ ਕਰਕੇ ਪਾਪਾਂ ਨਾਲ ਇਹ ਪੈਸਾ ਇਕੱਠਾ ਕੀਤਾ ਇੱਕ ਥਾਂ ਤੇ। ਸੁਨੋ ਮਲਕ ਜਿਹ ਕੋ ਸੁਧ ਨਾਹੀ, ਸੁਨੋ ਮਲਕ ਜੀ, ਜਿਨ੍ਹਾਂ ਲੋਕਾਂ ਨੂੰ ਇਸ ਗੱਲ ਦੀ ਨਹੀਂ ਸੁੱਧ ਖਬਰ, ਸੋ ਇਹ ਸਰੋਨ ਤਹਿਤ ਕਰ ਖਾਹੀ। ਉਹ ਲੋਕ ਤੇਰੀ ਇਹ ਖੂਨ ਵਾਲੀ ਰੋਟੀ ਖਾਂਦੇ, ਤੇਰਾ ਭੋਜਨ ਖਾਂਦੇ ਚਮਚੇ ਭਰ ਕੇ ਸਵਾਦ ਲੈ ਕੇ, ਜਿਨ੍ਹਾਂ ਬੰਦਿਆਂ ਨੂੰ ਇਸ ਗੱਲ ਦਾ ਗਿਆਨ ਨਹੀਂ ਹੈ। ਤਪੀਨ ਤਪ ਸਿਜ ਹੈ ਇਹ ਖਾਏ, ਇਹਦੇ ਨਾਲ ਜਿਹੜਾ ਤਪੀ ਨੇ ਵੱਡੇ ਉਹਨਾਂ ਦਾ ਤਾਪ ਨਾਸ ਹੋ ਜਾਂਦਾ, ਕਿਉਂਕਿ ਇਹ ਖੂਨ ਹੈ। ਸੋ ਜਿਸ ਤਰ੍ਹਾਂ ਪਹਿਲਾਂ ਵੀ ਇਤਿਹਾਸ ਵਿੱਚ ਦੱਸਿਆ ਗਿਆ, 10ਵੇਂ ਪਾਤਸ਼ਾਹ ਦੀ ਕਥਾ 'ਚ ਵੀ ਆਇਆ, ਅੱਗੇ ਵੀ ਆਵੇਗਾ। ਜਦੋਂ ਇੱਕ ਵਾਰ ਸ੍ਰੀ ਅਨੰਦਪੁਰ ਸਾਹਿਬ ਬੇਨਤੀ ਕੀਤੀ ਸੰਗਤ ਨੇ, ਸਿੰਘਾਂ ਨੇ, ਮਹਾਰਾਜ ਇਹ ਕੇਸ ਜਿਹੜੇ ਰਖਾਏ, ਖਾਲਸੇ ਨੂੰ ਕੇਸਾਂ ਦੀ ਦਾਤ ਬਖਸ਼ੀ, ਇਹ ਲੋਕ ਕਟਾਉਣ ਲੱਗੇ। ਇਹ ਕੇਸ ਤਾਂ ਪ੍ਰਮਾਤਮਾ ਵੱਲੋਂ ਪਹਿਲਾਂ ਤੋਂ ਰਿਸ਼ੀਆਂ ਮੁਨੀਆਂ ਅਵਤਾਰਾਂ ਪੀਰਾਂ ਪੈਗੰਬਰਾਂ ਦੇ ਸਿਰ ਤੇ ਸੀ। ਇਹ ਕੇਸ ਫਿਰ ਕਦੋਂ ਕੱਟਣ ਲੱਗੇ, ਮਹਾਰਾਜ ਨੇ ਦੱਸਿਆ ਅੱਜ ਤੋਂ
ਉਦੋਂ ਮਹਾਰਾਜ ਜੀ ਦੱਸਿਆ, ਕਹਿੰਦੇ 2500 ਸਾਲ ਪਹਿਲਾਂ ਇਹ ਰਾਜਾ ਆਨੰਦ ਹੋਇਆ। ਇੱਕ ਸ਼ੂਦਰ ਸੀਗਾ ਉਹਨੂੰ ਇਹ ਖਤਰਾ ਸੀ ਰਾਜ ਚੰਗਾ ਭਲਾ ਚੱਲਦਾ ਹੈ, ਕਿਤੇ ਬ੍ਰਾਹਮਣ ਮੰਤਰ ਪੜ੍ਹ ਕੇ ਬਰਨੀਆਂ ਫੇਰ ਕੇ ਕਿਤੇ ਮੇਰਾ ਰਾਜ ਨਾ ਨਸ਼ਟ ਕਰ ਦੇਣ। ਇਸ ਤਰ੍ਹਾਂ ਉਹਨੇ ਕੀ ਕੀਤਾ, ਉਹਨੇ ਇੱਕ ਸਿਆਣੇ 2-4 ਬ੍ਰਾਹਮਣ ਬੁਲਾ ਕੇ ਪੁੱਛਿਆ ਵੀ ਇਹ ਮੰਤਰ ਜਿਹੜਾ ਇਹ ਨਿਸਫਲ ਕਿਵੇਂ ਹੁੰਦਾ। ਉਹ ਕਹਿੰਦੇ ਜੀ ਜੇ ਕੋਈ ਬੰਦਾ ਨਾ ਕੇਸ ਆਪਣੇ ਕੱਟ ਲਵੇ ਨਾ ਉਹਦਾ ਮੰਤਰ ਨਿਸਫਲ ਹੋ ਜਾਂਦਾ। ਤਦੋਂ ਤੋਂ ਫਿਰ ਇਹ ਰੀਤੀ ਉਹਨੇ ਚਲਵਾਈ ਸੀ, ਪਕੜ ਕੇ ਜ਼ਬਰਦਸਤੀ ਬਹੁਤ ਲੋਕਾਂ ਦੇ ਕੇਸ ਕੱਟ ਦਿੱਤੇ ਸੀ। ਉੱਥੋਂ ਦੇਖਾ ਦੇਖੀ ਫਿਰ ਸਾਰਿਆਂ ਦੇ ਕਟਵਾ ਦਿੱਤੇ ਸੀ, ਬੋਦੀਆਂ ਰਖਾਤੀਆਂ। ਇਸੇ ਤਰ੍ਹਾਂ ਹੀ ਤੰਬਾਕੂ ਬਾਰੇ ਜ਼ਿਕਰ ਚੱਲਿਆ 10ਵੇਂ ਪਾਤਸ਼ਾਹ ਕੋਲੇ। ਮਹਾਰਾਜ ਸੱਚੇ ਪਾਤਸ਼ਾਹ ਨੇ ਕਿਹਾ ਸੀ ਇਹ ਸਾਖੀ ਤਾਂ ਲੰਬੀ ਆ। ਸਤਿਗੁਰੂ ਕਹਿਣ ਲੱਗੇ ਜਦੋਂ ਜਮਦਗਨੀ ਰਿਸ਼ੀ ਹੋਇਆ ਇੱਕ ਸਹੰਸਰ ਬਾਹੂ ਰਾਜਾ, ਇਹ ਸਾਂਢੂ ਸੀ ਆਪਸ ਵਿੱਚ। ਜਦੋਂ ਜਮਦਗਨੀ ਰਿਸ਼ੀ ਨੇ ਜੰਗਲ ਵਿੱਚ ਕਾਮਧੇਨ ਗਊ ਪ੍ਰਗਟ ਕੀਤੀ ਆਪਦੀ ਕੁਟੀਆ 'ਚ ਮੰਤਰਾਂ ਦੇ ਬਲ ਨਾਲ, ਉਦੋਂ ਇਹਨੇ ਬਹੁਤ ਸਾਰੀ ਉਹਦੀ ਫੌਜ ਸਮੇਤ ਰੋਟੀ ਖਵਾਈ। ਸੋਨੇ ਦੇ ਥਾਲ, ਕਿਧਰੋਂ ਚਾਂਦੀ ਦੀ ਥਾਲ, ਕਿਧਰੋਂ ਇੰਨੀਆਂ ਚੀਜ਼ਾਂ। ਸਹੰਸਰ ਬਾਹੂ ਰਾਜਾ ਸੋਚਦਾ ਕਿ ਇਹ ਫਕੀਰ ਕੋਲ ਕਿੱਥੋਂ ਆ ਗਈਆਂ ਇੰਨੀ ਚੀਜ਼ਾਂ। ਜਦੋਂ ਝੌਂਪੜੀ 'ਚ ਆ ਕੇ ਦੇਖਿਆ ਗਊ ਖੜੀ ਹੈ, ਉਹ ਕਾਮਧੇਨ ਗਊ। ਬਈ ਤੂੰ ਕੀ ਕਰਨੀ ਹੈ, ਤੂੰ ਰਿਸ਼ੀ ਮੁਨੀ ਹੈ, ਮੈਨੂੰ ਦੇ ਦੇ। ਉਹ ਕਹਿਣ ਲੱਗਿਆ ਨਹੀਂ ਹੈ ਹੀ ਰਿਸ਼ੀਆਂ ਮੁਨੀਆਂ ਦੀ ਚੀਜ਼, ਤੂੰ ਨਹੀਂ ਲੈ ਸਕਦਾ। ਉਸ ਵਕਤ ਉਹਨੇ ਮੰਤਰਾਂ ਦੇ ਬਲ ਨਾਲ ਗਊ ਨੂੰ ਉੱਪਰ ਨੂੰ ਉਡਾ ਦਿੱਤਾ। ਉਹ ਜਦੋਂ ਗਊ ਉੱਪਰ ਨੂੰ ਉੱਡ ਰਹੀ ਸੀ ਤਾਂ ਇਹਨੇ ਪਿੱਛੋਂ ਤੀਰ ਮਾਰ ਦਿੱਤੇ। ਸਹੰਸਰ ਦਾ ਮਤਲਬ 1000 ਬਾਹੂ, 1000 ਬਾਹਾਂ ਵਾਲਾ ਬਲ ਸੀ ਇਹਦੇ ਵਿੱਚ, ਇੰਨਾ ਤਾਕਤਵਰ ਰਾਜਾ ਸੀ। ਉਹ ਗਊ ਦੇ ਲੱਗਣ ਕਰਕੇ ਪੈਰ ਦੇ ਵਿੱਚ ਕਹਿੰਦੇ ਖੂਨ ਨਿਕਲਿਆ, ਬੋਟੀਆਂ ਡਿੱਗੀਆਂ ਮਾਸ ਦੀਆਂ। ਇਹ ਆ ਜਿਹੜਾ ਨਹੁੰ ਜੇ ਡਿੱਗੇ ਉਹਦੇ ਉਸ ਵਕਤ, ਉਹਦੇ ਤੋਂ 3 ਚੀਜ਼ਾਂ ਪ੍ਰਗਟ ਹੋਈਆਂ। ਖੂਨ ਤੋਂ ਤੰਬਾਕੂ ਪੈਦਾ ਹੋਇਆ ਸੀ, ਇਹ ਬੂਟੀ ਬਣੀ ਉਦੋਂ। ਇਸ ਤਰ੍ਹਾਂ ਹੀ ਬੋਟੀਆਂ ਤੋਂ ਮਸਰੀ ਦਾਲ ਆਦਿਕ ਕਹਿੰਦੇ ਨੇ, ਨੌਹਾਂ ਤੋਂ ਲਸਣ ਆਦਿਕ ਦੀ ਪੈਦਾਇਸ਼ ਹੋਈ ਹੈ। ਇਸ ਕਰਕੇ ਇਹ 3 ਚੀਜ਼ਾਂ ਆਮ ਤੌਰ 'ਤੇ ਜਿਹੜੀਆਂ ਨੇ, ਇਹਨਾਂ ਵਿੱਚੋਂ ਸਖਤੀ ਨਾਲ ਲਾਗੂ ਹੋਈ ਤੰਬਾਕੂ। ਇਹਦੀ ਵਰਤੋਂ ਮਹਾਰਾਜ ਕਹਿੰਦੇ ਨਹੀਂ ਕਰਨੀ ਖਾਲਸੇ ਨੇ, ਕਿਉਂਕਿ ਇਹ ਗਊ ਦਾ ਖੂਨ ਹੈ। ਇਸ ਕਰਕੇ ਇਹ ਹਿੰਦੂ ਮਤ ਦੇ ਗ੍ਰੰਥਾਂ ਦੇ ਵਿੱਚ ਲਿਖਿਆ ਹੋਇਆ, ਪੜ੍ਹ ਵੀ ਸਕਦੇ ਆ ਸਾਰੇ ਜਾਣੇ, ਕੋਈ ਇਹਦੇ 'ਤੇ ਕਿੰਤੂ ਵਾਲੀ ਗੱਲ ਨਹੀਂ। ਜਦੋਂ ਅਸੀਂ ਹਿੰਦੂ ਵੀਰਾਂ ਨੂੰ ਦੱਸਦੇ ਹਾਂ ਗੱਲ ਬਈ ਇਹ ਗਊ ਦਾ ਖੂਨ ਹੈ, ਬਹੁਤ ਸਾਰਿਆਂ ਨੇ ਫਿਰ ਤੰਬਾਕੂ ਛੱਡ ਹੀ ਦਿੱਤਾ। ਕਹਿੰਦੇ ਫਿਰ ਅਸੀਂ ਕਿਉਂ ਪੀਏ ਇਸ ਚੀਜ਼ ਨੂੰ। ਇਸ ਤਰ੍ਹਾਂ ਫਿਰ ਬਹੁਤ ਸਾਰੀ ਚੀਜ਼ਾਂ, ਲਸਣ ਆਦਿਕ ਜਿਵੇਂ ਲੰਗਰ ਵਿੱਚ ਪਹਿਲਾਂ ਮਨ੍ਹਾ ਹੁੰਦਾ ਸੀ, ਤਾਂ ਹੁਣ ਹੌਲੀ ਹੌਲੀ ਬਹੁਤ ਸਾਰੇ ਇਹਨੂੰ ਖਾਣ ਵੀ ਲੱਗੇ ਨੇ। ਪਰ ਗ੍ਰਸਤੀਆਂ ਨੂੰ ਆਮ ਤੌਰ 'ਤੇ ਨਹੀਂ, ਬਹੁਤ ਹੀ ਜ਼ਿਆਦਾ ਸਖਤੀ ਮਹਾਰਾਜ ਨੇ ਇਹਦੇ 'ਤੇ ਕੀਤੀ ਆ ਕਿ ਇਹ ਜਿਹੜਾ ਤੰਬਾਕੂ ਹੈ ਇਹ ਪੁੰਨ ਜਿਹੜੇ ਸਾਡੇ ਇਹਨਾਂ ਨੂੰ ਨਸ਼ਟ ਕਰਦਾ, ਕਿਉਂਕਿ ਖੂਨ ਤੋਂ ਬਣੀ ਚੀਜ਼। ਇਹ ਚੀਜ਼ਾਂ ਪਿਛਲੇ ਇਤਿਹਾਸ ਵਿੱਚ ਆਈਆਂ, ਮਹਾਰਾਜ ਨੇ ਦੱਸੀਆਂ 10ਵੇਂ ਪਾਤਸ਼ਾਹ ਨੇ। ਇੱਥੇ ਵੀ ਇਹੀ ਚੀਜ਼ ਮਹਾਰਾਜ ਕਹਿੰਦੇ ਇਹ ਜਿਹੜੀ ਰੋਟੀ ਆ ਇਹ 'ਚੋਂ ਖੂਨ ਨਿਕਲਦਾ, ਭਾਵ ਕਿ ਇਹ ਰੋਟੀ ਆ ਹੱਕ ਪਰਾਇਆ ਨਾਨਕਾ ਉਸ ਸੂਅਰ ਉਸ ਗਾਏ, ਗੁਰ ਪੀਰ ਹਾਮਾ ਤਾਂ ਭਰੇ ਜਾਂ ਮੁਰਦਾਰ ਨਾ ਖਾਏ। ਇਸ ਤਰ੍ਹਾਂ ਇਹ ਖੂਨ ਵਾਲੀ ਰੋਟੀ ਮਹਾਰਾਜ ਕਹਿੰਦੇ ਖਾ ਕੇ ਬੜੇ ਬੜੇ ਜਿਹੜੇ ਤਪ ਕਰਨ ਵਾਲੇ ਤਪੀ ਨੇ ਉਹਨਾਂ ਦਾ ਤਪ ਨਾਸ ਹੋ ਜਾਂਦਾ। ਧਿਆਨੀ ਧਿਆਨ ਨਾ ਲਗਹਿ ਲਗਾਏ। ਫਿਰ ਜਿਹੜੇ ਧਿਆਨੀ ਬੰਦੇ ਨੇ ਉਹ ਧਿਆਨ ਲਾਉਣ ਬੈਠਣ, ਉਹਨਾਂ ਦਾ ਧਿਆਨ ਨਹੀਂ ਲੱਗਦਾ। ਮਾੜੇ ਘਰ ਦੀ ਰੋਟੀ, ਜਿਵੇਂ ਭਗਤ ਰਵਿਦਾਸ ਜੀ ਨੂੰ ਕਿਹਾ ਸੀ ਰਾਮਾਨੰਦ ਜੀ ਨੇ, ਸਾਰੇ ਸ਼ਹਿਰ ਤੋਂ ਮੰਗ ਕੇ ਲਿਆਉਣਾ ਥੋੜ੍ਹਾ ਥੋੜ੍ਹਾ ਆਟਾ ਦਾਲਾਂ, ਪਰ ਉਹਦੇ ਸੇਠਾਂ ਦਾ ਘਰ ਨਾ ਲਾਗੇ, ਇੱਥੋਂ ਨਾ ਮੰਗੀ, ਕਿਉਂਕਿ ਇਹਨਾਂ ਦਾ ਸਾਰਾ ਟੱਬਰੀ ਮਾੜੇ ਕੰਮਾਂ 'ਚ ਲੱਗਿਆ। ਪੈਸਾ ਜ਼ਿਆਦੇ ਆ, ਕਰਾਈਤੀਏ ਲੋਕ ਨੇ ਇਹ, ਨਾ ਇਹਨਾਂ ਦੇ ਬੰਦੇ ਚੰਗੇ ਆ, ਨਾ ਇਸਤਰੀਆਂ ਚੰਗੀਆਂ, ਖਾਣੇ ਪੀਣੇ ਮਾੜੇ ਆ। ਇਹਨਾਂ ਤੋਂ ਕਦੇ ਨਹੀਂ ਲਿਆਉਣਾ ਇੱਥੋਂ ਫੜ ਕੇ ਆਟਾ ਦਾਲ। ਉਹ ਹੋਇਆ ਐਸਾ ਕਿ ਬਰਸਾਤ ਬਹੁਤ ਜ਼ਿਆਦਾ, ਪਾਣੀ ਬਹੁਤ ਖੜ੍ਹ ਗਿਆ ਗਲੀਆਂ 'ਚ, ਸੋ ਇਹ ਸੇਠ ਦੇ ਘਰ ਮੂਹਰੇ ਤਿਲਕ ਕੇ ਡਿੱਗ ਪਏ। ਉਸ ਵਕਤ ਸੇਠ ਬਾਹਰ ਹੀ ਖੜਾ ਸੀ, ਕਹਿਣ ਲੱਗਿਆ ਭਗਤ ਜੀ ਕਿੱਥੇ ਜਾਓਗੇ, ਥਾਂ ਥਾਂ ਦੇ ਉੱਤੇ ਅੱਜ ਸਾਡੇ ਘਰੋਂ ਹੀ ਲੈ ਜਾਓ ਸਾਰਾ ਆਟਾ ਦਾਲ। ਉਹ ਗੱਲ ਭੁੱਲ ਕੇ ਰਾਮਾਨੰਦ ਜੀ ਦੀ ਆਟਾ ਤੇ ਦਾਲਾਂ ਉੱਥੋਂ ਹੀ ਚੁੱਕ ਲਿਆਂਦੀਆਂ। ਜਦ ਬਣਾਇਆ ਪ੍ਰਸ਼ਾਦਾ ਛਕਾਇਆ, ਉਸ ਵਕਤ ਕਹਿੰਦੇ ਰਾਮਾਨੰਦ ਜੀ ਨੂੰ ਧਿਆਨ ਨਾ ਲੱਗੇ। ਧਿਆਨ ਹੁਣ ਕਿੱਥੇ ਲੱਗਣਾ ਸੀ, ਖੱਲਾਂ ਹੀ ਖੱਲਾਂ ਨਜ਼ਰ ਆਈ ਜਾਣ ਧਿਆਨ ਦੇ ਵਿੱਚ, ਕਿਉਂਕਿ ਮਾੜੀ ਰੋਟੀ ਖਾਧੀ ਸੀ। ਇਸ ਕਰਕੇ ਖੱਲਾਂ ਕਰਕੇ
ਮੁੱਖ ਦੇ ਵਿੱਚੋਂ ਵਾਕ ਨਿਕਲ ਗਿਆ ਐਸਾ, ਇਹ ਚਮੇਰਾ ਕਿੱਥੋਂ ਲੈ ਕੇ ਆਇਆ? ਕਹਿੰਦੇ ਮਹਾਰਾਜ ਜੀ ਜਿੱਥੋਂ ਤੁਸੀਂ ਮਨਾ ਕੀਤਾ ਸੀ ਉਹ ਜ਼ਿਆਦਾ ਹੀ ਮਗਰ ਪੈ ਗਿਆ ਸੇਠ ਮੇਰੇ। ਕਹਿੰਦੇ ਬਹੁਤ ਮਾੜਾ ਕੀਤਾ। ਉਦੋਂ ਪਿਛਲਾ ਜਨਮ ਸੀ ਇਹ ਸੰਨਿਆਸੀ ਦਾ, ਸੰਨਿਆਸੀ ਜੀ ਹੁੰਦੇ ਸੀ ਉਦੋਂ। ਉਹ ਸੁਤੇ ਸਿੱਧ ਗੁਰੂ ਦਾ ਵਾਕ ਹੋਣ ਕਰਕੇ ਕਰਨਾ ਤਾਂ ਭਲਾ ਹੀ ਸੀ ਕਿਸੇ ਕੌਮ ਦਾ, ਭਲੇ ਵਾਸਤੇ ਹੀ ਫਿਰ ਹੋਰ ਕੌਮ ਦੇ ਵਿੱਚ ਆਉਣਾ ਪਿਆ। ਕੀਤਾ ਤਾਂ ਭਲਾ ਹੀ ਹੈ ਸਾਰਿਆਂ ਦਾ ਆ ਕੇ। ਰੱਬੀ ਰੂਹ ਸੀਗੀ, ਬੜੀ ਕਮਾਈ ਸੀ ਕਈ ਜਨਮਾਂ ਦੀ, ਔਰ ਬੜੇ ਤਿਆਗੀ ਵਿਰਾਗੀ ਭਗਤੀ ਵਾਲੇ ਨਾਮ ਰਸੀਏ, ਬਹੁਤ ਸੁੰਦਰ ਬਾਣੀ ਜਿਨ੍ਹਾਂ ਨੇ ਉਚਾਰਨ ਕੀਤੀ। ਇਸ ਤਰ੍ਹਾਂ ਧਿਆਨੀਆਂ ਦਾ ਧਿਆਨ ਟੁੱਟਦਾ ਮਾੜੀ ਰੋਟੀ ਖਾਣ ਨਾਲ। ਜੈਸਾ ਅੰਨ ਤੈਸਾ ਮਨ, ਤਾਈਓ ਕਿਹਾ। ਹੁਣ ਜੇ ਕੋਈ ਕਹੇ ਮੈਂ ਮੀਟ ਆਂਡੇ ਖਾ ਕੇ ਸ਼ਰਾਬ ਪੀ ਕੇ ਧਿਆਨ ਜੋੜ ਲੂੰਗਾ ਰੱਬ ਦੇ ਵਿੱਚ, ਉਹਦੀ ਕਦਾਚਿਤ ਸਮਾਧੀ ਨਹੀਂ ਲੱਗਦੀ। ਜੇ ਕਿਸੇ ਦੀ ਸਮਾਧੀ ਜੁੜੀ ਹੈ, ਜੇ ਕਿਸੇ ਦੇ ਕੰਠ ਵਿੱਚ ਜਾਪ ਚੱਲਿਆ, ਮੂੰਹ 'ਚ ਮਿੱਠਾ ਰਸ ਆਇਆ, ਜੇ ਹਿਰਦੇ 'ਚ ਜਾਪ ਚੱਲਿਆ, ਨਾਭੀ 'ਚ ਚੱਲਿਆ, ਰੋਮਾਂ 'ਚ ਚੱਲਿਆ, ਉਹ ਆ ਕੇ ਸਾਨੂੰ ਮਿਲੋ, ਉਹ ਕਹੋ ਵੀ ਮੇਰੇ ਜਾਪ ਚੱਲਿਆ ਔਰ ਮੈਨੂੰ 10ਵੇਂ ਪਾਤਸ਼ਾਹ ਨੇ ਦਰਸ਼ਨ ਦਿੱਤੇ ਨੇ, ਫਿਰ ਆਪਾਂ ਕਹਾਂਗੇ ਵੀ ਇਹ ਬੰਦਾ ਠੀਕ ਕਹਿੰਦਾ, ਆਪਾਂ ਇਹਦੇ ਮਗਰ ਲੱਗ ਜਾਈਏ। ਕਿਉਂਕਿ ਰੱਬ ਤਾਂ ਫਿਰ ਇਹੋ ਜਿਹੇ ਬੰਦਿਆਂ ਨੂੰ ਮਿਲਦਾ ਨਹੀਂ, ਮਿਲਦਾ ਨਾ ਕਿਸੇ ਦਾ ਜਾਪ ਚੱਲਦਾ, ਨਾ ਰਸ ਆਉਂਦਾ, ਨਾ ਗਾਗਰਤਾ ਬਣਦੀ ਹੈ। ਕਿਉਂਕਿ ਗਲਤ ਖਾਣਾ ਤਾਂ ਇੱਥੋਂ ਤੱਕ ਆ, ਦੇਖ ਲਓ, ਗਲਤ ਢੰਗ ਨਾਲ ਕਮਾਈ ਹੋਈ ਜਿਹੜੀ ਆ ਰੋਟੀ, ਉਹੀ ਨਹੀਂ ਧਿਆਨ ਲੱਗਣ ਦਿੰਦੀ, ਮਨੋਬਿਰਤੀਆਂ ਜੁੜਦੀਆਂ ਨੇ। ਫਿਰ ਲੋਕ ਜਦੋਂ ਆ ਕੇ ਕਹਿੰਦੇ ਨੇ ਬਾਣੀ ਪੜ੍ਹਦੇ ਆ, ਪਾਠ ਕਰਦੇ, ਮਨ ਨਹੀਂ ਟਿਕਦਾ, ਕੋਈ ਤਾਂ ਗੜਬੜ ਹੈ ਵਿੱਚ ਜਿਹੜਾ ਮਨ ਨਹੀਂ ਟਿਕਦਾ। ਨਹੀਂ ਤਾਂ ਜੇ ਹੱਕ ਹਲਾਲ ਦੀ ਰੋਟੀ ਹੋਵੇ ਮਨ ਕਿਉਂ ਨਹੀਂ ਟਿਕਦਾ? ਵਿੱਚ ਤਾਂ ਗੱਲ ਹੁੰਦੀ ਕੋਈ ਨਾ ਕੋਈ। ਇਸ ਕਰਕੇ ਸਾਰਾ ਕੁਝ ਦੇਖਣਾ ਪੈਂਦਾ, ਕਿਤੇ ਨਾ ਕਿਤੇ ਕੋਈ ਨਾ ਕੋਈ ਕੁਤਾਹੀ ਹੁੰਦੀ। ਸੋ ਜੇ ਬਿਲਕੁਲ ਹੱਕ ਦੀ ਕਮਾਈ ਖਾਵੇ, ਬਹੁਤ ਸ਼ੁੱਧ ਹੋਵੇ ਸਾਰਾ ਕੁਝ, ਤਾਂ ਇਹਦੇ 'ਚ ਬਹੁਤ ਸਾਰੀਆਂ ਚੀਜ਼ਾਂ ਆ ਜਾਂਦੀਆਂ, ਤਾਂ ਵਿਸਥਾਰ ਕਰਨਾ ਹੀ ਬੜਾ ਔਖਾ, ਤਾਂ ਫਿਰ ਮਨ ਦੀ ਇਕਾਗਰਤਾ ਨਹੀਂ ਹੁੰਦੀ। ਤਾਈਓ ਗੁਰੂ ਨਾਨਕ ਦੇਵ ਜੀ ਕਹਿ ਰਹੇ ਨੇ ਕਿ ਨਾ ਗਿਆਨੀਆਂ ਦਾ ਗਿਆਨ ਬਣੇ, ਨਾ ਧਿਆਨੀਆਂ ਦਾ ਧਿਆਨ ਬਣੇ, ਨਾ ਫਿਰ ਕਿਸੇ ਦਾ ਤਪੀ ਦਾ ਤਪ ਰਹੇ। ਆਵਤ ਮਨ ਕੋ ਕਰਤ ਮਲੀਨਾ, ਇਹ ਚੀਜ਼ਾਂ ਮਨ ਨੂੰ ਖਾਂਦਿਆਂ ਖਾਂਦਿਆਂ ਮਲੀਨ ਕਰ ਦਿੰਦੀਆਂ, ਮੈਲਾ ਕਰ ਦਿੰਦੀਆਂ। ਕਿਉਂਕਿ ਮੈਲਾ ਖਾ ਕੇ ਜਿਹੜਾ ਬੰਦਾ ਮੈਲਾ ਹੀ ਹੋ ਜਾਂਦਾ, ਤਾਂ ਤੇ ਮਨ ਮੈਲਾ ਹੋ ਜਾਂਦਾ। ਹਰ ਜਸ ਰੰਗ ਨ ਚੜ੍ਹੈ ਨਵੀਨਾ, ਜਿਹੜਾ ਹਰੀ ਦੇ ਜਸ ਦਾ ਰੰਗ ਹੈ, ਨਵੀਨ ਰੰਗ, ਨਵਾਂ ਰੰਗ, ਉਹ ਨਹੀਂ ਚੜ੍ਹਦਾ ਮਨ ਨੂੰ। ਕਿਉਂਕਿ ਮਨ ਨੂੰ ਰੰਗ ਤਾਂ ਚੜ੍ਹਦਾ ਜੇ ਮਨ ਦੇ ਉੱਤੇ ਬਿਲਕੁਲ ਪਵਿੱਤਰਤਾ ਹੋਵੇ। ਦੋਹਰਾ ਸੁਧ ਜਿਨ ਕੈ ਹਿਰਦੈ ਵੇਖੈ, ਸੋ ਕੋ ਸਰੋਣਤ ਪੀਆ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਿਹਨੂੰ ਮਲਕ ਭਾਗੋ ਇਹ ਖਬਰ ਹੈ ਇਸ ਗੱਲ ਦੀ ਕਿ ਇਹ ਖੂਨ ਹੈ, ਖੂਨ ਦੀ ਰੋਟੀ ਹੈ ਤੇਰੀ, ਖੂਨ ਨਾਲ ਲਿਬੜੀ ਹੋਈ ਆ, ਉਹ ਕਿਉਂ ਪੀਊਗਾ ਇਹ ਖੂਨ? ਇਹ ਤਾਂ ਜਿਹੜੇ ਬੰਦਿਆਂ ਨੂੰ ਪਤਾ ਨਹੀਂ ਉਹੀ ਇਸ ਪਾਸੇ ਜਾਂਦੇ ਹਨ। ਪੁਨਹੀਨ ਨਿਜ ਕਿਉਂ ਕਰੈ, ਸਮਝ ਦੇਖੀਏ ਹੀ ਆ। ਉਹ ਫਿਰ ਇਸ ਕਰਕੇ ਜਾਣ ਵੀ ਪੁੰਨਾਂ ਨੂੰ ਨਾਸ ਕਿਉਂ ਕਰੂ ਬੰਦਾ ਆਪਣਿਆਂ ਨੂੰ, ਅਤੇ ਸਮਝ ਦੇਖੀਏ ਹੀ, ਆਪਣੇ ਦਿਲ ਤੋਂ ਵਿਚਾਰ ਕੇ ਦੇਖ ਵੀ ਇਹੋ ਜਿਹੀ ਰੋਟੀ ਖਾ ਕੇ ਬੰਦਾ ਆਪਦੇ ਪੁੰਨ ਕਿਉਂ ਨਾਸ ਕਰੂਗਾ, ਬੰਦਾ ਭਗਤੀ ਕਿਉਂ ਨਾ ਕਰੂਗਾ। ਬਹੁਤ ਸਮਝਦਾਰੀ ਦੇ ਨਾਲ ਮਹਾਰਾਜ ਨੇ ਸਮਝਾ ਦਿੱਤਾ। ਜੋ ਪਈ ਅਸਨ ਬਲੋਕਹ ਸ਼ੂਦਰ ਧਾਮੂ, ਆ ਸ਼ੂਦਰ ਦੇ ਘਰ ਦੀ ਰੋਟੀ ਦੇਖੀ, ਜਿਹਨੂੰ ਤੂੰ ਕਹਿਣਾ ਇਹ ਸ਼ੂਦਰ ਹੈ, ਸ਼ੂਦਰ ਹੈ, ਇਹਦੇ ਘਰ ਦੀ ਰੋਟੀ ਦੇਖ। ਨਿਕਸਤ ਪੈ ਜਿਹਤੇ ਅਭਿਰਾਮੂ, ਜਿਹਦੇ ਵਿੱਚੋਂ ਬੜਾ ਹੀ ਸੁੰਦਰ ਸਵਾਦ ਦੁੱਧ ਨਿਕਲ ਰਿਹਾ, ਮਿੱਠਾ। ਬ੍ਰਹਮ ਭੋਜ ਹੋਵਤ ਨਿਤ ਇਨਕੇ, ਬ੍ਰਹਮ ਭੋਜ ਤਾਂ ਗਰੀਬ ਦੇ ਘਰੇ ਹੁੰਦਾ, ਜਿੱਥੇ ਹੱਕ ਦੀ ਰੋਟੀ, ਹਲਾਲ ਦੀ ਰੋਟੀ। ਔਰ ਇਸੇ ਪ੍ਰਕਾਰ ਜਿਹੜਾ ਰੋਜ਼ ਨਿਯਮ ਭਗਤੀ ਕਰਨੀ, ਅੰਮ੍ਰਿਤ ਵੇਲੇ ਉੱਠਣਾ, ਦਸਾਂ ਨੌਂ ਦੀ ਕਿਰਤ ਕਰਨੀ ਹੈ, ਗਰੀਬਾਂ ਨੂੰ ਦੇਣਾ। ਔਰ ਇਹ ਗਰੀਬ ਆਦਮੀ ਦੀ ਤੂੰ ਕਹਿਣਾ ਇਹਦੇ ਘਰ ਰੋਟੀ ਨਹੀਂ, ਇਹ ਤਾਂ ਬ੍ਰਹਮ ਭੋਜ ਹੈ। ਕਰੋ ਆਹਾਰ ਸਦਨ ਹੋ ਜਿਨਕੇ, ਮੈਂ ਜਿਨ੍ਹਾਂ ਦੇ ਘਰ ਜਾ ਕੇ, ਕਿਉਂਕਿ ਮੈਨੂੰ ਪਤਾ ਹੈ, ਇਸੇ ਕਰਕੇ ਮੈਂ ਇਹਨਾਂ ਦੇ ਘਰ ਭੋਜਨ ਕਰਦਾ ਹਾਂ। ਨਿਜ ਘਰ ਟਹਿਲ ਦਿਵਸ ਮਹਿ ਕਰਹੀ, ਸੋ ਆਪਣੇ ਘਰ ਹੱਥਾਂ ਦੇ ਨਾਲ ਸਾਰਾ ਦਿਨ ਕੰਮ ਕਰਦਾ ਏ ਭਾਈ। ਬਿਰਤ ਨ ਕਲਮਲ ਕੀ ਉਰ ਧਰਹੀ, ਫਿਰ ਇਸ ਬੰਦੇ ਦੀ ਬਿਰਤੀ ਇੰਨੀ ਵਧੀਆ ਉਪਜੀਵਕਾ ਇਹਦੀ ਪਾਪਾਂ ਦੀ ਨਹੀਂ ਹੈ। ਕਰ ਮਿਹਨਤ ਸੋ ਹਾਥ ਕਮਾਈ, ਇਹ ਹੱਥਾਂ ਨਾਲ ਕਮਾਈ ਕਰਦਾ, ਮਿਹਨਤ ਕਰਦਾ, ਫਿਰ ਇਹ ਆਪਣੇ ਹੱਥਾਂ ਨਾਲ ਸੇਵਾ ਵੀ ਕਰਦਾ ਹੈ। ਬਹੁਰ ਅਥਿਤ ਕੋ ਦੇ ਤਖਾਈ, ਫਿਰ ਆਏ ਗਏ ਨੂੰ ਪਹਿਲਾਂ ਖਵਾਉਂਦਾ, ਬਾਅਦ ਵਿੱਚ ਆਪ ਖਾਂਦਾ ਹੈ।
ਇਹ ਗੁਰਸਿੱਖਾਂ ਦੇ ਅਸੂਲ ਹਨ। ਇਸ ਸੱਚਵੇ ਔਰ ਨਿਰਮਲ ਹੋਵੇ ਹੈ। ਇਹਨੂੰ ਖਾਣ ਦੇ ਨਾਲ ਜਿਹੜਾ ਮਨ ਹੁੰਦਾ ਬੰਦੇ ਦਾ ਉਹ ਨਿਰਮਲ ਹੋ ਜਾਂਦਾ ਹੈ। ਜਨਮ ਜਨਮ ਮਲ ਜਲ ਸਮ ਧੋਵੈ ਹੈ। ਜਨਮਾਂ ਜਨਮਾਂਤਰਾਂ ਦੀ ਮੈਲ ਜਿਹੜੀ ਆ ਨਾ ਜਲ ਸਮ ਧੋਵੈ। ਸੋ ਸੰਤ ਜਨਾਂ ਦਾ ਤਾਂ ਰੁੱਖਾ ਦਾਣਾ ਹੀ ਚੰਗਾ। ਸੰਤ ਜਨ ਮਹਾਤਮਾ ਤਾਂ ਜੇ ਰੋਟੀ ਦਾ ਟੁਕੜਾ ਉਹੀ ਚੁੱਕ ਕੇ ਦੇ ਦੇਣ ਉਹ ਵੀ ਪ੍ਰਸ਼ਾਦ ਬਣ ਜਾਂਦਾ। ਕਰਤਾ ਹੈ ਕਿੱਠੀ ਕਲਖ ਕਮਾਈ। ਇਹ ਤੂੰ ਜਿਹੜੀ ਕਲਯੁਗ ਦੇ ਵਿੱਚ ਬਹੁਤ ਭਾਰੀ ਪਾਪਾਂ ਦੀ ਕਮਾਈ ਇਕੱਠੀ ਕੀਤੀ ਹੈ। ਕੀਰਤ ਕਾਰਨ ਨਰਨ ਖਵਾਈ। ਆਪਣੀ ਮਹਿਮਾ ਵਾਸਤੇ ਰੋਟੀ ਖਵਾਈ ਦੁਨੀਆ ਨੂੰ ਵੀ ਲੋਕ ਕਹਿਣ ਮਲਕ ਭਾਗੋ ਬੜਾ ਦਾਨੀ ਹੈ, ਪੁੰਨੀ ਹੈ, ਪਰਉਪਕਾਰੀ ਹੈ, ਇਹਦੇ ਵਰਗਾ ਕੋਈ ਬੰਦਾ ਨਹੀਂ ਹੋ ਸਕਦਾ। ਪਾਪ ਸੁਭਾਵ ਤਾਂ ਨਿਜ ਮਨ ਮਾਹੀ। ਜਿਹੜੇ ਪਾਪ ਕੀਤੇ ਨੇ ਤੂੰ ਆਪਣੇ ਮਨ ਦੇ ਅੰਦਰ ਛੁਪਾ ਰਿਹਾ ਹੈ ਇਹਨਾਂ ਨੂੰ। ਨਹਿਨ ਸੁਨਾਏ ਦਿਖਾਵੇ ਕਾਹੀ। ਹੁਣ ਤੂੰ ਇਹ ਕਿਸੇ ਨੂੰ ਤਾਂ ਦਿਖਾਉਂਦਾ ਨਹੀਂ ਨਾ ਸੁਣਾਉਣਾ ਵੀ ਇਹਨੇ ਪਾਪ ਕਰਕੇ ਪੈਸੇ ਇਕੱਠੇ ਕੀਤੇ ਆ। ਕਿੱਕਰ ਬੀਜੋਂ ਧਰਤ ਮਝਾਰੀ। ਜਿਵੇਂ ਕੋਈ ਬੰਦਾ ਕਿੱਕਰ ਦੇ ਬੀਜ ਬੀਜਦਾ ਧਰਤੀ ਵਿੱਚ, ਉਗ ਲਗ ਕੰਟਕ ਦੇ ਦੁਖ ਭਾਰੀ। ਉਹ ਉੱਗ ਪੈਂਦੇ ਬੀਜ ਫਿਰ ਵੱਡੇ ਹੋ ਕੇ ਹੌਲੀ ਹੌਲੀ ਦਰਖਤ ਬਣ ਕੇ ਉਹਨੂੰ ਕੰਡੇ ਲੱਗਦੇ ਨੇ। ਹੋਰ ਕਿੱਕਰ ਤੋਂ ਬੰਦੇ ਨੂੰ ਕੀ ਮਿਲਣਾ? ਇਹ ਕੰਡੇ ਹੀ ਬੀਜ ਰਿਹਾ ਤੂੰ ਤੇ ਕੰਡੇ ਹੀ ਖਾਣੇ ਆ। ਇਹ ਜੋ ਪੁੰਨ ਕਰ ਸਭਨ ਦਿਖਾਵਾ ਹੈ। ਇਹ ਜਿਹੜਾ ਤੂੰ ਪੁੰਨ ਕਰ ਕਰਕੇ ਲੋਕਾਂ ਨੂੰ ਢੌਂਗ ਕਰਕੇ ਦਿਖਾਉਣਾ ਨਾ ਬਹਾਨੇ ਬਾਜ਼ੀਆਂ, ਸੋ ਜਸ ਪਾਏ ਹਿਰਦੇ ਗਰਭਾਵਾ। ਫਿਰ ਲੋਕ ਤੇਰਾ ਜਸ ਕਰਦੇ ਨੇ। ਆ ਜਿਹੜੇ ਤੇਰੇ ਚਮਚੇ ਜੇ ਨੇ ਇਹ ਜਸ ਕਰਦੇ, ਬੜਾ ਦਾਨ ਕਰਦਾ ਜੀ, ਬੜਾ ਪੁੰਨੀ ਆ ਜੀ, ਫਿਰ ਗਰਬਾਵਾ, ਫਿਰ ਤੈਨੂੰ ਉਲਟਾ ਹੋਰ ਹੰਕਾਰ ਹੋ ਜਾਂਦਾ ਹੈ। ਧਰਤ ਬਹਿਰ ਜਿਉਂ ਬੀਜ ਰਸਾਲਾ। ਧਰਤੀ ਦੇ ਬਾਹਰ ਜਿਵੇਂ ਫਿਰ ਬਾਹਰ ਰੱਖਿਆ ਹੋਇਆ ਸੋਹਣਾ ਬੀਜ ਵੀ ਨਹੀਂ ਉਗਦਾ। ਉਗਹਿ ਨਾ ਕਿਉਂ ਫਲ ਦੇਹ ਬੇਸਾਲਾ। ਕਿਉਂਕਿ ਉਹ ਧਰਤੀ ਦੇ ਵਿੱਚ ਜਦ ਤੱਕ ਬੀਜ ਨਹੀਂ ਅੰਦਰ ਗੁੜਦੇ ਮਾੜਾ ਜਿਹਾ, ਉੱਤੇ ਮਿੱਟੀ ਨਹੀਂ ਪਾਉਂਦੇ, ਉਦੋਂ ਤੱਕ ਉਹ ਬੀਜ ਉਗਦਾ ਨਹੀਂ। ਬਾਹਰ ਰਹੇ ਹੋਏ ਬੀਜ ਤਾਂ ਪੰਛੀ ਚੁਗ ਜਾਂਦੇ ਨੇ ਜਾਂ ਖਰਾਬ ਹੋ ਜਾਂਦਾ। ਹੋਏ ਜੋ ਛੁਪਾਇਓ ਉਗਵੈ ਸੋ। ਜਿਹੜਾ ਬੀਜ ਛੁਪਾ ਲਵੇ ਨਾ ਧਰਤੀ ਦੇ ਵਿੱਚ, ਉੱਤੇ ਮਿੱਟੀ ਪਾ ਦੇਵੇ, ਉਹ ਬੀਜ ਉਗਦਾ ਹੁੰਦਾ ਹੈ। ਜਹੀ ਰੀਤ ਜਾਣੈ ਸਭ ਕੋ। ਇਹੀ ਰੀਤੀ ਸਾਰੇ ਕੋਈ ਜਾਣਦੇ ਹਨ। ਤੁਝ ਕੋ ਹਵੈ ਦੋਨੋਂ ਵਿਪਰੀਤਾ। ਤੂੰ ਦੋਨੇ ਹੀ ਗੱਲਾਂ ਪੁੱਠੀਆਂ ਕੀਤੀਆਂ ਨੇ। ਤਬ ਜਾਣੋ ਜਬ ਦੇ ਜਮ ਭੀਤਾ। ਇਹ ਤੂੰ ਉਦੋਂ ਜਾਣੇਗਾ ਜਦ ਜਮਦੂਤ ਤੈਨੂੰ ਕੁੱਟਣਗੇ ਨਾ, ਤੈਥੋਂ ਹਿਸਾਬ ਕਿਤਾਬ ਲੈਣਗੇ। ਕਿਉਂਕਿ ਤੂੰ ਦਾਨ ਪੁੰਨ ਕਰਦਾ ਦਿਖਾ ਕੇ। ਇਹ ਤਾਂ ਉਹ ਗੱਲ ਹੋ ਗਈ ਕਿ ਬੀਜ ਜਿਹੜਾ ਬਾਹਰ ਪਿਆ ਖਰਾਬ ਹੋ ਗਿਆ। ਤੇਰਾ ਤਾਂ ਦਾਨ ਪੁੰਨ, ਤੂੰ ਤਾਂ ਦਿਖਾਵਾ ਕੀਤਾ ਨਾ। ਜਿਹੜੇ ਦਾਨ ਪੁੰਨ ਵਾਲੇ ਲੋਕ ਹੁੰਦੇ ਨੇ ਤਾਂ ਗੁਪਤ ਕਰਦੇ ਨੇ ਸਾਰਾ ਕੁਝ। ਉਹ ਤਾਂ ਆਪਣਾ ਨਾਂ ਹੀ ਨਹੀਂ ਚਮਕਾਉਂਦੇ ਦੁਨੀਆ ਅੰਦਰ। ਉਹਨਾਂ ਦਾ ਕੀਤਾ ਹੋਇਆ ਦਾਨ ਪੁੰਨ ਸਿਰੇ ਲੱਗ ਜਾਂਦਾ। ਦੋਹਰਾ ਮਹਿਮਾ ਪਾਵਕ ਸੀ ਨਿਰਖਾ। ਨਿਜ ਮਨ ਕਰ ਲਗਦਾਰ। ਸੋ ਇਸ ਕਰਕੇ ਤੂੰ ਜਿਹੜੀ ਆਪਣੀ ਸੰਸਾਰ ਦੇ ਅੰਦਰ ਬੜੀ ਇਹ ਮਹਿਮਾ ਕਰ ਰਿਹਾ ਨਾ, ਅੱਗ ਵਰਗੀ ਤੇਜਮਈ, ਇਹ ਵੇਖ ਕੇ ਛੋਟੀ ਲੱਕੜੀ ਕਰਕੇ ਸੜ ਬਲ ਜਾਂਦੀ ਹੈ। ਜਰਬਰ ਕੇ ਜੜ ਭਸਮ ਭਾਵ ਸਮਝਤ ਨਹੀਂ ਗਵਾਰ। ਉਹ ਇਸ ਤਰ੍ਹਾਂ ਉਹ ਗੱਲ ਨੂੰ ਸਮਝਦਾ ਨਹੀਂ ਹੈ। ਮਹਿਮਾ ਪਾਵਕ ਸੀ ਨਿਰਖ। ਮਹਿਮਾ ਜਿਹੜੀ ਅੱਗ ਵਰਗੀ ਦੇਖ ਕਰਕੇ ਨਿਜ ਮਨ ਕਰ ਲਗਦਾਰ। ਆਪਣੀਆਂ ਮਨ ਨੂੰ ਬਣਾ ਲਿਆ ਛੋਟੀਆਂ ਲੱਕੜਾਂ ਤੇ ਮਹਿਮਾ ਜਿਹੜੀ ਬਣਾ ਲਈ ਉਹ ਬਣਾ ਲਈ ਅੱਗ। ਉਹਨੂੰ ਦੇਖ ਕਰਕੇ ਫਿਰ ਹੌਲੀ ਹੌਲੀ ਜਰਬਰ ਕੇ ਜੜ ਭਸਮ ਭਾ ਸਮਝਤ ਨਹੀਂ ਗਵਾਰ। ਇਹ ਜਲ ਬਲ ਕੇ ਫਿਰ ਜਿਹੜੀਆਂ ਸੀ ਨਾ ਉਹ ਮੂਰਖ ਸਵਾਹ ਹੋ ਗਿਆ, ਕਿਉਂਕਿ ਹੰਕਾਰ ਹੋ ਗਿਆ ਤੈਨੂੰ। ਬਹਿਰੋ ਬਚਨ ਕਿਰਤ ਕੇ ਪਰਸੇ। ਫਿਰ ਇਸ ਤਰੀਕੇ ਨਾਲ ਘਿਓ ਦੇ ਪਰਸਨ ਨਾਲ ਉੱਤੇ ਘਿਓ ਪਾ ਦਈਏ ਛੋਟੀਆਂ ਲੱਕੜਾਂ ਤੇ। ਭਾਵਕ ਭਇਓ ਜਾਹੇ ਤੇ ਸਰਸੇ। ਜਿਹਦੇ ਕਰਕੇ ਅੱਗ ਬਹੁਤ ਹੀ ਜ਼ਿਆਦਾ ਵੱਧ ਜਾਂਦੀ। ਛੋਟੀਆਂ ਲੱਕੜਾਂ ਨੂੰ ਪਹਿਲਾਂ ਅੱਗ ਲਾਈ, ਫਿਰ ਉੱਤੇ ਘਿਓ ਪਾਤਾ। ਇਸ ਤਰ੍ਹਾਂ ਹੀ ਤੂੰ ਕੀਤਾ ਹੈ। ਗੁਰ ਮੈਂ ਰਿਸਤ ਕੁਛ ਨਾ ਵਸਾਈ। ਮਨ ਦੇ ਅੰਦਰ ਫਿਰ ਜਿਹੜਾ ਸੀ ਬਹੁਤ ਜ਼ਿਆਦਾ ਗੁੱਸਾ, ਪਰ ਪੇਸ਼ ਕੋਈ ਨਹੀਂ ਜਾਂਦੀ ਹੁਣ ਸੁਣ ਕੇ। ਲੱਜਤ ਹੋ ਕਰ ਗਰੀਬ ਨਿਵਾਈ। ਫਿਰ ਸ਼ਰਮਸਾਰ ਹੋ ਕੇ ਮਲਕ ਭਾਗੋ ਨੇ ਗਰਦਨ ਨੀਵੀਂ ਕਰ ਲਈ। ਬੋਲ ਆਵੇ ਕੁਲ ਸਾ ਭਇਓ। ਉਸ ਵਕਤ ਕੋਈ ਬੋਲ ਨਾ ਨਿਕਲਦਾ ਸੀ ਮੂੰਹ ਚੋਂ। ਬੜਾ ਕਾਹਲਾ ਜਿਹਾ ਪੈ ਗਿਆ ਮਨ ਦੇ ਅੰਦਰ। ਜਿਉਂ ਕਿਰਪਨ ਕਾ ਧਨ ਕਿਤ ਗਇਓ। ਜਿਵੇਂ ਕਿਰਪਨ ਹੁੰਦਾ ਸੂਮ ਆਦਮੀ ਦਾ ਧਨ ਕਿਤੇ ਗੁੰਮ ਹੋ ਗਿਆ ਹੋਵੇ। ਕਿਦੋ ਜੂਪ ਮੈਂ ਦਰ ਬਹਿਰਾਇਓ। ਜਾਂ ਫਿਰ ਇਉਂ ਜਾਣ ਲਓ ਭਈ ਜੂਏ ਦੇ ਵਿੱਚ ਕੋਈ ਬੰਦਾ ਪੈਸਾ ਹਾਰ ਕੇ ਆ ਜਾਵੇ। ਚੋਰ ਜਾਰ ਜਿਉਂ ਬੋਲ ਨਾ ਆਇਓ। ਸੋ ਚੋਰ ਜਾਰ ਜਿਵੇਂ ਹੁੰਦੇ ਫਿਰ ਉਹ ਬੋਲ ਨਹੀਂ ਨਿਕਲਦਾ, ਕਿਉਂਕਿ ਸਾਰਿਆਂ ਦੇ ਸਾਹਮਣੇ ਪੋਲ ਖੁੱਲ ਗਈ। ਊਚ ਨੀਚ ਹੈ ਰਹਿ ਨਰ ਠਾਂਡੇ। ਸੋ ਕੋਈ ਨੀਵਾਂ ਬੰਦਾ ਕੋਈ ਉੱਚਾ ਬੰਦਾ
ਸਾਰੇ ਹੀ ਦੇਖਦੇ ਨੇ ਵੀ ਉਹ ਮਲਕ ਭਾਗੋ ਐਡਾ ਭੈੜਾ ਆਦਮੀ ਆ, ਇਹ ਤਾਂ ਹਰ ਸਾਲ ਸਾਡੇ ਤੋਂ ਵਡਿਆਈ ਕਰਵਾਉਂਦਾ ਰੋਟੀ ਖਵਾ ਕੇ ਲੋਕਾਂ ਨੂੰ। ਚਿੱਤ ਮਹਿ ਅਦਕ ਬਿਸਮਤਾ ਵਾਢੇ, ਮਨ ਦੇ ਅੰਦਰ ਬਹੁਤ ਹੀ ਜ਼ਿਆਦਾ ਹੈਰਾਨਗੀ ਵੱਧ ਰਹੀ ਹਰੇਕ ਦੇ। ਸ੍ਰੀ ਨਾਨਕ ਉਠ ਬਾਹਰ ਆਏ, ਧੰਨ ਗੁਰੂ ਨਾਨਕ ਦੇਵ ਜੀ ਉੱਠ ਕੇ ਉੱਥੋਂ ਬਾਹਰ ਆ ਗਏ। ਮਨੋ ਗਿਆਨ ਕੋ ਤਰਨ ਸੁਹਾਏ, ਮਾਨੋ ਗਿਆਨ ਦਾ ਸੂਰਜ ਸੋਭਨੀਕ ਹੋ ਰਹੇ ਮਹਾਰਾਜ। ਦੋਹਰਾ ਲਾਲੋ ਜਿਨ ਕੇ ਸੰਗ ਹੈ, ਅੰਗ ਉਮੰਗਤ ਭਾਜੋ। ਭਾਈ ਲਾਲੋ ਜੀ ਉਹਨਾਂ ਦੇ ਨਾਲ ਬਾਹਰ ਆ ਗਏ, ਅੰਗਾਂ ਵਿੱਚ ਬੜਾ ਉਤਸ਼ਾਹ ਹੋਇਆ, ਬਹੁਤ ਖੁਸ਼ ਨੇ। ਇੱਕ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ, ਮੈਂ ਤਾਂ ਆਖਿਆ ਪਤਾ ਨਹੀਂ ਕੀ ਹੋਵੇਗਾ। ਇੱਥੇ ਤਾਂ ਬਹੁਤ ਵੱਡੀ ਜਿਵੇਂ ਜਿੱਤ ਹੋਈ ਸੀ ਪਹਿਲਾਂ ਮਸੀਤ ਦੇ ਵਿੱਚ, ਉੱਥੇ ਉਹਨਾਂ ਨੂੰ ਸਿੱਧਿਆਂ ਕੀਤਾ ਸੀ। ਇੱਥੇ ਇਸ ਹੁਣ ਹਿੰਦੂ ਨੂੰ ਸਿੱਧਾ ਕੀਤਾ, ਪਹਿਲਾਂ ਮੁਸਲਮਾਨਾਂ ਨੂੰ ਸਿੱਧਾ ਕੀਤਾ ਸੀ। ਕਿਉਂਕਿ ਅਸਲ ਵਿੱਚ ਜਿਹੜਾ ਹੁੰਦਾ ਬੰਦਾ, ਜਿਹੜੀਆਂ ਧਰਮ ਗ੍ਰੰਥਾਂ ਵਿੱਚ ਚੀਜ਼ਾਂ ਲਿਖੀਆਂ ਨੇ, ਉਹ ਉਹਨਾਂ ਚੀਜ਼ਾਂ ਨੂੰ ਛੱਡ ਕੇ ਆਪਣੇ ਵੱਖਰੇ ਹੀ ਚੀਜ਼ਾਂ ਜੀ ਅਪਣਾ ਲੈਂਦੇ ਨੇ। ਇਸੇ ਕਰਕੇ ਫਿਰ ਉੱਥੇ ਕਹਿਣਾ ਪੈਂਦਾ ਵੀ ਇੰਨਾ ਗਿਆਨ ਲਿਖਿਆ ਹੋਇਆ, ਉਹਨਾਂ ਨੂੰ ਤਾਂ ਕਮਾਉਂਦੇ ਨਹੀਂ ਅੰਨਿਆਂ ਦੀ ਤਰ੍ਹਾਂ, ਉਹ ਤਾਂ ਕਦੇ ਦੇਖਿਆ ਹੀ ਨਹੀਂ। ਧਰਮ ਦਾ ਦਿਖਾਵਾ ਤੱਕ ਰਹਿ ਗਿਆ ਉੱਪਰ। ਧਰਮ ਦੇ ਅਸਲੀ ਚੀਜ਼ ਨੂੰ ਕੋਈ ਵੀ ਨਹੀਂ ਕਮਾਉਂਦਾ। ਮਹਾਰਾਜ ਨੇ ਉਹਨਾਂ ਨੂੰ ਕਿਹਾ ਕਿ ਮਨ ਨੂੰ ਇਕਾਗਰ ਕਰਕੇ ਭਜਨ ਬੰਦਗੀ ਕਰੋ, ਤੇ ਇਹਨੂੰ ਕਿਹਾ ਕਿ ਹੱਕ ਦੀ ਰੋਟੀ ਖਾਓ। ਇਹ ਜਿਹੜੀ ਖੂਨ ਖਾਣੇ ਲੋਕਾਂ ਦੇ, ਚੰਗੀ ਗੱਲ ਨਹੀਂ ਹੈ। ਰਦਨ ਕੁੰਦ ਕਰੁਣਾ ਸਦਨ ਬਦਨ, ਸੋ ਉਡਗਨ ਰਾਜ। ਸੋ ਜਿਸ ਤਰ੍ਹਾਂ ਸੁੰਦਰ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਮਰਤਬਾਨ ਦੇ ਫੁੱਲ ਚਿੱਟੇ ਰੰਗ ਦੇ ਹੁੰਦੇ, ਇਉਂ ਸੁੰਦਰ ਮਹਾਰਾਜ ਦੇ ਜਿਹੜੇ ਦੰਦ ਨੇ, ਉਹ ਕਰੁਣਾ ਸਦਨ ਬਦਨ ਸੋ ਉਡਗਨ ਰਾਜ। ਕਰੁਣਾ ਦੇ ਸਦਨ ਨੇ ਸੱਚੇ ਪਾਤਸ਼ਾਹ, ਕਰੁਣਾ ਦੇ ਘਰ ਨੇ। ਬਦਨ ਸੋ ਉਡਗਨ ਰਾਜ, ਮਹਾਰਾਜ ਸੱਚੇ ਪਾਤਸ਼ਾਹ ਦਾ ਚੰਦਰਮਾ ਵਰਗਾ ਚਿਹਰਾ, ਐਨ ਸ਼ਾਂਤਮਈ ਖਿੜਿਆ ਹੋਇਆ ਚਿਹਰਾ ਹੈ। ਚੌਪਈ ਆਨ ਸਦਨ ਮਹਿ ਪ੍ਰਭੂ ਵਿਰਾਜੇ। ਮਹਾਰਾਜ ਸੱਚੇ ਪਾਤਸ਼ਾਹ ਆ ਕਰਕੇ ਆ ਭਾਈ ਲਾਲੋ ਦੇ ਗ੍ਰਹਿ ਵਿਖੇ ਪਲੰਘ ਤੇ ਬਿਰਾਜ ਗਏ ਨੇ। ਜੇ ਕੀ ਕਰੁਣਾ ਜਮ ਦੁਖ ਭਾਗੇ, ਜਿਨ੍ਹਾਂ ਦੀ ਕਰੁਣਾ ਕਿਰਪਾ ਨਾਲ ਜਮਾਂ ਦੇ ਦੁੱਖ ਦੂਰ ਹੋ ਜਾਂਦੇ ਹਨ। ਗੁਰ ਮੈਂ ਬਿਸਤਰਿਓ ਬਿਰਤਾਂਤਾ। ਸਾਰੀ ਪੁਰੀ ਦੇ ਵਿੱਚ ਇਹ ਬਿਰਤਾਂਤ ਜਿਹੜਾ ਸੀਗਾ ਦੁਨੀਆ ਦੇ ਅੰਦਰ ਫੈਲ ਗਿਆ। ਹੁਣ ਮਿਲ ਮਿਲ ਕਰਹਿ ਪਰਸਪਰ ਵਾਤਾ, ਮਿਲ ਮਿਲ ਕੇ ਆਪਸ ਵਿੱਚ ਸਾਰੇ ਲੋਕ ਇਹ ਗੱਲਾਂ ਕਰਦੇ ਇਸ ਤਰ੍ਹਾਂ ਦੀਆਂ। ਮਲਕ ਭਇਓ ਲੱਜਤ ਮਨ ਮਾਨੀ। ਹੁਣ ਜਿਹੜਾ ਸੀਗਾ ਮਨ ਦੇ ਅੰਦਰ ਹੰਕਾਰੀ ਮਲਕ ਭਾਗੋ, ਉਹ ਬੜਾ ਸ਼ਰਮਸਾਰ ਹੋ ਗਿਆ। ਗਿਰਨ ਸਨਮੁਖ ਕਛੂ ਬਖਾਨੀ। ਉਹ ਕੁਛ ਸਾਹਮਣੇ ਫਿਰ ਬੋਲ ਨਹੀਂ ਸਕਿਆ, ਕਿਉਂਕਿ ਬੇਇੱਜ਼ਤੀ ਇੰਨੀ ਜ਼ਿਆਦਾ ਹੋ ਗਈ। ਕਈ ਸਾਲਾਂ ਦੀ ਜਿਹੜੇ ਬ੍ਰਹਮ ਭੋਜ ਦੀ ਇੱਜ਼ਤ ਬਣੀ ਸੀ, ਸਾਰੀ ਮਿੱਟੀ 'ਚ ਮਿਲ ਗਈ। ਜੋ ਨਰ ਹੋਤੇ ਚਤੁਰ ਮਤ ਵਾਨਾ। ਜਿਹੜੇ ਬੰਦੇ ਸੀ ਬਹੁਤ ਜ਼ਿਆਦਾ ਚਤੁਰ ਮਤ ਵਾਲੇ, ਮਾਨੀ ਮਹਿਮਾ ਮਨਹਿ ਮਹਾਨਾ। ਉਹਨਾਂ ਨੇ ਮਨ ਦੇ ਵਿੱਚ ਗੁਰੂ ਨਾਨਕ ਦੇਵ ਜੀ ਦੀ ਮਹਿਮਾ ਨੂੰ ਮੰਨ ਲਿਆ। ਜੇਠਾ ਮਿਲ ਹੈ ਕਰਹਿ ਪਦ ਬੰਧਨ। ਜਿੱਥੇ ਵੀ ਗੁਰੂ ਨਾਨਕ ਦੇਵ ਜੀ ਹੁਣ ਮਿਲਦੇ ਨੇ, ਉੱਥੇ ਹੀ ਮੱਥਾ ਟੇਕਦੇ ਸਾਰੇ ਲੋਕ। ਜਿਸ ਦਰਸ਼ਨ ਤ੍ਰੈ ਤਾਪ ਨਿਕੰਦਨ। ਜਿਨ੍ਹਾਂ ਦੇ ਦਰਸ਼ਨ ਕਰਨ ਦੇ ਨਾਲ ਤਿੰਨੇ ਤਾਪ ਜਿਹੜੇ ਨੇ ਉਹ ਦੂਰ ਹੁੰਦੇ, ਕੱਟੇ ਜਾਂਦੇ ਨੇ। ਰੱਖਿਓ ਸੋ ਕਲਾਵਾਨ ਇਹ ਕੇਈ। ਸਾਰਿਆਂ ਨੇ ਤਾਂ ਨਹੀਂ, ਵਿੱਚ ਕਈਆਂ ਨੇ ਉਹ ਜਾਣ ਲਿਆ ਕਿ ਬਹੁਤ ਪਹੁੰਚੇ ਹੋਏ ਨੇ, ਕਲਾਵਾਨ ਨੇ ਬੜੇ। ਨਿੰਦਾ ਜਾਂ ਕੀ ਬਹੁਤ ਦੁਖ ਦੇਈ। ਸੋ ਜਿਨ੍ਹਾਂ ਦੀ ਨਿੰਦਾ ਕਰਨ ਨਾਲ ਬੰਦੇ ਨੂੰ ਬਹੁਤ ਦੁੱਖ ਪ੍ਰਾਪਤ ਹੁੰਦਾ ਹੈ। ਸੰਤ ਲੋਕ ਸੁਭ ਮਤੋ ਨਿਰਾਲਾ। ਇਹ ਤਾਂ ਸੰਤ ਲੋਕ ਨੇ, ਬਹੁਤ ਸੋਹਣਾ ਮਤਾ ਹੈ ਜਿਨ੍ਹਾਂ ਦਾ, ਸਾਰੀ ਦੁਨੀਆ ਤੋਂ ਨਿਰਾਲੇ ਹੀ ਹਨ। ਜੇ ਮੈਂ ਅਜਮਤ ਅਜਿਤ ਵਿਸਾਲਾ। ਸੋ ਜਿਨ੍ਹਾਂ ਦੇ ਵਿੱਚ ਬੜੀ ਭਾਰੀ ਅਜ਼ਮਤ ਹੈ, ਤਾਕਤ ਹੈ, ਜੋ ਅਜਿੱਤ ਹਨ, ਕਿਸੇ ਤੋਂ ਜਿੱਤੇ ਨਹੀਂ ਜਾ ਸਕਦੇ। ਜੇ ਮਤ ਮੰਦ ਮੂੜ ਅਗਿਆਨੀ। ਜਿਹੜੇ ਘੱਟ ਮਤ ਵਾਲੇ ਬੰਦੇ ਨੇ, ਖੋਟੀ ਬੁੱਧੀ ਵਾਲੇ, ਮੂਰਖ ਅਗਿਆਨੀ ਲੋਕ ਨੇ, ਤਿਨਹਿ ਨ ਮਹਿਮਾ ਕਛੂ ਪਛਾਨੀ। ਉਹਨਾਂ ਨੇ ਗੁਰੂ ਨਾਨਕ ਦੇਵ ਜੀ ਦੀ ਮਹਿਮਾ ਨੂੰ ਜਾਣਿਆ ਨਹੀਂ ਹੈ। ਜਿਉ ਚਿੰਤਾ ਮਨ ਕਪ ਕਰ ਆਈ। ਸੋ ਜਿਸ ਤਰੀਕੇ ਨਾਲ ਚਿੰਤਾਮਣੀ ਹੋਵੇ, ਇੱਕ ਚਿੰਤਾਮਣੀ ਹੁੰਦੀ ਜੇ ਹੱਥ 'ਚ ਆ ਜੇ, ਸਾਰੀਆਂ ਇੱਛਾਵਾਂ ਪੂਰੀਆਂ ਕਰਦੀ ਹੈ। ਕਹਿੰਦੇ ਪਰ ਜੇ ਬਾਂਦਰ ਦੇ ਹੱਥ ਵਿੱਚ ਆ ਜੇ, ਨਾ ਜਾਣੈ ਤਹਿ ਕੀਮਤ ਕਾਈ। ਬਾਂਦਰ ਨੂੰ ਕੀ ਪਤਾ ਕਿ ਚਿੰਤਾਮਣੀ ਕੀ ਚੀਜ਼ ਹੁੰਦੀ ਹੈ। ਕਹਿ ਕੇ ਨਦਰ ਬੰਦ ਸਾਕੀਨਾ। ਸੋ ਇਸ ਕਰਕੇ ਇਸ ਢੰਗ ਨਾਲ ਉਹ ਜਿਹੜਾ ਹੈ ਨਾ, ਕਹਿ ਹੈ ਕਿ ਨਦਰ ਬੰਦ ਸਾਕੀਨਾ। ਕਹਿੰਦੇ ਗੁਰੂ ਜੀ ਨੇ ਨਜ਼ਰ ਬੰਨ੍ਹ ਦਿੱਤੀ ਮਾਨੋ ਸਾਰਿਆਂ ਦੀ, ਸਾਰੇ ਬੰਦਿਆਂ ਦੀ ਨਜ਼ਰ ਬੰਨ੍ਹੀ ਗਈ, ਉਧਰ ਭਾਵ ਉਧਰ ਧਿਆਨ ਹੋ ਗਿਆ ਹੈ। ਜਾਨੋ ਗਇਓ ਨਾ ਕਿਆ ਕਰ ਦੀਨਾ। ਇਹ ਨਹੀਂ ਜਾਣਿਆ ਕਿ ਕੀ ਕਰਤਾ। ਅੱਜ ਤੱਕ ਇਹੀ ਜੀ ਗੱਲ ਕਿਸੇ ਨੇ ਕੀਤੀ ਨਾ, ਕਿਸੇ ਦੀ ਹਿੰਮਤ ਹੀ ਪੈਂਦੀ ਸੀ। ਉਦੋਂ ਐਡੇ ਵੱਡੇ ਬੰਦੇ ਦੇ ਸਾਹਮਣੇ ਉਹਦੀ ਪੋਲ ਖੋਲਣੀ ਕਿਸੇ ਦੀ ਹਿੰਮਤ ਨਹੀਂ ਸੀ ਪੈਂਦੀ। ਛੋਟੇ ਮੋਟੇ ਬੈਠੇ ਵੀ ਹੋਣੇ ਆ, ਫਕੀਰ ਵਗੈਰਾ ਜਾਣਦੇ ਵੀ ਹੁੰਦੇ ਨੇ। ਅਗਲਾ ਕਹਿੰਦਾ ਸਾਨੂੰ ਕੀ ਲੋੜ ਐ, ਐਵੇਂ ਫੜ ਕੇ ਅੰਦਰ ਦੇ ਦੂਗਾ।
ਪਰ ਗੁਰੂ ਨਾਨਕ ਦੇਵ ਜੀ ਨੇ ਸਾਰਿਆਂ ਦੇ ਪੋਲ ਨਹੀਂ ਖੋਲੇ, ਇਸ ਕਰਕੇ ਈਰਖਾ ਨਾਲ ਨਹੀਂ, ਸਿਰਫ ਉਹਨਾਂ ਨੂੰ ਸਹੀ ਰਸਤੇ ਤੇ ਪਾਉਣ ਲਈ। ਕਿਉਂਕਿ ਗੁਰੂ ਨਾਨਕ ਦੇਵ ਦੀ ਤਾਂ ਦੁਨੀਆ ਹੈ, ਸ੍ਰਿਸ਼ਟੀ ਦੇ ਮਾਲਕ ਆਪ ਨੇ, ਉਹ ਤਾਂ ਆਪਣੀ ਦੁਨੀਆ ਨੂੰ ਸੁਧਾਰਨ ਆਏ ਨੇ। ਅਰਜਨ ਜੀ ਨੂੰ ਜਦੋਂ ਕ੍ਰਿਸ਼ਨ ਜੀ ਨੇ ਇਹ ਗੱਲ ਕਹੀ ਸੀ ਕਿ ਜਦੋਂ ਜਦੋਂ ਦੁਨੀਆ ਦੇ ਅੰਦਰ ਲੋਕ ਧਰਮ ਨਾਲ ਗੁਲਾਮੀ ਕਰਦੇ, ਮਰਿਆਦਾ ਤੋੜ ਦਿੰਦੇ ਨੇ, ਤਦੋਂ ਤਦੋਂ ਪਰਮੇਸ਼ਰ ਅਵਤਾਰਾਂ ਨੂੰ ਭੇਜਦਾ ਜਾਂ ਫਿਰ ਪਰਮੇਸ਼ਰ ਆਪ ਆਉਂਦਾ। ਕਹਿੰਦੇ ਉਦੋਂ ਅਸੀਂ ਆਪ ਆ ਜਾਂਦੇ ਹਾਂ। ਦੋਹਰਾ ਮਲਕ ਮੰਦਵਤ ਮੂੜ ਮਨ ਕਲਮਲ ਬਲਤ ਮਲੀਨ। ਸੋ ਇਸ ਤਰ੍ਹਾਂ ਜਿਹੜਾ ਮਲਕ ਭਾਗੋ ਹੈ, ਖੋਟੀ ਬੁੱਧੀ ਵਾਲਾ ਮੂੜ ਮਨ ਆਦਮੀ ਹੈ, ਮੂਰਖ, ਤੋ ਕਲਮਲ ਜਿਹੜੇ ਪਾਪਾਂ ਦੇ ਨਾਲ, ਬਲਤ ਮਲੀਨ, ਪਾਪਾਂ ਦੇ ਨਾਲ ਨਾ ਵਿਹੜਿਆ ਪਿਆ, ਚੰਗੀ ਤਰ੍ਹਾਂ ਸਿਰ ਤੋਂ ਲੈ ਕੇ ਪੈਰਾਂ ਤੱਕ ਪਾਪ ਹੀ ਪਾਪ ਕੀਤੇ ਨੇ। ਮਹਿਮਾ ਮਾਨ ਪਦ ਭਰਿਓ ਬਹਰੋ ਮਤ ਸਰਕੀਨ। ਮਹਿਮਾ ਮੰਨ ਕੇ ਮਹਾਰਾਜ ਦੀ ਚਰਨਾਂ ਤੇ ਨਾ ਡਿੱਗਿਆ, ਉਲਟਾ ਈਰਖਾ ਕਰਨ ਲੱਗ ਪਿਆ। ਜੋ ਪਈ ਹਿਰਦੈ ਵਿਚਾਰੈ ਅਸ ਅਗਿਆਨਾ। ਮਨ ਦੇ ਅੰਦਰ ਇਉਂ ਵਿਚਾਰਦਾ ਅਗਿਆਨੀ ਬੰਦਾ। ਬੈਰ ਲਿਉ ਤੋ ਸੁਖ ਮਮ ਪ੍ਰਾਨਾ। ਫੇਰ ਜੇ ਮੈਂ ਬੈਰ ਲਵਾਂ ਨਾ ਇਹਨਾਂ ਤੋਂ, ਇਸ ਗੱਲ ਦਾ ਬਦਲਾ ਲਵਾਂ, ਤਾਂ ਮੇਰੇ ਪ੍ਰਾਣਾਂ ਨੂੰ ਸੁਖ ਮਿਲੇਗਾ। ਲੱਜਤ ਕੀਨਾ ਮੋਹਿ ਬਹੁ ਮਾਹੀ। ਮੈਨੂੰ ਇੰਨਿਆਂ ਲੋਕਾਂ 'ਚ ਲੱਜਤ ਕੀਤਾ, ਸ਼ਰਮਸਾਰ ਕੀਤਾ ਹੈ। ਖਾਨ ਨਿਕਟ ਗਹਿ ਬਾਬੋ ਤਾਹੀ। ਮੈਂ ਰਾਜੇ ਨੂੰ ਕਹਿ ਕੇ ਕੋਈ ਚੁਗਲੀ ਲਾ ਕੇ ਇਹਨਾਂ ਨੂੰ ਪਕੜਵਾ ਦਿੰਦਾ ਹਾਂ। ਜੇ ਤੇ ਦੁਖ ਪਾਵੈ ਜੜ ਸੋ। ਇਸ ਕਰਕੇ ਇਹਦੇ ਨਾਲ ਫਿਰ ਬਹੁਤ ਦੁੱਖ ਪਾਉਣਗੇ ਇਹ। ਕਰ ਤੋ ਪਾਵ ਲੋਕ ਜੁਗ ਖੋ। ਕਿਉਂਕਿ ਇਹ ਹੁਣ ਜਿਹੜੀ ਗੱਲ ਉਹ ਪੁੱਠੀ ਗੱਲ ਕਰਦਾ, ਜਿਹਦੇ ਨਾਲ ਇਹਨੂੰ ਦੁੱਖ ਹੋਣਾ ਮੂਰਖ ਨੂੰ, ਕਹਿੰਦੇ ਇਹ ਕੀ ਕਰਦਾ, ਦੋਨੋਂ ਲੋਕ ਆਪਣੇ ਗਵਾਵੇਗਾ ਹੁਣ, ਕਿਉਂਕਿ ਗਵਾਏ ਜਾਣਗੇ ਜੇ ਮਹਾਰਾਜ ਨਾਲ ਟੱਕਰ ਲਵੇਗਾ। ਭੋਰ ਪਈ ਤਜ ਭਵਨ ਪਧਾਰਾ। ਜਦੋਂ ਸਵੇਰ ਵੇਲਾ ਹੋਇਆ ਉਸ ਵਕਤ ਆਪਣਾ ਘਰ ਛੱਡ ਕੇ ਗਿਆ। ਗਇਓ ਖਾਨ ਕੀ ਸਭਾ ਮਝਾਰਾ। ਉੱਥੇ ਜਿਹੜਾ ਨਵਾਬ ਸੀ ਖਾਨ, ਉਹਦੀ ਸਭਾ ਦੇ ਵਿੱਚ ਗਿਆ। ਜਿਗ ਤਹਿ ਤਾਤ ਤੁਰਨ ਜਹ ਬੈਸਾ। ਸੋ ਉੱਥੇ ਉਸ ਵਕਤ ਦੇਖਿਆ ਜਾ ਕਰਕੇ ਉਹ ਖਾਨ ਦਾ ਜਿਹੜਾ ਪੁੱਤਰ ਜਵਾਨ ਸੀ ਉੱਥੇ ਬੈਠਾ। ਭਇਓ ਆਮ ਮੈਂ ਮਿਰਤਕ ਜੈਸਾ। ਉਹ ਕੀ ਹੋ ਗਿਆ, ਬਿਮਾਰੀ ਵਿੱਚ ਮਰਿਆ ਹੋਇਆ ਵਰਗਾ ਹੋਇਆ ਪਿਆ ਸੀ ਖਾਨ ਦਾ ਲੜਕਾ। ਕਰ ਉਪਚਾਰ ਥਕੇ ਸਮੁਦਾਈ। ਉਪਚਾਰ ਕਰ ਕਰਕੇ, ਦਵਾ ਦਾਰੂ ਇਲਾਜ ਕਰਕੇ ਸਾਰੇ ਵੈਦ ਥੱਕ ਚੁੱਕੇ ਸਨ। ਏਕੋ ਰੋਗ ਨਾ ਸਕੇ ਗਵਾਈ। ਪਰ ਉਹਦਾ ਰੋਗ ਨਹੀਂ ਗਵਾ ਸਕੇ, ਭਾਵੇਂ ਕਿੱਡਾ ਹੀ ਦਿੰਦਾ ਹੈ। ਦੋਹਰਾ ਮਲਕ ਨਿਕਟ ਬੂਝਾਓ ਨਿਰਪਤ ਸੁਤ ਨਹਿ ਹੋਏ ਆਰਾਮ। ਮਲਕ ਭਾਗੋ ਨੂੰ ਪੁੱਛਿਆ ਉਸ ਪਠਾਨ ਖਾਨ ਨੇ, ਜਿਹੜਾ ਰਾਜਾ ਸੀ, ਇਹ ਬਈ ਮੇਰਾ ਜਿਹੜਾ ਪੁੱਤਰ ਹੈ ਇਹ ਕਿਸੇ ਕੋਲੋਂ ਠੀਕ ਨਹੀਂ ਹੋਇਆ, ਅੱਜ ਤੱਕ ਬਹੁਤ ਉਪਚਾਰ ਕੀਤੇ ਹਨ। ਕੋ ਉਪਚਾਰ ਨਾ ਲਾਗਹੀ ਕਰੋ ਕੌਣ ਅਵਰਾਮ ਕਾਮ। ਹੁਣ ਮੈਂ ਕਿਹੜਾ ਕੰਮ ਕਰਾਂ, ਕਿਹੜਾ ਉਪਚਾਰ ਦਵਾਈ ਕਰਾਂ ਜਿਹੜਾ ਮੇਰਾ ਪੁੱਤਰ ਰਾਜੀ ਹੋ ਜਾਵੇ। ਜੋ ਪਈ ਭੇਖ ਜਨਾਨਾ ਭਾਂਤ ਕਰਾਏ। ਅਨੇਕ ਪ੍ਰਕਾਰ ਦੀਆਂ ਜਿਹੜੀਆਂ ਮੈਂ ਦਵਾਈਆਂ ਕੀਤੀਆਂ ਹਨ, ਤਰ੍ਹਾਂ ਤਰ੍ਹਾਂ ਦੀਆਂ ਦਵਾਈਆਂ ਬੂਟੀਆਂ ਲਾਈਆਂ। ਗੌਸ ਪੀਰ ਮੈਂ ਸਭਾ ਮਨਾਏ। ਗੌਸ ਪੀਰ ਆਦਿਕ ਸਾਰੇ ਪੀਰ ਮਨਾ ਲਏ ਨੇ। ਜੋ ਵਿਦ ਮੁਝ ਕਿਨ ਆਨ ਬਖਾਨੀ। ਜਿਹੜੀ ਵੀ ਕਿਸੇ ਨੇ ਮੈਨੂੰ ਆ ਕੇ ਵਿਧੀ ਦੱਸੀ ਆ, ਆਹ ਕਰ ਲੋ, ਆਹ ਕਰ ਲੋ, ਸਾਰਾ ਕੁਝ ਕਰ ਹਟਿਆ ਹਾਂ। ਸੋ ਮੈਂ ਕਰੀ ਹਿਰਦੈ ਪਰਮਾਨੀ। ਉਹੀ ਮੈਂ ਮਨ ਦੇ ਅੰਦਰ ਮੰਨ ਕੇ ਕੀਤੀ ਵੀ ਆਹ ਗੱਲ ਸ਼ਾਇਦ ਠੀਕ ਹੋ। ਬਿਮਾਰ ਆਦਮੀ ਨੂੰ ਫਿਰ ਸਾਰਾ ਕੁਝ ਹੀ ਚੰਗਾ ਲੱਗਦਾ, ਕੋਈ ਕਹੋ ਨਿੰਬੂ ਖਾ, ਕੋਈ ਸ਼ਹਿਦ ਖਾ, ਕੋਈ ਆਹ ਖਾਓ, ਸਾਰਾ ਕੁਝ ਖਾਈ ਜਾਂਦਾ। ਉਹ ਉਲਟਾ ਹੋਰ ਜ਼ਿਆਦਾ ਬਿਮਾਰ ਲੋਕ ਕਰ ਦਿੰਦੇ ਨੇ। ਸੁਣ ਕਰ ਭਾਗੋ ਮਨ ਮਹਿ ਗੁਨਿਆ। ਸੁਣ ਕੇ ਮਲਕ ਭਾਗੋ ਨੇ ਸੋਚਿਆ ਮਨ ਦੇ ਅੰਦਰ, ਆਹ ਵਧੀਆ ਰਾਜਨੀਤੀ ਦਾ ਮਾਰਦੇ ਆ ਇੱਕ ਹੁਣ। ਜੋ ਚਾਹਤ ਸੋ ਕਾਰਜ ਬਣਿਆ। ਆਹ ਮੇਰਾ ਕੰਮ ਬਣ ਗਿਆ ਜੋ ਮੈਂ ਚਾਹੁੰਦਾ ਸੀ ਹੁਣ। ਬੋਲੋ ਦੁਸ਼ਟ ਮੰਦ ਮਤ ਮਾਨੀ। ਸੋ ਉਸ ਵਕਤ ਉਹ ਹੰਕਾਰੀ, ਇਹ ਖੋਟੀ ਬੁੱਧੀ ਵਾਲਾ ਇਸ ਤਰ੍ਹਾਂ ਬੋਲਿਆ। ਜੇ ਤੇ ਨਰਕ ਪਾਏ ਦੁੱਖ ਖਾਨੀ। ਸੋ ਜਿਸ ਕਰਕੇ ਪ੍ਰਾਪਤ ਹੋਵੇ ਭਾਗੋ ਨੂੰ ਨਰਕ, ਇਹੋ ਜਿਹੇ ਕੰਮ ਸੋਚੀ ਜਾਂਦਾ ਆਪ ਹੀ। ਗਹੋ ਫਕੀਰ ਕਾਮਲ ਲਹਿ ਕੋ। ਕਾਮਲ ਹੈ ਕੋ ਕਹਿੰਦੇ ਕੋਈ ਕਾਮਲ ਫਕੀਰ ਪਕੜ ਲੋ, ਚੰਗਾ ਲਾਇਕ ਹੋਵੇ ਜਿਹੜਾ। ਤੁਮ ਸਤ ਬੇਦਨ ਖੋਵੈ ਸੋ। ਜਿਹੜਾ ਤੁਹਾਡੇ ਪੁੱਤਰ ਦੀ ਬੇਦਨ ਤੋਂ ਭਾਵ ਪੀੜਾ ਦੂਰ ਕਰ ਦੇਵੇ। ਜਿਨ ਮੈਨ ਰੁਜਤਾ ਨ ਜਾਏ ਨ ਕੈਸੇ। ਕਿਉਂਕਿ ਪੂਰਨ ਕਾਮਲ ਫਕੀਰ ਤੋਂ ਬਿਨਾਂ ਇਹ ਬੱਚੇ ਦਾ ਰੋਗ ਤੁਹਾਡੇ ਦਾ ਜਾਣਾ ਨਹੀਂ ਹੈ। ਨਿਜ ਪੁਜ ਬਲ ਬਿਨ 70 ਸਹਿ ਜੈਸੇ। ਸੋ ਇਸ ਕਰਕੇ ਜਿਹੜਾ ਹੈ ਨਾ, ਇਹਨਾਂ ਦਾ ਰੋਗ ਜਾਣਾ ਨਿਜ ਭੁਜ ਬਲ ਬਿਨ 70 ਜੈਸੇ। ਆਪਣੇ ਭੁਜ ਬਾਹਾਂ ਦੇ ਬਲ ਤੋਂ ਬਿਨਾਂ ਦੁਸ਼ਮਣ ਹੁੰਦਾ ਜਿਵੇਂ। ਸੁਨ ਸਰੋਨਨ ਭਨੈ ਤੇ ਖਾਨਾ। ਇਸ ਤਰ੍ਹਾਂ ਸੁਣ ਕਰਕੇ ਕੰਨਾਂ ਦੇ ਵਿੱਚ ਇਹ ਗੱਲ
ਨਵਾਬ ਕਹਿਣ ਲੱਗਿਆ, ਉਹ ਕਾਮਲ ਮੁਝ ਨਹੀਂ ਪਛਾਨਾ। ਮੈਨੂੰ ਤਾਂ ਪਤਾ ਨਹੀਂ ਲੱਗਦਾ ਮਲਕ ਜੀ, ਕੋਈ ਮਿਲੂਗਾ ਵੀ ਬੰਦਾ ਹੈ ਕੋਈ ਰੱਬ ਦਾ ਪਿਆਰਾ ਫਕੀਰ ਫਕਰ। ਕਹਿਤ ਮਲਕ ਇੱਕ ਨਾਨਕ ਨਾਮੋ। ਮਲਕ ਕਹਿਣ ਲੱਗਿਆ ਬਦਲਾ ਲੈਣ ਦਾ ਚੰਗਾ ਮੌਕਾ ਹੈ। ਕਹਿੰਦੇ ਇੱਥੇ ਇੱਕ ਆਏ ਹੋ ਜੀ ਨਾਨਕ ਤਪਾ ਕਰਕੇ, ਸੁਣਿਆ ਕਾਫੀ ਤਾਕਤ ਹੈ ਉਹਨਾਂ ਵਿੱਚ। ਉਹ ਕਾਮਲ ਸਮਝ ਹੋਇ ਬਿਰਾਮੋ। ਉਹ ਬਹੁਤ ਸੁੰਦਰ ਤੇ ਕਾਮਲ ਹੈ। ਦੋਹਰਾਉ ਬਹੁ ਨਰ ਸੁਨਹਿ ਨ ਗਨ ਹੈ, ਮਨ ਔਗਨ ਕੈ ਗੁਣ ਰੀਤ। ਕਿਉਂਕਿ ਬਹੁਤ ਸਾਰੇ ਜਿਹੜੇ ਬੰਦੇ ਹੁਣੇ ਕਵੀ ਜੀ ਨਸੀਹਤ ਕਰਦੇ ਕਿ ਗੁਣ ਔਗਣ ਦਾ, ਉਹ ਦੇਖਦੇ ਨਹੀਂ ਇਹ ਗੱਲ ਗੁਣ ਵਾਲੀ ਹੈ ਕਿ ਔਗਣ ਵਾਲੀ ਹੈ। ਸੰਤ ਗਹੇ ਤੇ ਰੀਜਈ, ਕਿਦੋਂ ਸੇਵ ਸਹਿ ਪ੍ਰੀਤ। ਉਹ ਉਸ ਵਕਤ ਸੰਤ ਗਹੇ ਤੇ ਰੀਝਈ, ਸੰਤ ਪਕੜੇ ਤੋਂ ਹੀ ਪ੍ਰਸੰਨ ਹੁੰਦੇ ਨੇ, ਭਾਵ ਜਾਂ ਫਿਰ ਸੰਤ ਜਾਂ ਸਾਈਂ ਸੰਤਾਂ ਨੂੰ ਫੜਿਆ ਹੀ ਰੀਝਦਾ ਹੈ। ਉਹ ਪ੍ਰੀਤ ਨਾਲ ਸੇਵਾ ਕੀਤਿਆਂ ਇਸ ਤਰ੍ਹਾਂ ਨਹੀਂ ਰੀਝਦਾ ਕਿ ਬੰਦਾ ਫੜ ਕੇ ਧੱਕੇ ਨਾਲ ਲਿਆਵੇ ਫੇਰ ਰੀਝਦਾ। ਸੰਤ ਮਹਾਤਮਾ ਤਾਂ ਸੇਵਾ ਨਾਲ ਪ੍ਰਸੰਨ ਹੁੰਦੇ ਨੇ। ਇਹ ਕਹਿੰਦਾ ਧੱਕੇ ਨਾਲ ਫੜ ਲਿਆ ਉਹਨਾਂ ਨੂੰ। ਜੋ ਪਈ ਸੁਨ ਪਠਾਨ ਨੇ ਮੰਜ ਪਠਾਏ, ਸੁਣ ਕੇ ਪਠਾਨ ਨੇ ਬੰਦੇ ਭੇਜੇ। ਲਾਲੋ ਸਦਨ ਦਿਸਾ ਸੋ ਆਏ, ਉਹ ਭਾਈ ਲਾਲੋ ਦੇ ਗ੍ਰਹਿ ਵਿਖੇ ਚੱਲ ਕੇ ਆਏ। ਗਵਨੇ ਹੋਤੇ ਤਬ ਹੈ ਉਦਿਆਨਾ, ਉਸ ਵਕਤ ਮਹਾਰਾਜ ਜੀ ਜੰਗਲ ਵੱਲ ਗਏ ਹੋਏ ਸੀ। ਕਮਲ ਨੈਣ ਸ੍ਰੀ ਗੁਰਗਤ ਦਾਨਾ, ਕਮਲ ਨੈਣ ਸੋ ਸੱਚੇ ਪਾਤਸ਼ਾਹ ਜੀ ਕਲਿਆਣ ਦੇ ਦੇਣ ਹਾਰੇ। ਕਹਾਂ ਕਿ ਚਲੇ ਹੋ ਭੁਆਲ ਬੁਲਾਏ, ਕਹਾਂ ਕਿ ਚਲੋ ਭਵਾਲ ਬੁਲਾਏ, ਜਲਦੀ ਕਰੋ ਰਾਜੇ ਨੇ ਬੁਲਾਇਆ ਤੁਹਾਨੂੰ। ਕਰੋ ਨਾਹੀਂ ਤੋ ਗਹਿ ਲੈ ਜਾਏ, ਜੇ ਨਾ ਕਰੋਗੇ ਤਾਂ ਪਕੜ ਕੇ ਲੈ ਜਾਵਾਂਗੇ। ਕਮਲ ਬਦਨ ਸੁਨ ਕਰਤਨ ਬਾਨੀ। ਉਸ ਵਕਤ ਕਮਲ ਬਦਨ ਗੁਰੂ ਨਾਨਕ ਦੇਵ ਜੀ, ਜਿਨ੍ਹਾਂ ਦਾ ਚਿਹਰਾ ਕਮਲ ਵਰਗਾ ਸੀ ਨਾ ਸੁੰਦਰ, ਇਸ ਤਰ੍ਹਾਂ ਸੁਣ ਕੇ ਬਚਨ ਕਰਨ ਲੱਗੇ ਨੇ। ਗਮਨੇ ਸੰਗ ਨਿਰਪਤ ਸਥਾਨੀ, ਉਸ ਵਕਤ ਸਥਾਨ ਹੁੰਦਾ ਥਾਂ ਤੇ, ਉਸ ਥਾਂ ਦੇ ਉੱਤੇ ਜਿਹੜਾ ਖਾਨ ਦਾ ਟਿਕਾਣਾ ਰਾਜੇ ਦਾ ਮਹਿਲ ਸੀ ਉੱਥੇ ਗਏ। ਵੈਸੇ ਨਿਕਟ ਜਾਏ ਜਗ ਤੇਸਾ, ਜਗਤ ਦੇ ਮਾਲਕ ਉਸ ਵਕਤ ਨੇੜੇ ਜਾ ਕਰਕੇ ਬੈਠੇ। ਬੋਲੋ ਦਰਸ ਬਲੋਕ ਨਰੇਸਾ, ਦਰਸ਼ਨ ਕਰਕੇ ਰਾਜਾ ਬੋਲਿਆ, ਓ ਫਕੀਰਾ ਮਮ ਸੁਤ ਕੋ ਰੋਗੂ। ਇਹ ਫਕੀਰ ਜੀ, ਇਹ ਜਿਹੜਾ ਮੇਰਾ ਪੁੱਤਰ ਹੈ ਇਹਦਾ ਰੋਗ ਹੈ। ਦੇਹੋ ਗਵਾਏ ਕਰੋ ਨਹਿ ਸੋਗੂ। ਸਾਨੂੰ ਸੋਗ ਤੋਂ ਚਿੰਤਾ ਤੋਂ ਮੁਕਤ ਕਰ ਦਿਓ, ਸਾਡੇ ਪੁੱਤਰ ਦਾ ਰੋਗ ਦੂਰ ਕਰ ਦਿਓ ਜੀ। ਜਤ ਰਾਖੋ ਮੈਂ ਕੈਦ ਮੁਝਾਰਾ, ਕਹਿੰਦੇ ਨਹੀਂ ਤਾਂ ਤੈਨੂੰ ਮੈਂ ਕੈਦ 'ਚ ਰੱਖਾਂਗਾ ਜੇ ਤੁਸੀਂ ਮੇਰੇ ਪੁੱਤ ਦਾ ਰੋਗ ਨਾ ਠੀਕ ਕੀਤਾ। ਨਹਿ ਸੋਡੋ ਨਹਿ ਦਿਓ ਆਹਾਰਾ, ਨਾ ਛੱਡਾਂਗਾ ਤੇ ਨਾ ਤੈਨੂੰ ਭੋਜਨ ਦੇਵਾਂਗਾ। ਸੁਨ ਬੋਲੇ ਸ੍ਰੀ ਨਾਨਕ ਬਚਨਾ, ਧੰਨ ਗੁਰੂ ਨਾਨਕ ਦੇਵ ਜੀ ਸੁਣ ਕੇ ਬਚਨ ਬੋਲੇ, ਤੂੰ ਪਾ ਮੋਹ ਬੰਦ ਮੈਂ ਪਚਨਾ। ਤੂੰ ਤਾਂ ਮੋਹ ਦੇ ਬੰਧਨਾਂ ਵਿੱਚ ਹੀ ਪੈ ਕੇ ਪਚਿਆ ਫਿਰਦਾ ਹੈ। ਜਿਸ ਕੋ ਹਤਨ ਚਾਹਤ ਹੋ ਰੋਗਾ, ਸੋ ਜਿਹਦਾ ਰੋਗ ਤੂੰ ਨਾਸ਼ ਕਰਨਾ ਚਾਹੁੰਦਾ, ਹਟਾਉਣਾ ਚਾਹੁੰਦਾ ਹੈ, ਸੋ ਤੋ ਪਹੁੰਚਤ ਭਾਸ ਜਮ ਲੋਗੂ। ਉਹ ਪਹਿਲਾਂ ਆਦੇ ਪੁੱਤ ਨੂੰ ਜਾ ਕੇ ਦੇਖ ਤਾਂ ਲੈ, ਇੱਥੇ ਵੀ ਆ ਕਿ ਜਮ ਲੋਕ ਚਲਿਆ ਗਿਆ। ਜਾ ਕੇ ਦੇਖ ਲਾ ਆਪਦਾ ਪੁੱਤ, ਉਹ ਤਾਂ ਪਹੁੰਚ ਗਿਆ ਉੱਪਰ, ਤੇ ਤੂੰ ਮੈਨੂੰ ਕਹਿਣਾ ਮੈਂ ਜੇਲ੍ਹ 'ਚ ਰੱਖਣਾ ਹੈ। ਸੁਧ ਨਿਕੇਤ ਕੀ ਲਿਹੋ ਮੰਗਾਈ, ਜਾ ਆਪਣੇ ਘਰ ਦੀ ਖਬਰ ਜਾ ਕੇ ਮੰਗਾ। ਹੁਣ ਨਿਕਟ ਬੈਠ ਕਿਉਂ ਗਾਲ ਬਜਾਈ, ਕਿਉਂ ਨੇੜੇ ਬੈਠ ਕਰਕੇ ਐਵੇਂ ਡੀਂਗਾ ਮਾਰਦਾ ਸਾਡੇ ਕੋਲੇ। ਸੁਨ ਬਿਸਮਤ ਘਰ ਨਰ ਕੋ ਭੇਜਾ, ਸੁਣ ਕੇ ਹੈਰਾਨ ਹੋ ਕੇ ਇਹਨੇ ਫਿਰ ਬੰਦਾ ਘਰੇ ਭੇਜਿਆ। ਇਹਦਾ ਪੀਰ ਜਨ ਫਟਤ ਕਰੇ ਜਾ, ਮਾਨੋ ਕਹਿੰਦੇ ਉਸ ਵਕਤ ਪੀੜਾ ਦੇ ਨਾਲ ਇਹਦਾ ਕਲੇਜਾ ਫਟ ਗਿਆ। ਇਤਨੇ ਮੈਂ ਮਾਨਵ ਤਹਿ ਆਵਾ, ਇਹਨੇ ਨੂੰ ਉੱਥੇ ਬੰਦਾ ਆਇਆ ਚੱਲ ਕੇ। ਮਰਤਕ ਭੈ ਕੋ ਬਚਨ ਸੁਨਾਵਾ, ਕਹਿੰਦੇ ਜੀ ਤੁਹਾਡਾ ਪੁੱਤਰ ਤਾਂ ਚੜ੍ਹਾਈ ਕਰ ਗਿਆ। ਸੁਨਤ ਭਇਓ ਸੋ ਬੇਕੁਲ ਨਰੇਸਾ, ਉਸ ਵਕਤ ਰਾਜਾ ਬਹੁਤ ਵਿਆਕੁਲ ਹੋਇਆ। ਉਠਾਏ ਸ੍ਰੀ ਪ੍ਰਭੂ ਜਗਤੇਸਾ, ਜਗਤ ਦੇ ਮਾਲਕ ਗੁਰੂ ਨਾਨਕ ਦੇਵ ਜੀ ਉੱਠ ਕੇ ਵਾਪਸ ਆ ਗਏ। ਸਹਿ ਸੁਭਾਏ ਗਏ ਉਦਿਆਨਾ, ਸੁਤੇ ਸਿੱਧੀ ਫੇਰ ਜੰਗਲ ਵਿੱਚ ਜਾ ਕੇ ਬੈਠ ਗਏ। ਕਿਉ ਹਾਨ ਜਿਨ ਮਾਨੀ ਮਾਨਾ, ਜਿਨ੍ਹਾਂ ਨੇ ਮਾਨੀਆਂ ਹੰਕਾਰੀਆਂ ਦਾ ਹੰਕਾਰ ਨਾਸ਼ ਕੀਤਾ ਹੈ। ਇਸ ਪ੍ਰਕਾਰ ਤਹਿ ਸਮਾਂ ਬਿਤਾਵਾ, ਇਸ ਤਰੀਕੇ ਨਾਲ ਉੱਥੇ ਸਮਾਂ ਬਤੀਤ ਕੀਤਾ। ਜਨ ਦੁਖ ਬਨ ਕੋ ਜੋ ਗੁਰ ਦਾਵਾ, ਸੋ ਜਿਵੇਂ ਮਹਾਰਾਜ ਸੱਚੇ ਪਾਤਸ਼ਾਹ ਜਨਾਂ ਦੇ ਦੁੱਖ ਰੂਪੀ ਜੰਗਲ ਨੂੰ ਜੋ ਗੁਰੂ ਜੀ ਬੰਦ ਦੀ ਅੱਗ ਵੱਤ ਹਨ, ਭਾਵ ਜੋ ਆਪਣੇ ਸੇਵਕਾਂ ਦੇ ਦੁੱਖ ਰੂਪ ਜੰਗਲ ਨੂੰ ਸਾੜ ਦਿੰਦੇ ਹਨ। ਲਾਲੋ ਆਲੇ ਰਹਿਨ ਗੁਜ਼ਾਰੈ, ਭਾਈ ਲਾਲੋ ਦੇ ਘਰ ਵਿੱਚ ਰਾਤ ਗੁਜ਼ਾਰਦੇ ਨੇ। ਹੋਰ ਹੋਤ ਉਦਿਆਨ ਪਧਾਰੈ, ਸਵੇਰ ਹੁੰਦਿਆਂ ਸਾਰ ਫਿਰ ਜੰਗਲ 'ਚ ਜਾ ਕੇ ਫਿਰ ਸਮਾਧੀ ਲਾ ਲੈਂਦੇ ਹਨ। ਦੋਹਰਾ ਪਦ ਪੰਕਜ ਕੀ ਪਾਸ ਬਾਰੋ, ਪਰਮ ਮਨੋਗ ਪਰਾਗ। 40ਵਾਂ ਪ੍ਰਸੰਗ ਪ੍ਰਾਰੰਭ ਕੀਤਾ ਕਵੀ ਜੀ ਨੇ। ਦੋਹਰਾ ਉਚਾਰਨ ਕਰਨੇ। ਚਰਨ ਰਜ ਮੰਗਲ ਹੈ, ਚਰਨਾਂ ਦੀ ਧੂੜੀ ਕੀ ਚੀਜ਼ ਹੈ। ਔਰ ਸਤਿਗੁਰੂ ਮਹਾਰਾਜ ਬਖਸ਼ਿਸ਼ ਕਰਦੇ ਨੇ ਕਿ ਸ੍ਰੀ ਗੁਰੂ ਦੇ ਚਰਨਾਂ ਕਮਲਾਂ ਦੀ ਸ੍ਰੇਸ਼ਟ ਧੂੜੀ ਮੰਨੋ ਬਹੁਤ ਹੀ ਸੁੰਦਰ ਪਿਰਾਗ ਹੈ, ਜਿਵੇਂ
ਫੁੱਲ ਦੇ ਅੰਦਰ ਇੱਕ ਧੂੜਾ ਹੁੰਦਾ, ਉਹਨੂੰ ਪਿਰਾਗ ਕਹਿੰਦੇ ਹਨ। ਨਿਜ ਬਨ ਮੱਧ ਭਲਵਾਏ ਕੈ ਕਹੂੰ ਕਥਾ ਅਨੁਰਾਗ। ਇਸ ਸੁੰਦਰ ਪਿਰਾਗ ਦੇ ਉੱਪਰ ਆਪਣੇ ਭੌਰੇ ਵਰਗੇ ਮਨ ਨੂੰ ਲੁਭਾਏਮਾਨ ਕਰਕੇ ਮੈਂ ਪ੍ਰੇਮਮਈ ਕਥਾ ਅੱਗੇ ਹੋਰ ਆਖਦਾ ਹਾਂ। ਜੋ ਪਈ ਬਾਲਾ ਕਹਿਤ ਸੁਣਤ ਸ੍ਰੀ ਅੰਗਦ। ਭਾਈ ਬਾਲਾ ਜੀ ਕਹਿੰਦੇ ਧੰਨ ਗੁਰੂ ਅੰਗਦ ਦੇਵ ਜੀ, ਫਿਰ ਅੱਗੇ ਸੁਣੋ ਕੀ ਹੋਇਆ। ਸ੍ਰੀ ਗੁਰੂ ਕਥਾ ਦੇਵ ਦੈ ਸੰਪਦ। ਦੈਵੀ ਸੰਪਦਾ ਸ਼ੁਭ ਗੁਣਾਂ ਨੂੰ ਦੇਣ ਵਾਲੀ ਕਥਾ ਹੈ ਗੁਰੂ ਨਾਨਕ ਸਾਹਿਬ ਦੀ। ਤ੍ਰਿਪਤ ਨਾ ਹੋਤ ਸ਼ਰਵਨ ਪਟ ਪੀਏ। ਜਿਹੜੇ ਕੰਨਾਂ ਰੂਪ ਡੂਨੇ ਨੇ ਨਾ, ਇਹ ਕਥਾ ਸੁਣਦੇ ਸੁਣਦੇ ਰੱਜਦੇ ਨਹੀਂ, ਕਥਾ ਸੁਣੀ ਜਾਓ ਸੁਣੀ ਜਾਓ। ਜੇ ਨਾਨਕ ਅਸਥਾਨੀ ਥੀਐ। ਸੋ ਜਿਹੜੇ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਭਾਵ ਗੁਰੂ ਅੰਗਦ ਦੇਵ ਜੀ ਸੱਚੇ ਪਾਤਸ਼ਾਹ ਉਹਨਾਂ ਦੇ ਥਾਂ ਤੇ ਹੋਏ ਨੇ। ਵਿਦਤ ਨ ਕਰਤ ਕਲਾ ਜਿਨ ਗੋਈ। ਸੋ ਜਿਨ੍ਹਾਂ ਨੇ ਆਪਣੀ ਕਲਾ ਨੂੰ ਛੁਪਾਇਆ ਹੈ, ਪ੍ਰਗਟ ਨਹੀਂ ਕੀਤਾ ਹੈ। ਸੁਨੇ ਅਜਾਨ ਸੁਮਾਨਿੰਗ ਸੋਈ। ਮਹਾਰਾਜ ਸੱਚੇ ਪਾਤਸ਼ਾਹ ਅਣਜਾਣਾ ਵਾਂਗੂ ਸੁਣਦੇ, ਨਾਲੇ ਸਾਰਾ ਕੁਝ ਜਾਣਦੇ ਨੇ, ਅੰਤਰਜਾਮੀ ਨੇ। ਫੇਰ ਵੀ ਸੱਚੇ ਪਾਤਸ਼ਾਹ ਗੁਰੂ ਅੰਗਦ ਦੇਵ ਜੀ ਐ ਸੁਣਦੇ ਨੇ ਜਿਵੇਂ ਅਣਜਾਣ ਬੰਦਾ ਭਾਵਨਾ ਨਾਲ ਬੈਠ ਕੇ, ਭਈ ਬੜਾ ਆਨੰਦ ਆਇਆ ਕਥਾ ਦਾ। ਤਿਰਕਾ ਲਗ ਦਰਸੀ ਸਭ ਜਾਣੈ। ਤ੍ਰਿਕਾਲ ਦਰਸੀ ਸੱਚੇ ਪਾਤਸ਼ਾਹ ਸਭ ਜਾਣਨਹਾਰ, ਪਰਮਾਤਮਾ ਦੇ ਵਿੱਚ ਅਭੇਦ ਰੂਪ ਆਪ ਪਰਮਾਤਮਾ। ਪਰ ਫੇਰ ਵੀ ਦੇਖੋ, ਇਉਂ ਕਥਾ ਸੁਣਨ ਦੇ ਚੰਗੇ ਸਰੋਤੇ ਸਤਿਗੁਰੂ ਬਣ ਕੇ ਆਪ ਕਥਾ ਸੁਣਦੇ ਹਨ। ਗੁਪਤ ਵਿਦਤ ਨਿਜ ਹਿਰਦੈ ਪਛਾਨੈ। ਗੁਪਤ ਤੇ ਪ੍ਰਗਟ ਸਾਰੀਆਂ ਸ਼ਕਤੀਆਂ ਆਪਣੇ ਮਨ ਦੇ ਅੰਦਰ ਸਭ ਜਾਣਦੇ ਨੇ, ਪਰ ਸਤਿਗੁਰੂ ਸੱਚੇ ਪਾਤਸ਼ਾਹ ਦੁਨੀਆ ਦੇ ਅੰਦਰ ਆ ਕੇ ਵਰਤੇ ਆਮ ਇਨਸਾਨਾਂ ਵਾਂਗੂ ਹੀ ਨੇ। ਜਿਉ ਸਾਂਗੀ ਬਹੁ ਵੇਖ ਕਰੇ। ਜਿਵੇਂ ਜਿਹੜੇ ਸਵਾਂਗੀ ਹੁੰਦਾ ਬਹੁਤ ਸਾਰੇ ਭੇਖ ਦਿਖਾਉਂਦਾ ਹੈ। ਏਕ ਜੋਤ ਦਸ ਰੂਪ ਧਰੇ। ਇਸ ਤਰ੍ਹਾਂ ਵੇਖ ਨਵਾਂ ਨਵਾਂ ਵੇਖ, ਜਿਵੇਂ ਰਾਜਾ ਆਪਣੀ ਪੋਸ਼ਾਕ ਤਬਦੀਲ ਕਰਕੇ ਆ ਜਾਂਦਾ। ਇੱਕ ਜੋਤ ਹੈ, 10 ਰੂਪ ਨੇ। ਪਹਿਲਾ ਰੂਪ ਉਹੀ ਹੈ, ਦੂਜਾ ਵੀ ਉਹੀ ਹੈ, ਤੀਜਾ ਸਰੂਪ ਵੀ ਉਹੀ ਹੈ। ਇਸ ਤਰ੍ਹਾਂ ਸਾਰੇ ਰੂਪ ਇੱਕੋ ਹੀ ਹਨ। ਆਪਣਾ ਆਪਨ ਕਬਹਿ ਜਨਾਇਓ। ਪਰ ਆਪਣਾ ਆਪ ਕਦੇ ਜਨਾਇਆ ਨਹੀਂ ਹੈ ਕਿ ਇੰਨੀ ਤਾਕਤ ਦੇ ਮਾਲਕ ਇਹੀ ਪਰਮੇਸ਼ਰ ਦੀ ਵਡਿਆਈ ਵੱਡੀ ਹੈ। ਸਮੁੰਦਰ ਦੀ ਵਡਿਆਈ ਵੱਡੀ ਕਿਹੜੀ ਆ? ਇਹ ਨਹੀਂ ਕਿ ਦੁਨੀਆ ਡੁਬੋ ਦੇਣੀ ਇਹਦੀ ਵਡਿਆਈ ਹੈ। ਇੰਨੀ ਸਮਰੱਥਾ ਹੁੰਦਿਆਂ ਕਿ ਸਾਰੀ ਧਰਤੀ ਨੂੰ ਇੱਕ ਛਿਨ ਵਿੱਚ ਆਪਣੇ ਵਿੱਚ ਲੀਨ ਕਰ ਲੈਣ ਵਾਲਾ ਸਮੁੰਦਰ ਕਿਸ ਤਰ੍ਹਾਂ ਸ਼ਾਂਤ ਰਹਿੰਦਾ ਹੈ। ਭਗਤ ਰੂਪ ਧਰ ਭਗਤ ਕਹਾਇਓ। ਉਸ ਵਕਤ ਭਗਤ ਰੂਪ ਧਾਰਨ ਕਰਕੇ ਭਗਤ ਹੀ ਕਹਾਇਆ ਦੁਨੀਆ ਵਿੱਚ। ਦੋਹਰਾ ਸਾਂਗੀ ਪਾਸਲ ਵੇਖ ਕੋ ਕਬ ਨ ਬਤਾਵੇ ਸੋਏ। ਸੋ ਜਿਹੜਾ ਸਵਾਂਗ ਕਰਨ ਵਾਲਾ ਹੁੰਦਾ ਹੈ ਨਾ, ਉਹ ਪਿਛਲੇ ਵੇਖ ਨੂੰ ਆਪਣੇ ਨੂੰ ਕਦੇ ਨਹੀਂ ਦੱਸਦਾ। ਇਹ ਨਹੀਂ ਗੁਰੂ ਅੰਗਦ ਦੇਵ ਜੀ ਕਹਿੰਦੇ ਕਿ ਮੈਂ ਹੀ ਗੁਰੂ ਨਾਨਕ ਦੇਵ ਜੀ ਹਾਂ, ਐਸਾ ਕਿਹਾ ਹੀ ਨਹੀਂ। ਹੈਨ ਤੇ ਆਪ ਹੀ ਗੁਰੂ ਨਾਨਕ ਦੇਵ ਜੀ, ਗੁਰੂ ਅੰਗਦ ਦੇਵ ਰੂਪ ਧਾਰ ਲਿਆ, ਉਹੀ ਜੋਤ ਅੰਦਰ ਬਿਰਾਜਮਾਨ ਹੈ। ਦੁਨੀਆ ਨੂੰ ਨਹੀਂ ਦੱਸਦੇ ਕਿਉਂਕਿ ਆਪ ਤਾਂ ਅਲੋਪ ਹੀ ਹੋ ਗਏ ਸੀ। ਕਿੱਥੇ ਨੇ? ਬਾਬਾ ਬੁੱਢਾ ਜੀ ਨੇ ਪੁੱਛਿਆ ਸੰਗਤ ਨੇ, ਗੁਰੂ ਨਾਨਕ ਦੇਵ ਜੀ ਕਿੱਥੇ ਨੇ? ਕਹਿੰਦੇ ਗੁਰੂ ਅੰਗਦ ਕੇ ਹੀਏ ਮੇ। ਗੁਰੂ ਨਾਨਕ ਗੁਰੂ ਅੰਗਦ ਕੇ ਹੀਏ ਮੇ, ਉੱਥੇ ਹੀ ਜੋਤ ਬਿਰਾਜਮਾਨ ਹੈ। ਉਹੀ ਜੋਤ ਤੀਜਿਆਂ ਸਰੂਪਾਂ 'ਚ ਬਿਰਾਜਮਾਨ ਹੈ। ਉਹੀ ਜੋਤ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਬਿਰਾਜਮਾਨ ਹੈ। ਦੇਖ ਲਓ, ਮਹਾਰਾਜ ਕਹਿੰਦੇ ਨਿਗਾਹ ਹੈ ਤਾਂ ਦੇਖੋ ਬਈ, ਉਹੀ ਜੋਤ ਹੈ ਮਹਾਰਾਜ ਵਿੱਚ। ਦੇਖ ਤਰੇ ਜਸ ਕ੍ਰਿਤ ਤਸ। ਇਸ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਨੇ ਜਿਹੜੇ ਸੰਸਾਰ ਦੇ ਅੰਦਰ 10 ਰੂਪ ਧਾਰਨ ਕੀਤੇ ਨੇ ਨਾ, ਉਹਨਾਂ ਨੇ ਜਿਹਾ ਜਿਹਾ ਕਰਤੱਵ ਕਰਦੇ ਉਹੋ ਜਿਹਾ ਰੂਪ ਧਾਰ ਲੈਂਦੇ ਨੇ। ਜੇ 5ਵਾਂ ਰੂਪ ਧਾਰਿਆ ਫਿਰ ਸ਼ਹੀਦੀ ਵਾਲਾ, 6ਵਾਂ ਰੂਪ ਖੰਡਾ ਖੜਕਾਉਣ ਵਾਲਾ, 10ਵਾਂ ਰੂਪ ਫਿਰ ਖੰਡਾ ਖੜਕਾ ਦਿੱਤਾ। ਇਹ ਜਾਣੈ ਸਭ ਕੋਈ। ਇਹ ਸਾਰੀ ਦੁਨੀਆ ਜਾਣਦੀ ਹੈ। ਦੋਹਰਾ ਭਾਈ ਇਮਨਾਬਾਦ ਮੈਂ ਇਹ ਬਿਦ ਕਥਾ ਸੁਜਾਨ। ਕਹਿੰਦੇ ਸੁਜਾਨ ਸਿਆਣਿਓ ਸੁਣੋ, ਇਮਨਾਬਾਦ ਵਿੱਚ ਇਸ ਤਰ੍ਹਾਂ ਮਲਕ ਭਾਗੋ ਨਾਲ ਕਥਾ ਹੋਈ ਸਾਰੀ। ਅਬ ਤਲਵੰਡੀ ਕੀ ਕਹਿਓ ਸੁਨਿਆ ਦਇਆ ਨਿਧਾਨ। ਉਸ ਵਕਤ ਕਹਿੰਦੇ ਹੁਣ ਸੁਣੋ ਅੱਗੇ ਜੋ ਤਲਵੰਡੀ ਦੇ ਵਿੱਚ ਜੋ ਜੋ ਹੋਇਆ ਹੈ ਨਾ, ਇਹ ਗੁਰੂ ਅੰਗਦ ਦੇਵ ਜੀ ਅੱਗੇ ਸੁਣੋ ਜੀ। ਜੋ ਪਈ ਬਾਲਾ ਧਰ ਧਿਆਨ ਸੁਖ ਰਾਸੂ। ਭਾਈ ਬਾਲਾ ਜੀ ਨੇ ਉਸ ਵਕਤ ਸੁਖਾਂ ਦੀ ਰਾਸ ਗੁਰੂ ਨਾਨਕ ਦੇਵ ਜੀ ਦਾ ਧਿਆਨ ਧਰਿਆ। ਉਚਰਨ ਲੱਗਾ ਬਹੁਰ ਇਤਿਹਾਸੂ। ਫਿਰ ਇਤਿਹਾਸ ਸੁਣਾਉਣ ਲੱਗੇ ਅੱਗੇ। ਪੂਰਬ ਤਲਵੰਡੀ ਹਾਂ ਆਇਓ। ਪਹਿਲਾਂ ਮੈਂ ਤਲਵੰਡੀ ਆਇਆ। ਕਾਲੂ ਕੋ ਕਹੇ ਜਾਏ ਸੁਨਾਇਓ। ਸੋ ਬਾਬਾ ਕਲਿਆਣ ਚੰਦ ਜੀ ਨੂੰ ਕਿਸੇ ਨੇ ਜਾ ਕੇ ਦੱਸਿਆ। ਸੁਣ ਕਰ ਧੂਰਨ ਆਵਾ ਧਾਈ। ਸੁਣ ਕਰਕੇ ਛੇਤੀ ਦੇ ਨਾਲ ਆਏ ਚੱਲ ਕੇ। ਪੂਜਨ ਲੱਗਾ ਕੁਸਲ ਮੁਝ ਤਾਈ। ਮੈਨੂੰ ਆ ਕੇ ਗੁਰੂ ਨਾਨਕ ਦੇਵ ਜੀ ਬਾਰੇ ਪੁੱਛਣ ਲੱਗੇ ਸੁਖ ਸਾਂਦ। ਜੇਕਰ ਕੁਸਲ ਨਾਨਕੀ ਤਬ। ਉਸ ਵਕਤ ਬੇਬੇ ਨਾਨਕੀ ਜੀ ਦੀ ਸੋ ਸਾਰੀ ਕੁਸ਼ਲ ਪੂਰਵਕ ਦੱਸਿਆ, ਸੁਖ ਸਾਂਦ ਨਾਲ ਰਹਿੰਦੇ ਨੇ। ਪੁੰਨ ਨਾਨਕ ਬਿਰਤਾਂਤ ਭਨਿਓ ਸਭ। ਫਿਰ ਗੁਰੂ ਨਾਨਕ ਦੇਵ ਜੀ ਦਾ ਬਿਰਤਾਂਤ ਮੈਂ ਦੱਸਿਆ, ਕਿਉਂਕਿ ਭਾਈ ਬਾਲਾ ਜੀ ਜਦ ਗੁਰੂ ਨਾਨਕ ਦੇਵ ਜੀ ਤੋਂ ਆਗਿਆ ਲੈ ਕੇ ਸੁਲਤਾਨਪੁਰੋਂ ਗਏ ਸੀ ਨਾ,
ਤਲਵੰਡੀ ਨੂੰ, ਇਹ ਉਦੋਂ ਦਾ ਪਿਛਲਾ ਪ੍ਰਸੰਗ ਸੁਣਾ ਰਹੇ ਹਨ। ਰਹੇ 3 ਦਿਨ ਸਰਿਤਾ ਮਾਹੀ। ਇਹ ਪੁਰਾਣੀ ਗੱਲ ਸੁਣਾਈ ਕਿ 3 ਦਿਨ ਤੱਕ ਬੇਈਨ ਨਦੀ ਵਿੱਚ ਰਹੇ ਸੀ। ਫਿਰ ਨਿਕਸੇ ਬਹੁਰ ਕਰੀ ਕਿਰਤ ਨਾਹੀ। ਬਾਹਰ ਨਿਕਲ ਕੇ ਬੈਠੇ, ਫਿਰ ਕੋਈ ਕੰਮ ਨਹੀਂ ਕੀਤਾ। ਆਪਨ ਕੋ ਸਭ ਦਰਬ ਲੁਟਾਇਆ। ਹੱਟੀ ਦੇ ਸਾਰਾ ਪੈਸਾ, ਧਨ ਦੌਲਤ ਪਦਾਰਥ ਲੁਟਾ ਦਿੱਤਾ। ਸਭੇ ਨਵਾਬ ਹਿਸਾਬ ਕਰਾਇਆ। ਫਿਰ ਨਵਾਬ ਨੇ ਹਿਸਾਬ ਕਿਤਾਬ ਕਰਵਾਇਆ ਸੀ ਉੱਥੇ। ਦੋਹਰਾ ਨਿਕਸੇ ਬਾਕੀ 760 ਰਜ ਤਪਨ ਔਰ। ਰਜਤ ਹੁੰਦੀ ਚਾਂਦੀ, ਰਜਤ ਦੇ 5 ਰੁਪਈਏ ਜਿਹੜੇ ਹੁੰਦੇ ਨੇ 760 ਰੁਪਏ ਨਿਕਲੇ ਸੀ ਬਾਕੀ। ਅਰਧ ਲਹੇ ਮੂਲੇ ਤਵੇ ਕਰ ਪੁਕਾਰ ਤਹ ਠੌਰ। ਉਸ ਵਕਤ ਬਾਬਾ ਮੂਲ ਚੰਦ ਜੀ ਨੇ ਪੁਕਾਰ ਕਰਕੇ ਅੱਧੇ ਰੁਪਈਏ ਜਿਹੜੇ ਸੀਗੇ ਪਰਿਵਾਰ ਵਾਸਤੇ ਲੈ ਲਏ ਸੀ ਉੱਥੇ। ਚੌਪਈ ਰਹਿਓ ਸ੍ਰੀ ਚੰਦਾ ਪੁਰ ਸੁਲਤਾਨਾ। ਉਸ ਵਕਤ ਜਿਹੜੇ ਸੀ ਬਾਬਾ ਸ਼੍ਰੀ ਚੰਦ ਜੀ ਤਾਂ ਰਹੇ ਸੁਲਤਾਨਪੁਰ ਸਾਹਿਬ ਹੀ। ਮੂਲਾ ਲੈ ਕਰ ਸੁਤਾ ਪਿਆਨਾ। ਬਾਬਾ ਮੂਲ ਚੰਦ ਜੀ ਆਪਣੀ ਸੁਪੁੱਤਰੀ ਮਾਤਾ ਸੁਲੱਖਣੀ ਜੀ ਨੂੰ ਲੈ ਕਰਕੇ ਫਿਰ ਵਾਪਸ ਪਿੰਡ ਚਲੇ ਗਏ। ਪੁੰਨ ਮਸੀਤ ਮਹਿ ਜੈਸੇ ਹੋਈ। ਫਿਰ ਮਸੀਤ ਵਾਲਾ ਕੌਤਕ ਭਾਈ ਬਾਲਾ ਜੀ ਨੇ ਸੁਣਾਇਆ। ਕਾਲੂ ਢਿਗ ਮਹਿ ਭਾਖੀ ਸੋਈ। ਉਸ ਵਕਤ ਕਹਿੰਦੇ ਬਾਬਾ ਕਲਿਆਣ ਚੰਦ ਜੀ ਕੋਲ ਮੈਂ ਸਾਰੀਆਂ ਗੱਲਾਂ ਸੁਣਾਈਆਂ। ਇਹ ਸ੍ਰੀ ਨਾਨਕ ਲਖ ਹਰ ਅਵਤਾਰਾ। ਧੰਨ ਗੁਰੂ ਨਾਨਕ ਦੇਵ ਜੀ ਤਾਂ ਹਰੀ ਦਾ ਅਵਤਾਰ ਹੈ। ਕੁਲ ਤੁਮਰੀ ਮਹਿ ਭਇਓ ਉਜਾਰਾ। ਇਹ ਤਾਂ ਤੁਹਾਡੀ ਕੋਲ ਦੇ ਵਿੱਚ ਦੇਖੋ ਆ ਕਰਕੇ ਮਹਾਰਾਜ ਨੇ ਚਾਨਣ ਕਰ ਦਿੱਤਾ ਹੈ। ਵੈਸੇ ਬਹਿਰ ਅਬ ਹੈ ਉਦਿਆਨਾ। ਹੁਣ ਬਾਹਰ ਉਦਿਆਨ ਦੇ ਵਿੱਚ ਜਾ ਕੇ ਜੰਗਲ 'ਚ ਬੈਠੇ ਨੇ। ਕਬ ਕਬ ਆਵੇ ਸੂਸਾ ਸਥਾਨਾ। ਕਦੇ ਕਦੇ ਬੇਬੇ ਨਾਨਕੀ ਜੀ ਦੇ ਘਰ ਵਿੱਚ ਆਉਂਦੇ ਹਨ ਚੱਲ ਕੇ। ਸੁਣ ਕਰ ਕਾਲੂ ਰਿਸੋ ਪਜਾਈ। ਸੁਣ ਕਰਕੇ ਬਾਬਾ ਕਲਿਆਣ ਚੰਦ ਨੂੰ ਬਹੁਤ ਗੁੱਸਾ ਆਇਆ। ਬੋਬਿਤ ਮੁਸੋ ਕੀਨ ਲੜਾਈ। ਮੇਰੇ ਨਾਲ ਬੜੀ ਲੜਾਈ ਕੀਤੀ ਉਹਨਾਂ ਨੇ ਉਸ ਵਕਤ। ਨਾਨਕ ਕਰ ਤੋ ਬਹੁਤ ਕਮਾਈ। ਗੁਰੂ ਨਾਨਕ ਦੇਵ ਜੀ ਬਹੁਤ ਕਮਾਈ ਕਰਦੇ ਸੀ। ਉਹ ਬਾਲੇ ਤੈ ਦੀਨ ਗਵਾਈ। ਇਹ ਤੂੰ ਸਾਰੇ ਪੁੱਠੇ ਕੰਮ ਕਰਾਉਣਾ ਨਾ, ਤੂੰ ਸਾਰੇ ਪੈਸੇ ਖਰਾਬ ਕਰਵਾਤੇ। ਤੂੰ ਕੋਲ ਰਹਿਣਾ ਸਿਆਣਾ, ਤੂੰ ਪੈਸੇ ਸਾਂਭ ਕੇ ਨਹੀਂ ਰੱਖਦਾ ਉਹਨਾਂ ਦੇ। ਦੋਹਰਾ ਮੋਦੀ ਕਰਤ ਮਹਿ ਦਰਬ ਬਹੁ ਬਦ ਤੇ ਆਪ ਤੋ ਹਾਥ। ਇਹ ਮੋਦੀ ਦੀ ਕਿਰਤ ਕਰਦਿਆਂ ਬਹੁਤ ਸਾਰਾ ਪੈਸਾ ਉਹਨਾਂ ਦੇ ਕੋਲ ਆਉਂਦਾ ਵੀ ਸੀ, ਵੱਧ ਵੀ ਸਕਦਾ ਉਹਨਾਂ ਦੇ ਹੱਥ ਵਿੱਚ। ਸੋ ਬਾਲੇ ਤੈ ਖੋਏ ਕਰ ਦੀਨ ਫਕੀਰਨ ਸਾਥ। ਬਾਲਿਆ ਤੂੰ ਖਰਾਬ ਕੀਤਾ ਸਾਰਾ ਕੰਮ, ਫਕੀਰਾਂ ਫਕੂਰਾਂ ਨੂੰ ਦਬਾ ਛੱਡਿਆ। ਇੱਧਰ ਉੱਧਰ ਪੈਸਾ ਭਾਈ ਬਾਲੇ ਦੇ ਪਿੱਛੇ ਹੀ ਪੈ ਗਏ ਉਸ ਵਕਤ। ਚੌਪਈ ਤਾਹਿਰ ਲਾਇ ਫਕੀਰਨ ਮਾਹੀ। ਆ ਤੂੰ ਉਹਨਾਂ ਨੂੰ ਫਕੀਰਾਂ ਨਾਲ ਲਾ ਕੇ ਆਪ ਤਾਂ ਖੜਾ ਛੁਡਾ ਕੇ ਇੱਥੇ ਆ ਗਿਆ ਮੇਰੇ ਕੋਲੇ। ਕੁਲ ਉਦਰੀ ਤਾਂ ਮੁਸੋ ਪ੍ਰਾਹੀ। ਆ ਮੈਨੂੰ ਪਤਾ ਕੀ ਕਹਿੰਦਾ ਜਾਣ ਕੇ, ਇਹ ਤੁਹਾਡੀ ਤਾਂ ਕੋਲ ਉਧਰ ਗਈ, ਤੁਹਾਡੇ ਚਾਨਣ ਹੋ ਗਿਆ ਕੁਲ 'ਚ। ਉਹ ਜਾ ਕੇ ਫਕੀਰ ਬਣ ਗਏ ਆ, ਟੱਬਰ ਉਹਨਾਂ ਦਾ ਰੁਲ ਗਿਆ, ਪੈਸਾ ਕੋਲ ਕੋਈ ਨਹੀਂ ਰਿਹਾ। ਆਖੇ ਮੈਨੂੰ ਕਹਿੰਦਾ ਆਖੇ ਟੱਬਰ ਕੋਲ ਉਧਰ ਗਈ ਤੁਹਾਡੀ, ਤੇ ਆਪ ਨਾ ਤੂੰ ਨਾਲ ਗਿਆ। ਇਉਂ ਲੜਾਈਆਂ ਕਰਦੇ ਨੇ। ਸੁਖ ਸੋ ਆਪ ਆਨ ਘਰ ਵੈਸਾ। ਆਪ ਆਰਾਮ ਨਾਲ ਆਪਦੇ ਘਰੇ ਆ ਕੇ ਬੈਠ ਗਿਆ। ਹੁਣ ਦਰਬ ਲੁਟਾਵਤ ਨਹੀਂ ਰਖੇਸਾ। ਉਹ ਪੈਸਾ ਜਿਹੜਾ ਸੀ ਲੁਟਾਉਂਦੇ ਉਹ ਰੱਖ ਲੈਂਦਾ, ਤੂੰ ਰੱਖਿਆ ਨਹੀਂ ਪੈਸਾ ਸਾਰਾ ਉੱਥੇ ਗਰੀਬਾਂ ਨੂੰ, ਉਹਨਾਂ ਫਕੀਰਾਂ ਫੱਕਰਾਂ ਨੂੰ ਵੰਡ ਦਿੱਤਾ ਉੱਥੇ। ਇਕਠੋ ਦਰਬ ਨਾ ਕੁਛ ਕਰਵਾਇਓ। ਸੋ ਇਕੱਠੋ ਦਰਬ ਨਾ ਕਸ਼ ਕਰਵਾਇਓ, ਪੈਸਾ ਇਕੱਠਾ ਹੀ ਨਹੀਂ ਕਰਵਾਇਆ ਤੂੰ ਉਹਨਾਂ ਤੋਂ। ਜੋ ਆਪ ਤੁਸਾ ਬਾਦ ਲੁਟਾਇਓ। ਜੋ ਆਈ ਗਿਆ ਸਾਰਾ ਐਵੇਂ ਬੇਅਰਥੀ ਲੁਟਾਈ ਗਏ। ਖਾਵਤ ਖਰਚਤ ਇਕਸੀ ਜੋਰੀ। ਸੋ ਖਾਂਦਿਆਂ ਖਰਦਿਆਂ ਇੱਕੋ ਜਿਹੀ ਜੋੜੀ ਤੁਸੀਂ ਇਕੱਠੀ ਹੋ ਗਈ ਦੋਨਾਂ ਦੀ। ਤੂੰ ਵੀ ਉਹੋ ਜਿਹਾ ਰਲ ਗਿਆ, ਉਹ ਵੀ ਉਹੋ ਜਿਹੇ ਰਲ ਗਏ। ਧਨ ਕੀ ਗਮੀ ਨਾ ਮਨ ਮੈਂ ਥੋਰੀ। ਬਹੁਤ ਮਨ ਦੇ ਅੰਦਰ ਗਮ ਲੱਗਿਆ ਧਨ ਦਾ, ਪੈਸਾ ਸਾਰਾ ਖਰਾਬ ਕਰ ਦਿੱਤਾ। ਸੁਣ ਕਰ ਮੈਂ ਪੁਨ ਬਚਨ ਅਲਾਏ। ਸੁਣ ਕਰਕੇ ਮੈਂ ਬਚਨ ਕਹੇ। ਸੁਤਾ ਸੁਤਾਵਤ ਬੂਝੋ ਜਾਏ। ਮੈਨੂੰ ਕਿਉਂ ਪੁੱਛਦੇ ਹੋ? ਆਪਣੀ ਪੁੱਤਰੀ ਨੂੰ ਤੇ ਭਾਈਆ ਜੈ ਰਾਮ ਨੂੰ ਪੁੱਛੋ। ਤੁਸੀਂ ਮੇਰੇ ਨਾਲ ਹੀ ਲੜ ਪੈਂਦੇ ਹੋ ਹਰ ਵਾਰੀ। ਬਿਨਾ ਲਿਖੇ ਕਿਉਂ ਕਰਿਓ ਰੋਸੂ। ਸੋ ਤੁਸੀਂ ਬਿਨਾ ਨਿਰਖੇ ਕਿਉਂ ਐਵੇਂ ਮੇਰੇ ਤੇ ਗੁੱਸਾ ਕਰੀ ਜਾਂਦੇ ਹੋ? ਤੁਸੀਂ ਆਪ ਉਹਨਾਂ ਨੂੰ ਜਾ ਕੇ ਪੁੱਛੋ। ਪੈਸੇ ਤਾਂ ਸੰਭਾਲਦੇ ਸੀ ਸਾਰੇ ਉਹ, ਤੇ ਗੁੱਸਾ ਤੁਸੀਂ ਮੇਰੇ ਨਾਲ ਕਰਦੇ ਹੋ। ਤਿਨ ਹੈ ਬੂਝ ਮੁਝ ਦੀਜੈ ਦੋਸੂ। ਉਹਨਾਂ ਨੂੰ ਜਾ ਕੇ ਪੁੱਛੋ ਪੈਸੇ ਕਿਹਨੇ ਲੁਟਾਏ ਨੇ, ਕਿਹਨੇ ਕੀ ਕੀਤਾ, ਫੇਰ ਤੁਸੀਂ ਮੈਨੂੰ ਗੁੱਸੇ ਹੋਇਓ। ਦੋਹਰਾ ਬਹੁਤ ਬਰਖ ਮੈਂ ਆਪਣੀ ਦਈ ਕਮਾਈ ਖੋਏ। ਬਹੁਤ ਸਾਲ ਮੈਂ ਆਪਣੀ ਕਮਾਈ ਖੋ ਦਿੱਤੀ। ਸ੍ਰੀ ਨਾਨਕ ਸੰਗ ਰਹਤੇ ਹੋ ਜਾਣਤ ਹੈ ਸਭ ਕੋਏ। ਮੈਂ ਆਪਣੇ ਘਰ ਦਾ ਸਾਰਾ ਕੰਮਕਾਰ ਛੱਡ ਕੇ ਗੁਰੂ ਨਾਨਕ ਦੇਵ ਜੀ ਨਾਲ ਰਹਿੰਦਾ। ਭਾਈ ਬਾਲਾ ਜੀ ਕਹਿੰਦੇ, ਤੇ ਤੁਸੀਂ ਕਹਿੰਦੇ ਹੋ ਕਿ ਤੂੰ ਉੱਥੇ ਕਮਾਈ, ਮੇਰੀ ਘਰ ਦੀ ਨਹੀਂ ਕਮਾਈ ਗਈ। ਮੈਂ ਹੁਣ ਨੂੰ ਕਿੰਨੇ ਰੁਪਈਏ ਕਮਾ ਸਕਦਾ ਸੀ, ਖੇਤੀਬਾੜੀ ਕਰਦਾ, ਆਹ ਕਰਦਾ, ਉਹ ਕਰਦਾ। ਮੇਰੇ ਘਰੇ ਵੀ ਤਾਂ ਨੁਕਸਾਨ ਇੰਨਾ ਹੋਇਆ ਹੀ ਆ। ਫਿਰ ਮੈਨੂੰ ਕੌਣ ਕਹੂਗਾ ਇਹ ਸਿਆਣਾ ਇਹ। ਚੌਪਈ ਧਨ ਕੀ ਮੁਝ ਕੋ ਰੰਚ ਨਾ ਚਾਹੇ। ਇਹ ਪੈਸੇ ਦੀ ਮੈਨੂੰ ਬਿਲਕੁਲ ਇੱਛਾ ਨਹੀਂ ਹੈ ਮਨ ਦੇ ਅੰਦਰ।
ਜਨਮ ਸੁਧਾਰ ਲਖਿਓ ਭਵ ਮਾਹੀ। ਮੈਂ ਤਾਂ ਆਪਣੇ ਜਾਣਦਾ ਕਿ ਸੰਸਾਰ ਦੇ ਵਿੱਚ ਮੇਰਾ ਜਨਮ ਸਫਲਾ ਹੋ ਰਿਹਾ ਗੁਰੂ ਨਾਨਕ ਸਾਹਿਬ ਦੇ ਨਾਲ ਰਹਿ ਕੇ। ਮੋਹ ਸੰਗ ਕਿਉ ਝਗਰਤ ਤੁਮ ਐਸੇ। ਮੇਰੇ ਨਾਲ ਤੁਸੀਂ ਕਿਉਂ ਝਗੜਦੇ ਹੋ ਜੀ? ਬੁਝੋ ਸੂਤਾ ਭਈ ਵਿਦ ਜੈਸੇ। ਆਪਣੀ ਪੁੱਤਰੀ ਨੂੰ ਜਾ ਕੇ ਬੇਬੇ ਨਾਨਕੀ ਨੂੰ ਪੁੱਛੋ, ਜਿਵੇਂ ਜਿਵੇਂ ਹੋਇਆ ਉਹ ਦੱਸੇਗੀ। ਇਹ ਵਿਦ ਸੁਨ ਕਾਲੂ ਤਹ ਗਇਓ। ਇਹ ਸੁਣ ਕੇ ਬਾਬਾ ਕਲਿਆਣ ਚੰਦ ਜੀ ਗੁੱਸੇ ਚ ਆ ਕੇ ਸੁਲਤਾਨਪੁਰ ਸਾਹਿਬ ਗਏ। ਬਾਅਦ ਵਿੱਚ ਕਾਲ ਬਤੀਤ ਕੁਛਕ ਤਹੈ ਭਇਓ। ਕੁਝ ਕੁ ਸਮਾਂ ਉੱਥੇ ਬਤੀਤ ਹੋਏ। ਆਵਾ ਤਲਵੰਡੀ ਮਰਦਾਨਾ। ਇੰਨੇ ਨੂੰ ਭਾਈ ਮਰਦਾਨਾ ਮਹਾਰਾਜ ਤੋਂ ਆਗਿਆ ਲੈ ਕੇ ਉੱਥੋਂ ਤਲਵੰਡੀ ਆ ਗਏ ਸੀ। ਜਦੋਂ ਭਾਈ ਲਾਲੋ ਦੇ ਘਰੋਂ ਆਗਿਆ ਲਈ ਸੀ, ਨਿਜ ਪਰਿਵਾਰ ਮਿਲਿਓ ਸੁਖ ਮਾਨਾ। ਉਹ ਆਪਣੇ ਪਰਿਵਾਰ ਨੂੰ ਆ ਕੇ ਮਿਲੇ, ਬੜਾ ਸੁਖ ਮੰਨਿਆ। ਸੁਨ ਕਾਲੂ ਪੁਨ ਲਿਓ ਬੁਲਾਈ। ਨੌਕਰ ਨੂੰ ਭੇਜ ਕੇ ਕਹਿੰਦੇ ਜਾਓ ਮਰਦਾਨੇ ਨੂੰ ਬੁਲਾ ਕੇ ਲਿਆ ਮੇਰੇ ਕੋਲੇ। ਕਹੋ ਸੁਧ ਨਾਨਕ ਹੈ ਕਿਹ ਥਾਈ। ਕਿਉਂ ਵੀ ਮਰਦਾਨਾ? ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਬਾਰੇ ਪੁੱਛਣ ਲੱਗੇ, ਕਿੱਥੇ ਨੇ ਨਾਨਕ ਜੀ? ਅਵਲੋਕੋ ਕੋ ਵਿਦ ਤਿਹ ਜਾਹੀ। ਸੋ ਅਵਲੋਕਿਓ ਕੋ ਵਿਦ ਤਿਹ ਜਾਹੀ। ਤੈਨੂੰ ਮੈਂ ਇੱਥੋਂ ਭੇਜਿਆ ਸੀ ਵੀ ਜਾ ਕੇ ਉਹਨਾਂ ਦਾ ਪਤਾ ਤਾਂ ਲੈ ਕੇ ਆ। ਤੂੰ ਜਿਉਂ ਗਿਆ ਜਿਉਂ ਕਿ ਮੁੜਿਆ ਹੀ ਨਹੀਂ। ਆ ਹੁਣ ਤੂੰ ਮੁੜਿਆ ਇਹਨੇ ਮਹੀਨਿਆਂ ਬਾਅਦ ਇੱਥੇ। ਰਹਿਓ ਬਾਵਰਾ ਕੈ ਸੁਧ ਪਾਈ। ਨਾ ਹੁਣ ਤੂੰ ਹੋਸ਼ ਵਿੱਚ ਹੈ, ਤੂੰ ਖਬਰ ਪਾਈ ਉਹਨਾਂ ਦੀ? ਆ ਕੇ ਮੈਨੂੰ ਦੱਸਿਆ ਨਹੀਂ ਕੀ ਬਣਿਆ ਉੱਥੇ। ਦੋਹਰਾ ਸੁਧ ਨਾਨਕ ਕੀ ਲਿਹੋ ਤੁਮ ਸੁਨਹੁ ਕਾਨ ਜਜਮਾਨ। ਕਹਿਣ ਲੱਗੇ ਜਜਮਾਨ ਗੱਲ ਸੁਣੋ ਤੁਸੀਂ ਕੰਨ ਵਿੱਚ, ਉਹਨਾਂ ਦੀ ਖਬਰ ਮੇਰੇ ਕੋਲ ਲਓ। ਹੁਣ ਮੈਂ ਦੱਸਦਾ ਤੁਹਾਨੂੰ। ਗਟੀ ਨਾ ਗੁਨੀਐ ਤਿਨ ਕਰਿਓ ਸਭ ਕੁਲ ਕਾ ਕਲਿਆਣ। ਉਹ ਵੀ ਕਹਿੰਦੇ ਗਿਣਤੀ ਨਾ ਗਿਣੋ, ਸਾਰੇ ਕੁਲ ਦੀ ਕਲਿਆਣ ਕਰਤੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ। ਉਹਨਾਂ ਨੇ ਸਾਰੀ ਕੁਲ ਤਾਰ ਦਿੱਤੀ ਤੁਹਾਡੀ। ਜੋ ਪਈ ਪਰਮ ਰੂਪ ਪਰਮੇਸ਼ਵਰ ਪਰਾ। ਉਹ ਤਾਂ ਕੀ ਨੇ, ਸਾਰਿਆਂ ਤੋਂ ਪਰੇ ਆ ਨਾ, ਜੋ ਪਰਮ ਰੂਪ ਪਰਮੇਸ਼ਰ ਉਹ ਆਪ ਹੈ ਗੁਰੂ ਨਾਨਕ ਜੀ। ਸੋ ਤੁਮ ਘਰ ਤਨ ਧਰ ਅਵਤਾਰਾ। ਉਹ ਤੁਹਾਡੇ ਘਰ ਦੇ ਵਿੱਚ ਅਵਤਾਰ ਧਾਰ ਕੇ ਪਰਮੇਸ਼ਰ ਪ੍ਰਗਟ ਹੋਇਆ ਹੈ। ਮੰਦਮਤੀ ਕਲ ਕਾਲ ਵਿਸਾਲਾ। ਕਿਉਂਕਿ ਖੋਟੀ ਮੱਤ ਵਾਲੇ ਲੋਕ ਕਲਯੁਗ ਦੇ ਵਿੱਚ ਬਹੁਤ ਪੈਦਾ ਹੋ ਗਏ ਨੇ। ਛੁੱਟ ਬਾਬੈ ਬਹੁ ਨਰ ਜਮ ਜਾਲਾ। ਇਹ ਤਾਂ ਬਹੁਤ ਲੋਕਾਂ ਨੂੰ ਜਮਦੂਤਾਂ ਤੋਂ ਬਚਾਉਂਦੇ ਫਿਰਦੇ ਨੇ ਥਾਂ ਥਾਂ ਤੇ। ਭੇਵ ਨ ਤਿਨ ਕੋ ਜਾਨੋ ਜਾਵੇ। ਉਹਨਾਂ ਦਾ ਭੇਦ ਨਹੀਂ ਕੋਈ ਜਾਣ ਸਕਦਾ ਜੀ। ਕਰਮ ਹੇਰ ਆਚਾਰਜ ਉਰ ਆਵੇ ਹੈ। ਉਹਨਾਂ ਦੇ ਤਾਂ ਕਰਮ ਦੇਖ ਕੇ ਨਾ, ਕਰਤੱਵ ਦੇਖ ਕੇ ਹੈਰਾਨਗੀ ਆਉਂਦੀ ਮਨ ਵਿੱਚ। ਪੀਰ ਮੀਰ ਨਹਿ ਸੰਸਰ ਕੋਈ। ਉਹਨਾਂ ਦੇ ਬਰਾਬਰ ਕੋਈ ਨਹੀਂ ਹੈ, ਨਾ ਕੋਈ ਪੀਰ ਨਾ ਕੋਈ ਮੀਰ ਹੁੰਦਾ ਰਾਜਾ। ਕਲਾ ਵਿਸਾਲ ਰੱਖੀ ਜਨ ਗੋਈ। ਉਹਨਾਂ ਨੇ ਤਾਂ ਆਪਣੀ ਸ਼ਕਤੀ ਨੂੰ ਛੁਪਾ ਕੇ ਰੱਖਿਆ ਹੋਇਆ ਹੈ। ਕਿਉਂ ਏਮਨਾ ਬਾਦ ਪਿਆਨਾ। ਉਹ ਤਾਂ ਇੱਥੋਂ ਹੁਣ ਏਮਨਾਬਾਦ ਨਗਰ ਵਿਖੇ ਚਲੇ ਗਏ ਨੇ। ਹਉ ਪੀ ਗਇਓ ਸੰਗਤ ਹੈ ਥਾਨਾ। ਮੈਂ ਵੀ ਨਾਲ ਹੀ ਉੱਥੇ ਗਿਆ ਸੀ ਉਹਨਾਂ ਦੇ। ਇਕੇ ਤਹਾ ਮੈਂ ਆਇਓ ਅਵਾਸਾ। ਉਹ ਉੱਥੇ ਕੁਝ ਚਿਰ ਲਈ ਟਿਕ ਗਏ ਨੇ ਤੇ ਮੈਂ ਇੱਥੇ ਹੁਣ ਆ ਗਿਆ ਆਪਣੇ ਘਰ ਦਾ ਪਤਾ ਲੈਣ। ਮਿਲ ਕਰ ਬਹਰ ਜਾਉ ਤੈਨ ਪਾਸਾ। ਮੈਂ ਤੁਹਾਨੂੰ ਸਾਰਿਆਂ ਨੂੰ ਮਿਲ ਕੇ ਫੇਰ ਉਹਨਾਂ ਦੇ ਕੋਲ ਵਾਪਸ ਮੁੜਾਂਗਾ। ਦੋਹਰਾ ਸੁਨ ਸਰੋਨਨ ਮੈਂ ਬਚਨ ਏ ਕਾਲੂ ਰਿਸ ਅਧਿਕਾਏ। ਉਹ ਪਹਿਲਾਂ ਹੀ ਬੜੇ ਗੁੱਸੇ ਸੀ, ਹੋਰ ਗੁੱਸੇ 'ਚ ਆ ਗਏ। ਕਹਿੰਦੇ ਜਿਹੜਾ ਕੋਈ ਆਉਂਦਾ ਉਹ ਕਹਿੰਦਾ ਕਲਿਆਣ ਕਰਤੀ, ਕੁਲ ਤਾਰਤੀ। ਇੱਥੇ ਸਾਰੇ ਪੈਸੇ ਲਟਾਤੇ ਉਹਨਾਂ ਨੇ, ਇਹ ਕਹਿੰਦੇ ਕਿ ਕੁਲ ਤਾਰਤੀ। ਕੰਨਾਂ ਵਿੱਚ ਸੁਣ ਕੇ ਹੋਰ ਗੁੱਸਾ ਆ ਗਿਆ ਹੈ। ਭੇਦ ਨ ਸੁਤ ਕੋ ਜਾਣਹੀ ਤਿਹ ਪ੍ਰਤ ਪੁਰਖ ਅਲਾਏ। ਕਠੋਰ ਬਚਨ ਕਹੇ, ਆਪਣੇ ਪੁੱਤਰ ਦੇ ਭੇਦ ਨੂੰ ਜਾਣ ਨਹੀਂ ਸਕੇ। ਜੋ ਪਈ ਕਿਆ ਬੋਲਤ ਮੂਰਖ ਮੁਖ ਬਾਤੀ। ਬਾਬਾ ਕਲਿਆਣ ਚੰਦ ਜੀ ਭਾਈ ਮਰਦਾਨੇ ਨੂੰ ਕਹਿਣ ਲੱਗੇ, ਉਹ ਮੂਰਖਾ, ਮੂੰਹ ਚੋਂ ਇਹ ਗਈਆਂ ਜਿਹੀਆਂ ਗੱਲਾਂ ਬੋਲਦਾ ਤੂੰ। ਮੰਦਮਤੀ ਮੈਂ ਢੂਮ ਕੁਜਾਤੀ। ਇਹ ਮੰਦ ਖੋਟੀ ਬੁੱਧੀ ਵਾਲਾ ਢੂਮ ਕੁਜਾਤ ਜਿਹਾ ਕਰਦਾ ਕੀ ਆ? ਇੱਥੇ ਮੈਨੂੰ ਗੁੱਸਾ ਚੜਿਆ ਪਿਆ, ਸਾਰੇ ਪੈਸੇ ਲੁਟਾਤੇ ਤੇ ਤੂੰ ਕਹੀ ਜਾਂਦਾ ਉਹ ਕਲਿਆਣ ਕਰਤੀ, ਟੱਬਰ ਦੀ ਸਾਰੀ ਕੁਲਾਂ ਤਾਰਤੀਆਂ। ਐਂ ਬਾਲਾ ਕਹੀ ਜਾਂਦਾ, ਉਹ ਹਰਦਿਆਲ ਪ੍ਰੋਤ ਕਹੀ ਜਾਂਦਾ, ਉਹ ਸਾਰੇ ਕਹੀ ਜਾਂਦੇ ਨੇ। ਸਾਡੇ ਘਰੇ ਉਹਨੇ ਪੈਸਾ ਨਹੀਂ ਕੋਈ ਛੱਡਿਆ। ਇਸ ਕਰਕੇ ਤੁਸੀਂ ਸਾਰੇ ਹੀ ਰਲੇ ਹੋਏ ਆਪਸ ਵਿੱਚ। ਮੁਝ ਕੋ ਕਹੈ ਭਇਓ ਅਵਤਾਰਾ। ਮੈਨੂੰ ਕਹਿੰਦੇ ਕਿ ਅਵਤਾਰ ਹੋਇਆ ਤੁਹਾਡੇ ਘਰੇ। ਜਿਨ ਸਗਰੋ ਮਮ ਸਦਨ ਉਜਾਰਾ। ਹੁਣ ਮੇਰਾ ਸਾਰਾ ਘਰ ਉਜਾੜ ਕੇ ਰੱਖ ਦਿੱਤਾ ਹੈ। ਗਇਓ ਹਮਾਰਾ ਤੇ ਮੈਂ ਜਾਨੀ। ਉਹ ਮੇਰੇ ਤਾਂ ਘਰੋਂ ਸਾਰਾ ਗਿਆ, ਮੈਨੂੰ ਤਾਂ ਪਤਾ ਨਾ ਕਿ ਪਾਈ ਪਾਈ ਗਿਣ ਕੇ ਰੱਖੀ ਹੋਈ, ਕਿੰਨਾ ਲੁਟਾਇਆ ਮੇਰਾ ਉਹਨਾਂ ਨੇ। ਜਿਸਨੇ ਰੀਤ ਫਕੀਰੀ ਠਾਨੀ। ਜਿਨ੍ਹਾਂ ਨੇ ਫਕੀਰੀ ਦੀ ਰੀਤੀ ਪਾ ਦਿੱਤੀ ਦੁਨੀਆ 'ਚ। ਉਹ ਕਹੈ ਮੋਚਤਾ ਲੋਚਨ ਨੀਰੋ। ਕਿਉਂ ਕਹਿ ਕੇ ਬਾਬਾ ਕਲਿਆਣ ਚੰਦ ਦੇ ਅੱਖਾਂ 'ਚ ਅੱਥਰੂ ਆ ਗਏ। ਸੁਤ ਕੇ ਦੁਖ ਮੈਂ ਭਇਓ ਅਧੀਰੂ। ਪੁੱਤਰ ਦੇ ਦੁੱਖ ਵਿੱਚ ਨਾ ਬੇਹੌਸਲਾ ਜੇ ਹੋ ਗਏ। ਕਹਿੰਦੇ ਮੇਰਾ ਪੁੱਤ ਤਾਂ ਬਸ ਨਲਾਇਕ ਹੀ ਨਿਕਲਿਆ। ਰਾਏ ਨਿਕਟ ਕਹਿ ਜਾਏ ਸੁਨਾਵਾ। ਉਸ ਵਕਤ ਬਾਬਾ
ਰਾਏ ਬਲਾਰ ਜੀ ਕੋਲ ਜਾ ਕੇ ਗੱਲ ਕਿਸੇ ਨੇ ਸੁਣਾਤੀ। ਸੁਤ ਲੈ ਕਰ ਮਰਦਾਨਾ ਆਵਾ। ਭਾਈ ਮਰਦਾਨਾ ਜੀ ਆਏ ਜੀ ਗੁਰੂ ਨਾਨਕ ਦੇਵ ਜੀ ਕੋਲੋਂ, ਰਾਏ ਬਲਾਰ ਨੂੰ ਕਿਸੇ ਨੇ ਦੱਸ ਦਿੱਤਾ। ਹਰਖ ਅਦਿਕ ਕਰ ਨਿਕਟ ਬੁਲਾਵਾ। ਬਹੁਤ ਖੁਸ਼ ਹੋ ਕੇ ਰਾਏ ਬਲਾਰ ਜੀ ਨੇ ਭਾਈ ਮਰਦਾਨੇ ਨੂੰ ਕੋਲ ਬੁਲਾਇਆ। ਬੂਝਨ ਹਿਤ ਸੁਖ ਬਚਨ ਅਲਾਵਾ। ਉਸ ਵਕਤ ਪੁੱਛਣ ਵਾਸਤੇ ਬਹੁਤ ਸੁਖ ਦੇ ਬਚਨ ਕਹੇ। ਦੋਹਰਾ ਸ੍ਰੀ ਨਾਨਕ ਸੁਧ ਦੀਜੀਐ ਕੈਸੇ ਕੀਨੋ ਰੰਗ। ਧੰਨ ਗੁਰੂ ਨਾਨਕ ਦੇਵ ਜੀ ਦੀ ਖਬਰ ਦਿਓ, ਕਿਵੇਂ ਅੱਜ ਕੱਲ ਰੰਗ ਆਨੰਦ ਮਾਣ ਰਹੇ ਨੇ, ਦੁਨੀਆ ਨੂੰ ਤਾਰ ਰਹੇ ਨੇ, ਉਹਨਾਂ ਬਾਰੇ ਦੱਸੋ। ਕੌਣ ਵੇਖ ਤਨ ਮੈਂ ਧਰਿਓ ਕਿਉ ਤੈ ਤਜਿਓ ਸੋ ਸੰਗ। ਉਹਨਾਂ ਨੇ ਕਿਹੜਾ ਰੂਪ ਧਾਰਿਆ, ਅੱਜ ਕੱਲ ਸਰੀਰ ਦੇ ਉੱਤੇ ਕੈਸੇ ਵਸਤਰ ਪਾਏ ਹੋਏ ਨੇ, ਤੇ ਤੂੰ ਉਹਨਾਂ ਦਾ ਸੰਗ ਛੱਡ ਕੇ ਕਿਉਂ ਆਇਆ। ਰਾਏ ਬਲਾਰ ਜੀ ਗੁੱਸਾ ਕਰਦੇ ਨੇ, ਕਿਉਂ ਗੁਰੂ ਨਾਨਕ ਜੀ ਨੂੰ ਛੱਡ ਕੇ ਆ, ਉਹਨਾਂ ਦੀ ਸੇਵਾ 'ਚ ਹਾਜ਼ਰ ਰਹਿ ਜਾ ਕੇ। ਚੌਪਈ ਕਹਿ ਮਰਦਾਨਾ ਸੁਣੀਏ ਰਾਏ। ਭਾਈ ਮਰਦਾਨਾ ਜੀ ਕਹਿਣ ਲੱਗੇ, ਰਾਏ ਜੀ ਸੁਣੋ ਜੀ, ਨਾਨਕ ਧਾਰਿਓ ਰੂਪ ਖੁਦਾਏ। ਉਹ ਤਾਂ ਖੁਦਾ ਦਾ ਰੂਪ ਧਾਰਨ ਕਰ ਲਿਆ ਉਹਨਾਂ ਨੇ ਤਾਂ। ਕਿਹ ਕੀ ਉਪਮਾ ਦੇਵੋ ਤਾਂ ਮੈਂ ਕਿਹਦੇ ਬਰਾਬਰ ਉਪਮਾ ਦੇਵਾਂ ਤੁਹਾਨੂੰ ਉਹਨਾਂ ਦੀ। ਜਿਨ ਕੀ ਸਮ ਕੋ ਦਿਸਤ ਨਾਹੀ। ਮੈਨੂੰ ਗੁਰੂ ਨਾਨਕ ਦੇਵ ਜੀ ਦੇ ਬਰਾਬਰ ਹੋਰ ਕੋਈ ਦਿਖਦਾ ਹੀ ਨਹੀਂ ਹੈ। ਨਰਮ ਐਸੇ ਕਰਮ ਨ ਕੋ। ਬੰਦਿਆਂ ਵਾਲੇ ਤਾਂ ਉਹਨਾਂ 'ਚ ਕਰਮ ਨਹੀਂ, ਉਹ ਤਾਂ ਅਵਤਾਰਾਂ ਵਾਲਾ ਹੀ ਸਾਰਾ ਕੁਝ ਹੈ ਉੱਥੇ। ਜਿਹ ਵਿਦ ਕੇ ਜਗ ਕਰਹੀ ਸੋ। ਜਿਹੜੇ ਸੰਸਾਰ ਅੰਦਰ ਗੁਰੂ ਨਾਨਕ ਦੇਵ ਜੀ ਕਰਮ ਕਰਦੇ ਤਾਂ ਕੋਈ ਕਰ ਨਹੀਂ ਸਕਦਾ ਜੀ। ਪੀਰਨ ਕੇਸਰ ਰਾਜਤ ਪੀਰਾ। ਉਹ ਤਾਂ ਪੀਰਾਂ ਦੇ ਸਿਰ ਪੀਰ ਹਨ ਸਾਰਿਆਂ ਦੇ। ਸੋ ਰਾਜਤ ਤੋਂ ਭਾਵ ਸ਼ੋਭਨੀਕ ਹੋ ਰਹੇ ਨੇ। ਵੀਰਨ ਕੇਸਰ ਮੀਰ ਗੰਭੀਰਾ। ਰਾਜਿਆਂ ਦੇ ਸਿਰ ਰਾਜੇ ਨੇ, ਉਹ ਤਾਂ ਸਾਰਿਆਂ ਦੇ। ਤੁਮ ਹੋ ਸਭ ਰਾਜਨ ਕੇ ਰਾਜਾ, ਆਪੇ ਆਪ ਗਰੀਬ ਨਵਾਜਾ। ਦੁਖ ਨਾ ਭੂਖ ਨਾ ਵਿਆਪੈ ਕੋ। ਨਾ ਦੁੱਖ ਨਾ ਭੁੱਖ, ਉਹਨਾਂ ਨੂੰ ਕੁਝ ਵਿਆਪਦਾ ਹੀ ਨਹੀਂ ਹੈ। ਕਲਾਵਾਨ ਚਾਹੈ ਕਰ ਸੋ। ਉਹ ਤਾਂ ਬੜੀ ਸ਼ਕਤੀ ਵਾਲੇ ਆ, ਜੋ ਚਾਹੇ ਕਰ ਦੇਣ। ਸਾਧੋ ਸਾਧੋ ਸੁਨ ਭਾਗਤ ਰਾਓ। ਸ਼ਾਬਾਸ਼ ਸ਼ਾਬਾਸ਼। ਰਾਏ ਜੀ ਇਸ ਤਰ੍ਹਾਂ ਸੁਣ ਕੇ ਕਹਿੰਦੇ ਨੇ, ਜਸ ਅਸੋਹੀ ਜਸ ਕੀਨੋ ਗਾਓ। ਤੇ ਇਸ ਕਰਕੇ ਉਹਨਾਂ ਦਾ ਜਸ ਜਿਹੜਾ ਹੈ, ਜਸ ਐਸਾ ਹੀ ਹੈ ਜੈਸਾ ਤੂੰ ਕੀਤਾ ਹੈ ਨਾ। ਮੈਂ ਗੁਰੂ ਨਾਨਕ ਦੇਵ ਜੀ ਨੇ ਉਹੀ ਜਾਣਿਆ ਵੀ ਉਹ ਖੁਦਾ ਦਾ ਅਵਤਾਰ ਆਇਆ ਹੈ। ਦੋਹਰਾ ਵਿਰਧ ਭਈ ਮਮ ਦੇਹ ਅਬ ਮਰਦਾਨਾ ਸੁਨਵੈਨ। ਭਾਈ ਮਰਦਾਨਾ ਤੂੰ ਹੁਣ ਇਉਂ ਸੁਣ ਲੈ ਮੇਰੇ ਬਚਨ, ਵੀ ਮੇਰੀ ਜਿਹੜੀ ਦੇਹ ਹੀ ਆ ਨਾ, ਹੁਣ ਕਾਫੀ ਮੈਂ ਬਿਰਧ ਹੋ ਚੁੱਕਿਆ ਹਾਂ। ਕੈਸੇ ਦਰਸ਼ਨ ਹੋ ਕਰੋ ਸ੍ਰੀ ਮੁਖ ਕਰਨਾ ਐਨ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਮੈਂ ਦਰਸ਼ਨ ਕਿਵੇਂ ਕਰਾਂ, ਜੋ ਕਿਰਪਾ ਦੇ ਘਰ ਨੇ, ਇਹ ਮੈਂ ਸੋਚਦਾ ਰਹਿੰਦਾ ਹਾਂ। ਚੌਪਈ ਚਿੱਤ ਚਕੋਰ ਕੋ ਚਾਹੋ ਵਿਸਾਲਾ। ਜਿਵੇਂ ਚਕੋਰ ਦੇ ਮਨ ਅੰਦਰ ਚਾਹਨਾ ਹੁੰਦੀ ਆ ਚੰਦਰਮਾ ਨੂੰ ਦੇਖਣ ਦੇ। ਰੰਕਾ 700 ਦਰਸ ਦਿਆਲਾ। ਉਹ ਪੂਰਨਮਾਸ਼ੀ ਦੇ ਚੰਦਰਮਾ ਗੁਰੂ ਨਾਨਕ ਦੇਵ ਜੀ ਦੇ ਦਰਸ਼ਨਾਂ ਦੀ ਇੱਛਾ ਮੇਰੇ ਮਨ ਦੇ ਅੰਦਰ। ਮੈਂ ਵੀ ਉਹਨਾਂ ਦੇ ਚਰਨਾਂ ਦਾ ਭੰਮਰਾ ਹਾਂ। ਚਿਤ ਚਾਤਰ ਕੋ ਸਵਾਂਤ ਸਰੂਪਾ। ਜਿਵੇਂ ਚਾਤਰਕ ਜਿਹੜਾ ਚਾਹੁੰਦਾ ਹੈ ਨਾ ਚਿੱਤ ਦੇ ਵਿੱਚ ਸਵਾਂਤੀ ਬੂੰਦ ਮਿਲ ਜਾਵੇ। ਮਨ ਮਲਿੰਦ ਪਦ ਕੰਜ ਅਨੂਪਾ। ਸੋ ਮੈਂ ਵੀ ਗੁਰੂ ਨਾਨਕ ਦੇਵ ਦੇ ਸੋਹਣੇ ਚਰਨਾਂ ਕਮਲਾਂ ਦਾ ਭੰਮਰਾ ਹਾਂ। ਕਰ ਮਰਦਾਨੇ ਕਾਰਜ ਮੇਰਾ। ਭਾਈ ਮਰਦਾਨਿਆ ਹੁਣ ਤੂੰ ਹੀ ਮੇਰਾ ਕੰਮ ਕਰ ਸਕਦਾ ਹੈ। ਹੋਵੋ ਰਿਣੀ ਸਦਾ ਮੈਂ ਤੇਰਾ। ਮੈਂ ਸਦਾ ਤੇਰਾ ਰਿਣੀ ਰਹਾਂਗਾ, ਕਰਜ਼ਾਈ ਰਹਾਂਗਾ। ਤਬ ਅਸਾਨ ਕਬ ਮਨ ਨਾ ਭੁਲਾਉ। ਮੈਂ ਤੇਰਾ ਅਹਿਸਾਨ ਕਦੇ ਮਨ ਵਿੱਚੋਂ ਨਹੀਂ ਭੁਲਾਉਂਗਾ। ਜੇ ਦਰਸ਼ਨ ਨਾਨਕ ਅਬ ਪਾਉ। ਜੇ ਮੈਂ ਗੁਰੂ ਨਾਨਕ ਦੇਵ ਦੇ ਹੁਣ ਦਰਸ਼ਨ ਪਾ ਲਵਾਂ, ਮੈਨੂੰ ਤੂੰ ਇੱਕ ਵਾਰ ਜਾ ਕੇ ਉਹਨੂੰ ਬੇਨਤੀ ਕਰਦੇ, ਮੈਂ ਦਰਸ਼ਨ ਦੇ ਜਾਣ ਆ ਕੇ। ਕਰ ਮੁਝ ਪਰ ਇਹ ਪਰਉਪਕਾਰਾ। ਇਹ ਮੇਰੇ ਉੱਤੇ ਪਰਉਪਕਾਰ ਕਰਦੇ ਭਾਈ। ਦਰਸਾਵੋ ਦਰਸ਼ਨ ਇੱਕ ਬਾਰਾ। ਇੱਕ ਵਾਰ ਸਿਰਫ ਮੈਨੂੰ ਦਰਸ਼ਨ ਕਰਵਾ ਦੇ ਗੁਰੂ ਨਾਨਕ ਦੇਵ ਮਹਾਰਾਜ ਦੇ। ਜੋ ਰੰਕੈ ਕੋ ਪਾਰਸ ਦੇ। ਜਿਵੇਂ ਕਿਸੇ ਗਰੀਬ ਕੰਗਾਲ ਨੂੰ ਪਾਰਸ ਦੀ ਵੱਟੀ ਦੇ ਦਈਏ ਨਾ। ਜਸਾਮੀ ਕੋ ਆਮ ਮਟੇ। ਜਿਵੇਂ ਕਿਸੇ ਰੋਗੀ ਦਾ ਰੋਗ ਮਿਟਾ ਦਈਏ, ਦੂਰ ਕਰ ਦਈਏ। ਦੋਹਰਾ ਬੋਲਿਓ ਮਰਦਾਨਾ ਬਚਨ ਤੁਮਾਰਾ ਕਾਰਜ ਰਾਏ। ਉਸ ਵਕਤ ਭਾਈ ਮਰਦਾਨਾ ਜੀ ਬੋਲੇ, ਤੁਮਰਾ ਕਾਰਜ ਰਾਏ ਕਿਉਂ ਨਾ ਕਰੋ ਮੈਂ ਵੇਗ ਸੋ, ਜੇ ਤੇ ਸਭ ਸੁਖ ਪਾਏ। ਮੈਂ ਤੁਹਾਡਾ ਕੰਮ ਛੇਤੀ ਦੇ ਨਾਲ ਕਿਉਂ ਨਾ ਕਰਾਂਗਾ, ਜਿਹਦੇ ਨਾਲ ਸੁਖ ਪ੍ਰਾਪਤ ਹੋ ਜਾਵੇ। ਜੋ ਪਈ ਪੁੰਨ ਨਾਨਕ ਮਮ ਪੰਨ ਹੈ ਨਾਹੀ। ਪਰ ਇੱਕ ਗੱਲ ਜ਼ਰੂਰ ਇਹ ਮੈਂ ਤੁਹਾਨੂੰ ਬੇਨਤੀ ਕਰਾਂਗਾ, ਮੇਰੇ ਹੱਥ ਦੇ ਵਿੱਚ ਨਹੀਂ ਹੈ ਇਹ ਗੱਲ। ਫੇਰ ਨ ਚਾਹੇ ਜੇ ਤੁਮ ਮਨ ਮਾਹੀ। ਹਾਂ ਇੱਕ ਗੱਲ ਹੈ, ਤੁਸੀਂ ਇੱਥੋਂ ਹੀ ਖਿੱਚ ਪਾਓ। ਮੈਂ ਤਾਂ ਜਾ ਕੇ ਬੇਨਤੀ ਕਰ ਦਿਆਂਗਾ, ਮੇਰੇ ਇਹ ਨਹੀਂ ਹੱਥ 'ਚ ਮੈਂ ਜਾ ਕੇ ਕਹਿ ਦਿਆਂ ਵੀ ਚਲੋ ਜੀ ਉੱਥੇ। ਐ ਨਹੀਂ ਮੰਨਦੇ ਉਹ ਤਾਂ ਪ੍ਰੇਮੀ ਜੇ ਆਪ ਪ੍ਰੇਮ ਨਾਲ ਖਿੱਚ ਪਾਵੇ ਤਾਂ ਗੁਰੂ ਨਾਨਕ ਦੇਵ ਜੀ ਉੱਥੇ ਜਾਂਦੇ ਨੇ। ਬਾਲੇ ਕੋ ਬੁਲਾਏ ਦਿਓ ਸੰਗਾ। ਭਾਈ ਬਾਲੇ ਜੀ ਨੂੰ ਨਾਲ ਬੁਲਾ ਲਓ। ਦੋਨੋਂ ਗਮਨੈ ਸਹਿਤ ਉਮੰਗਾ। ਸਹਿਤ ਉਤਸ਼ਾਹ ਦੇ ਦੋਨੋਂ ਜਾਣੇ ਜਾਵਾਂਗੇ ਅਸੀਂ ਸਾਥੀ। ਜਾਏ ਅਗਾਰੀ ਬੇਨਤੀ ਕਰੇ। ਉਹਨਾਂ ਦੇ ਅੱਗੇ ਜਾ ਕੇ ਬੇਨਤੀ ਤੁਹਾਡੇ ਵੱਲੋਂ ਕਰਾਂਗੇ। ਤੁਮ ਐਸ ਕੋ ਸਿਰ ਪਰ ਧਰੇ। ਇੱਕ ਗੱਲ ਹੈ ਪੱਕੀ, ਵੀ ਜੇ ਤੁਸੀਂ ਕਹਿ ਦਿਓ ਨਾ
ਗੁਰੂ ਨਾਨਕ ਦੇਵ ਜੀ ਫਿਰ ਮੋੜਦੇ ਵੀ ਨਹੀਂ ਤੁਹਾਡਾ ਬਚਨ। ਜਬ ਹੀ ਸੁਨੈ ਸੰਦੇਸ਼ ਤੁਮਾਰੇ, ਜਦੋਂ ਤੁਹਾਡਾ ਸੰਦੇਸ਼ਾ ਉਹਨਾਂ ਨੇ ਸੁਣ ਲਿਆ, ਆਵੇਂਗੇ ਤਬ ਲਿਹੋ ਨਿਹਾਰੇ। ਬਸ ਤੁਸੀਂ ਫੇਰ ਦਰਸ਼ਨ ਕਰ ਲਿਓ, ਉਹਨਾਂ ਨੇ ਉਸੇ ਵਕਤ ਹੀ ਚੱਲ ਪੈਣਾ। ਅਬ ਹੈ ਏਮਨਾਬਾਦ ਟਕੇ, ਹੁਣ ਉਹ ਏਮਨਾਬਾਦ ਨਗਰ ਆ ਨਾ, ਉੱਥੇ ਟਿਕੇ ਹੋਏ ਹਨ। ਅੰਨ ਹੈ ਜਾਏ ਨ ਅਨੰਤ ਸਦਈ, ਸੋ ਇਸ ਕਰਕੇ ਉਹਨਾਂ ਨੂੰ ਜਾ ਕਰਕੇ ਲੈ ਕੇ ਆਵਾਂਗੇ। ਅੰਨ ਹੈ ਜਾਏ ਨਾ ਅੰਤ ਸਦੇਈ, ਇਹ ਨਾ ਕਿਤੇ ਹੋਰ ਹੀ ਥਾਂ ਚਲੇ ਜਾਣ, ਇਹ ਵੀ ਨਾਲ ਗੱਲ ਹੈ। ਮਨ ਮੌਜੀ ਨੇ ਉਹ, ਜੇ ਉਹ ਕਿਸੇ ਹੋਰ ਪਾਸੇ ਚਲੇ ਗਏ ਪਤਾ ਨਹੀਂ ਲੱਗਦਾ ਉਹਨਾਂ ਦਾ। ਹਰਖ ਰਾਏ ਬਚਨ ਤਹਿ ਮਾਨੇ, ਉਸ ਵਕਤ ਰਾਏ ਬਲਾਰ ਜੀ ਨੇ ਬਚਨ ਮੰਨੇ, ਖੁਸ਼ ਹੋ ਗਿਆ। ਸਤ ਕਹਿਤ ਹੈ ਤੂੰ ਮਰਦਾਨਾ, ਭਾਈ ਮਰਦਾਨਾ ਤੂੰ ਸੱਚ ਗੱਲ ਕਹਿੰਦਾ ਹੈ। ਦੋਹਰਾ ਭੰਤ ਭਇਓ ਬਾਲਾ, ਸੁਨਹੁ ਸ੍ਰੀ ਅੰਗਦ ਗਤ ਦਾ। ਭਾਈ ਬਾਲਾ ਜੀ ਕਹਿਣ ਲੱਗੇ, ਸੁਣੋ ਹੈ ਗੁਰੂ ਅੰਗਦ ਦੇਵ ਕਲਿਆਣ ਦੇ ਦੇਣ ਹਾਰੇ ਜੀ। ਭੇਜੋ ਮਾਨਵ ਨਿਕਟ ਮੋਜਾ, ਲੀਨੋ ਵੇਗ ਬੁਲਾਏ। ਭੇਜਿਆ ਬੰਦਾ, ਫਿਰ ਰਾਏ ਬਲਾਰ ਜੀ ਨੇ ਮੈਨੂੰ ਬੁਲਾ ਲਿਆ ਆਪਦੇ ਕੋਲੇ, ਮੈਨੂੰ ਤੇ ਭਾਈ ਮਰਦਾਨੇ ਦੋਨਾਂ ਨੂੰ ਫੇਰ ਤਾਕੀਦ ਕਰ ਦਿੱਤੀ। ਕੱਲ ਨੂੰ ਸ਼ਰਵਣ ਕਰਾਂਗੇ, ਸਤਿਗੁਰੂ ਕਿਰਪਾ ਕਰਨਗੇ। ਸੋ ਸਤਿਗੁਰੂ ਮਹਾਰਾਜ ਦਾ ਪਾਵਨ ਪ੍ਰਸੰਗ ਸ਼ਰਵਣ ਕੀਤਾ ਹੈ ਆਪਾਂ ਨੇ। ਬੜੀ ਡੂੰਘਾਈ ਦੇ ਵਿੱਚ ਇਹ ਪੋਥੀ ਵਿੱਚ ਪ੍ਰਸੰਗ ਲਿਖੇ ਨੇ। ਮਾਨੋ ਆਪਾਂ ਵੀ ਦੇਖੋ ਨਾਲ ਨਾਲ ਹੀ ਜਾ ਰਹੇ ਹਾਂ, ਜਿੱਥੇ ਸਤਿਗੁਰੂ ਨੇ ਸਾਰਾ ਪ੍ਰਸੰਗ ਉਸੇ ਤਰ੍ਹਾਂ ਅੱਖਾਂ ਦੇ ਅੱਗੇ ਘੁੰਮ ਜਾਂਦਾ। ਇਸ ਦੇ ਨਾਲ ਮਨ ਦੀ ਪਵਿੱਤਰਤਾ ਹੁੰਦੀ, ਚਾਰੇ ਪਦਾਰਥ ਪ੍ਰਾਪਤ ਹੁੰਦੇ, ਕਾਮਨਾ ਪੂਰੀ ਹੁੰਦੀ, ਸਿੱਖੀ ਦੀ ਪ੍ਰਾਪਤੀ ਹੁੰਦੀ, ਅਸਲੀਅਤ ਦਾ ਗਿਆਨ ਹੁੰਦਾ। ਸਤਿਗੁਰੂ ਮਹਾਰਾਜ ਦੀ ਕਿਰਪਾ ਹੋ ਜਾਂਦੀ ਹੈ। ਧੰਨ ਗੁਰੂ ਨਾਨਕ ਦੇਵ ਜੀ ਆਪਾਂ ਨੂੰ ਅਸ਼ੀਰਵਾਦ ਦਿੰਦੇ ਨੇ ਕਿ ਬਾਬਾਣੀਆਂ ਕਹਾਣੀਆਂ ਪੁੱਤ ਸਪੁੱਤ ਕਰੇਨ। ਮੇਰੇ ਪੁੱਤਰ ਸਪੁੱਤਰ ਬੈਠ ਕੇ ਸੰਗਤ 'ਚ ਮੈਨੂੰ ਯਾਦ ਕਰਦੇ ਨੇ, ਔਰ ਗੁਰੂ ਨਾਨਕ ਦੇਵ ਜੀ ਸਾਡੇ ਸਾਰਿਆਂ ਦੇ ਸਿਰਾਂ ਤੇ ਹੱਥ ਰੱਖ ਦਿੰਦੇ ਨੇ ਵੀ ਮੇਰੇ ਪੁੱਤਰ ਮੇਰੇ ਵਿਚਾਰ ਕਰਦੇ ਨੇ। ਇਹਦੇ ਵਿੱਚੋਂ ਵੀ ਆਪਾਂ ਨੂੰ ਬਹੁਤ ਕੁਝ ਮਿਲ ਜਾਂਦਾ, ਸਤਿਗੁਰੂ ਦੀ ਕਿਰਪਾ ਹੋ ਜਾਂਦੀ ਹੈ। ਸਤਿਗੁਰੂ ਆਪਣਾ ਨਾਮ ਜਪਾਉਂਦੇ ਨੇ। ਫਿਰ ਵਾਹਿਗੁਰੂ 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 ਵਾਹਿਗੁਰੂ